जी वाहगुरु जी का खालसा वाहगुरु जी की फतेह। पिछले हफ्ते आपां ਇਹ ਸੈਸ਼ਨ ਲਾਇਆ ਸੀ ਕਿਉਂਕਿ ਜਪ ਬਾਣੀ ਨੂੰ ਮੈਂ ਰਿਵਾਈਜ਼ ਕਰ ਰਿਹਾ ਤੇ ਰਿਵਾਈਜ਼ ਕਰਦੇ ਕਰਦੇ ਇਹ ਪੰਕਤੀ ਅੱਗੇ ਆ ਗਈ 23 ਨੰਬਰ ਪੌੜੀ ਚ ਆਈ ਸੀ। ਇਹ ਉਹਦੀ ਆਪਾਂ ਪਿਛਲੇ ਹਫਤੇ ਵੀ ਵਿਚਾਰ ਕੀਤੀ ਸੀ। ਖਾਸ ਕਰਕੇ ਜੋ ਸ਼ਬਦ ਆਪਾਂ ਪੜ੍ਹਦੇ ਆ ਸਹਿਸ, ਕੀ ਕਿਹਾ? ਸਹਿਸ ਸ਼ਬਦ ਦੇ ਅਰਥ ਗਿਣਤੀਵਾਚਕ ਹੈ। ਜੇ ਆਪਾਂ ਇਹਨੂੰ ਗਿਣਤੀਵਾਚਕ ਮੰਨਾਂਗੇ ਫਿਰ ਇਹਦੀ ਵੈਲਿਊ ਕੀ ਹੈ? ਤੇ ਕੁਛ ਜਿਹੜੇ ਟੀਕਾਕਾਰ ਹੈ ਉਹ ਸਹਿਸ ਨੂੰ 1000 ਕਹਿੰਦੇ ਆ, ਪਰ ਉਹਨਾਂ ਕੋਲ ਕੋਈ ਬੇਸ ਨਹੀਂ ਸੀ ਵੀ 1000 ਕਿਵੇਂ ਮੰਨਿਆ ਹੋਇਆ। ਲੱਗਦਾ ਗਿਣਤੀਵਾਚਕ ਅੱਖਰ ਹੈ, ਪਰ ਇਹਨੂੰ 1000 ਮੰਨ ਕੇ ਕਿਤੇ ਅੱਗੇ ਗੁਰਮਤ ਵਿੱਚ ਕੋਈ ਕੌਨਫਲਿਕਟ ਤਾਂ ਨਹੀਂ ਆਉਂਦੀ। ਉਹ ਆਪਾਂ ਨੂੰ ਲੱਗਿਆ ਪਤਾ ਵੀ ਜਦੋਂ ਦਸਮ ਗ੍ਰੰਥ ਆਪਾਂ ਪੜ੍ਹਦੇ ਹਾਂ ਚੌਪਈ ਦੇ ਜੋ ਅਖੀਰ, ਕਿਉਂਕਿ ਉਹਦੇ ਚ ਡੇਟਸ ਦਿੱਤੀਆਂ ਹੋਈਆਂ ਆਪਾਂ ਨੂੰ ਕਿਦਣ ਦੀ ਕੀ ਤਾਰੀਖ ਸੀ, ਕੀ ਥਿੱਤ ਸੀ, ਉਹਦੇ ਵਿੱਚ ਫਿਰ ਉਹ ਸ਼ਬਦ ਜਿਹੜਾ ਸਹਿਸ ਹੈ ਉਹਦਾ ਤੋਂ ਪਤਾ ਲੱਗਦਾ ਕਿ ਇਹਦਾ ਅਰਥ 100 ਹੋਏਗਾ, ਕਿਉਂਕਿ 17 ਦੇ ਨਾਲ ਜਦ ਲੱਗਦਾ ਹੈਗਾ ਸਹਿ ਤਾਂ 1700 ਬਣਦਾ। ਫਿਰ ਅਰਧ ਸਹਿਸ 100 ਡਿਵਾਈਡ ਬਾਈ 2 50 ਬਣਦਾ। ਬਿਲਕੁਲ ਅਰਥ ਠੀਕ ਹੋ ਜਾਂਦੇ ਆ। ਤੇ ਇੱਥੋਂ ਫਿਰ ਇਹ ਕਲੀਅਰ ਹੋਣਾ ਚਾਹੀਦਾ ਕਿ ਸੈਕੜੇ ਦੀ ਗੱਲ ਹੋ ਰਹੀ ਹੈ, 1000 ਦੀ ਐਕਸਪ੍ਰੈਸ਼ਨ ਨਹੀਂ ਹੈ। ਕੁਛ ਬਿੰਦੀ ਵੀ ਲਾ ਦਿੰਦੇ ਉਹ ਸੈਕੜੇ ਕਹਿੰਦੇ ਆ, ਪਰ ਜਿਸ ਤਰ੍ਹਾਂ ਕਿਸੇ ਨੂੰ ਵੈਸੇ ਸੈਕੜੇ ਹੋਣਾ ਚਾਹੀਦਾ। ਤਾਂ ਇਹ ਇੱਕ ਵਰਡ ਹੋ ਗਿਆ। ਦੂਸਰਾ ਹੈ 18। ਇਹ ਸਾਡੀ ਗਿਣਤੀ 'ਚ ਆਪਾਂ ਗੁਰਬਾਣੀ 'ਚ ਕਾਫੀ ਜਗ੍ਹਾ ਆਉਂਦਾ ਹੈ 18। ਭਾਰ ਦੀ ਗੱਲ ਆਉਂਦੀ ਹੈ। ਉਹ ਮੰਨਿਆ ਹੋਇਆ ਵੀ ਇੱਕ ਇੱਕ ਪੱਤਾ ਜੇ ਬਨਸਪਤੀ ਦਾ ਲੈ ਲਈ ਉਹਦਾ ਇੰਨਾ ਭਾਰ ਹੋ ਜਾਂਦਾ। ਉਹ ਵੀ ਮੈਟਾਫਰ ਹੈ, ਉਹ ਵੀ ਆਪਾਂ ਸੁਣਿਆ ਹੋਇਆ ਹੀ ਹੈ ਕਿ ਇੱਕ ਲਿਮਿਟਲੈਸ ਦੀ ਉਹ ਇੱਕ ਐਕਸਪ੍ਰੈਸ਼ਨ ਹੈ ਵੀ ਇੰਨਾ ਵਜਨ ਹੋ ਜਾਂਦਾ। ਤੇ ਅਗਲਾ ਸ਼ਬਦ ਹੈਗਾ ਕਹਿਣ ਕਤੇਬਾ। ਇਹਨੂੰ ਆਪਾਂ ਸਾਰੇ ਨੂੰ ਖੋਲ ਲੈਂਦੇ ਹਾਂ ਜੋ ਆਪਾਂ ਸਮਝਿਆ ਸੀ ਕਿ ਸਹਿਸ ਤੋਂ ਭਾਵ ਲਵਾਂਗੇ ਸੈਕੜੇ, ਔਰ ਇਹ ਉਪ ਪੁਰਾਣ ਲੱਗਦੇ ਆ ਕਿਉਂਕਿ 18 ਪੁਰਾਣ ਹੈ। ਤੋ ਅੱਗੇ ਤੋਂ ਅੱਗੇ ਹਰੇਕ ਹੀ ਧਰਮ 'ਚ ਇਸ ਤਰ੍ਹਾਂ ਹੀ ਚੱਲਦਾ। ਜਿਵੇਂ ਗੁਰਬਾਣੀ ਆ ਉਹ ਤੋਂ ਗਾਹਾਂ ਇੱਕ ਕਿਸੇ ਨੇ ਇੱਕ ਟੀਕਾ ਲਿਖ ਲਿਆ, ਉਹ ਟੀਕੇ ਤੋਂ ਗਾਹਾਂ ਟੀਕੇ ਲਿਖੀ ਗਏ, ਉਹ ਉਪ ਹੋਈ ਜਾਂਦੇ ਨੇ। ਸੋ ਉਹ ਉਹਨਾਂ ਨੇ ਮੰਨਿਆ ਹੋਇਆ ਵੀ 18 ਪੁਰਾਣ ਨੇ। ਜਿਹੜੀ ਮੱਤ ਚੋਂ ਇਹ ਗੱਲ ਆ ਰਹੀ ਹੈ ਉਵੇਂ ਹੂ ਬਹੂ ਲਿਖਤਾ ਵੀ 18 ਪੁਰਾਣ ਹੈ ਤੇ ਸੈਕੜੇ ਉਪ ਪੁਰਾਣ ਹੈ। ਕਹਿਣ ਪਲੂਰਲ 'ਚ ਲਿਖਿਆ ਹੋਇਆ, ਆਖਦੇ ਹਨ ਵੀ ਉਹਨਾਂ ਦੇ ਵਿੱਚ ਸੂਚਨਾ ਮਿਲਦੀ ਹੈ। ਤੇ ਅਗਲਾ ਜਿਹੜਾ ਆਪਾਂ ਨੂੰ ਅਰਥ ਜਿਹੜਾ ਹੈਗਾ ਉਹ ਕਤੇਬਾ ਲਿਖਿਆ ਤਾਂ ਕਤੇਬਾ, ਪਰ ਉਹਨੂੰ ਆਪਾਂ ਦੀ ਭਾਸ਼ਾ 'ਚ ਬਿੰਦੀ ਲੱਗਦੀ ਹੈ ਕਤੇਬਾਂ ਪੜਾਂਗੇ ਕਿਉਂਕਿ ਪਲੂਰਲ ਹੈ, ਇੱਕ ਤੋਂ ਵੱਧ ਦੀ ਗੱਲ ਹੈ। ਇਹਦਾ ਕਾਂਸੀ ਜੀ ਨਾਭਾ ਕਹਿੰਦੇ ਵੀ ਕਿਤਾਬਾਂ ਹੋ ਸਕਦਾ ਅਰਥ, ਪੁਸਤਕਾਂ ਹੋ ਸਕਦਾ, ਤੇ ਅਸੰਖ ਗ੍ਰੰਥ ਵੀ ਹੋ ਸਕਦਾ, ਕਿਉਂਕਿ ਜਨਰਲੀ ਇਹ ਇੱਕ ਹੀ ਰਾਈਟਰ ਦੀਆਂ ਲਿਖੀਆਂ ਹੁੰਦੀਆਂ, ਦੋ ਬੰਦੇ ਮਿਲ ਕੇ ਨਹੀਂ ਲਿਖੀ। ਇਹ ਤਾਂ ਸਿਰਫ ਆਪਣੀ ਗੁਰਬਾਣੀ ਹੈ ਜਿਹਦੇ 'ਚ ਇੰਨੇ ਭਗਤਾਂ ਦੀ ਬਾਣੀ ਹੈ। ਜੇ ਆਊਟਸਾਈਡ ਗੁਰਬਾਣੀ ਜਾਓ ਕਬੀਰ ਗ੍ਰੰਥਾਵਲੀ ਮਿਲੇਗੀ, ਸਿਰਫ ਕਬੀਰ ਜੀ ਦੀ ਬਾਣੀ ਹੈ ਉਹਦੇ ਵਿੱਚ। ਤੇ ਐ ਰੈਦਾਸ ਲਿਖਿਆ ਰਵਿਦਾਸ ਜੀ ਨੂੰ, ਉਹਨਾਂ ਦੀ ਵੀ ਇੱਕ ਜਿਹੀ ਹੈ। ਤੇ ਹੋਰ ਵੀ ਆਪਾਂ ਕਹਿੰਦੇ ਸੰਤੋਖ ਸਿੰਘ ਜੀ ਦਾ ਗ੍ਰੰਥ ਕੱਲਾ ਸੰਤੋਖ ਸਿੰਘ ਜੀ ਦਾ ਹੀ ਲਿਖਿਆ ਹੋਇਆ। ਅੱਧੀ ਕੀ ਗੱਲ ਦਾ ਸਾਨੂੰ ਆਈਡੀਆ ਹੁੰਦਾ, ਅੱਧੀ ਕਿ ਅਸੀਂ ਨਹੀਂ ਸਮਝ ਸਕਦੇ। ਉਹ ਉਹਦੇ ਨਾਲ ਕੌਨਫਲਿਕਟ ਪਾਉਂਦੇ ਆ। ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਭਾਈ ਗੁਰਦਾਸ ਜੀ ਦਾ ਗ੍ਰੰਥ ਕਿਉਂ ਨਹੀਂ ਕਿਹਾ ਜਾਂਦਾ, ਕਿਉਂਕਿ ਉਹ ਵੀ ਦੀਆਂ ਰਚਨਾਵਾਂ ਹੈਗੀਆਂ, ਇੱਕ ਪਰਸਨੈਲਿਟੀ ਦੀਆਂ ਹੀ ਹੈ। ਜੇ ਉਹਨਾਂ ਦਾ ਲਿਖਿਆ ਹੋਇਆ ਹੈ ਉਹ, ਪਰ ਉਹ ਲੱਗਦਾ ਨਹੀਂ ਹੈ ਕਿਉਂਕਿ ਜਿਹੜੀਆਂ ਉਹਦੇ ਵਿੱਚ ਆਪਾਂ ਨੂੰ ਸਮਝਾਉਣ ਦਾ ਕੋਸ਼ਿਸ਼ ਕੀਤਾ ਜਾਂ ਜਿਹੜਾ ਉਹਦਾ ਰਿਟਨ ਸਟਾਈਲ ਹੈ ਉਹਦੇ ਵਿੱਚ ਉਹ ਨਾਮ ਨਹੀਂ ਹੈ। ਇੱਥੇ ਰਾਈਟਰ ਦਾ ਨਾਮ ਇਹ ਜ਼ਰੂਰੀ ਹੈ ਕਿ ਜਿਹੜੇ ਵੀ ਧਾਰਮਿਕ ਖਾਸ ਕਰ ਪੁਸਤਕਾਂ ਹੈ ਉਹਨਾਂ ਵਿੱਚ ਰਾਈਟਰ ਦਾ ਨਾਮ ਤਖੱਲੁਸ ਦੇ ਤੌਰ ਤੇ ਜਾਂ ਆਪਣਾ ਅਸਲੀ ਨਾਮ, ਜਿਹੜੇ ਆਪਣੇ ਦੂਸਰੇ ਰਾਈਟਰ ਵੀ ਹੋਏ ਆ ਜਿਵੇਂ ਬੁੱਲੇ ਦਾ ਨਾਮ ਵਿੱਚ ਆਉਂਦਾ। ਬਾਕੀ ਇੱਕ ਹੋਰ ਹੋਏ ਆ ਜਿਨ੍ਹਾਂ ਨੇ ਕਿ ਸਵਈਏ ਲਿਖੇ ਆ, ਉਹਨਾਂ ਨੂੰ ਕਹਿੰਦੇ ਆ
ਰਸਖਾਨ, ਉਹ ਅਸਲ ਵਿੱਚ ਪਰਸ਼ੀਅਨ ਸੀਗੇ। ਉੱਥੋਂ ਉਹਨਾਂ ਨੇ ਛੱਡ ਕੇ ਕ੍ਰਿਸ਼ਨ ਭਗਤੀ ਸ਼ੁਰੂ ਕੀਤੀ ਸੀ ਤੇ ਕ੍ਰਿਸ਼ਨ ਜੀ ਦੇ ਉਹਨਾਂ ਨੇ ਪ੍ਰੇਸ ਚ ਸਵਈਏ ਲਿਖੇ ਆ। ਸਵਈਆ ਨਹੀਂ ਮਿਲਦਾ ਆਪਾਂ ਨੂੰ ਆਮ, ਤੁਸੀਂ ਦੇਖਿਓ ਜਿੰਨੀਆਂ ਰਚਨਾਵਾਂ ਆਪਾਂ ਦੇਖਦੇ ਹਾਂ, ਚੌਪਈ ਹੋਵੇ ਤੇ ਸੋਰਠਾ ਹੋਵੇ, ਰੋਲਾ ਹੋਵੇ, ਇਹ ਸਾਰੀਆਂ ਦੋਹਾ ਹੋਵੇ, ਸਵਈਆ ਲਿਖਣਾ ਸਭ ਤੋਂ ਔਖਾ ਹੈ। ਜਾਂ ਪੰਚਮ ਪਾਤਸ਼ਾਹ ਨੇ ਲਿਖੇ ਹੈ, ਜਾਂ ਫਿਰ ਭੱਟਾਂ ਦੇ ਦਰਜ ਮਿਲਦੇ ਆ, ਜਾਂ ਦਸਮ ਪਾਤਸ਼ਾਹ ਨੇ ਲਿਖੇ। ਆਊਟਸਾਈਡ ਦੇਸੋ ਰਸਖਾਨ ਦੇ ਮਿਲਦੇ ਆ। ਨਾਮ ਉਹਨਾਂ ਦਾ ਰਸਖਾਨ ਨਹੀਂ ਸੀਗਾ, ਉਹ ਤਖੱਲੁਸ ਵਰਤਦੇ ਆ। ਤੇ ਇਸ ਤਰ੍ਹਾਂ ਹੀ ਜਿਹੜਾ ਨੰਦ ਲਾਲ ਜੀ ਗੋਆ ਕਹਿੰਦੇ ਆਪਾਂ, ਜੇ ਉਹਨਾਂ ਦੀਆਂ ਰਚਨਾਵਾਂ ਵੀ ਕੁਝ ਮਿਲਦੀਆਂ, ਉਹਨਾਂ ਵਿੱਚ ਉਹਨਾਂ ਦਾ ਨਾਮ ਮਿਲਦਾ, ਉਹਨਾਂ ਦਾ ਰਿਪੀਟ ਹੁੰਦਾ ਹਰੇਕ, ਜਿੱਥੇ ਵੀ ਖਤਮ ਹੋਏਗੀ। ਜੇ ਸਾਰੀ ਪੰਕਤੀ ਚ ਨਹੀਂ ਹੋਏਗਾ, ਐਟ ਦੀ ਐਂਡ ਹੁੰਦਾ। ਐਵੇਂ ਹੀ ਜਦੋਂ ਆਪਾਂ ਪੜ੍ਹਦੇ ਹਾਂ ਗੋਬਿੰਦਾਸ ਤੁਹਾਰ। ਸੋ ਇਹ ਕੁਛ ਜਿਹੜੇ ਜ਼ਰੂਰੀ ਚਿੰਨ੍ਹ ਹੈ, ਜੇ ਮਿਸਿੰਗ ਹੈ ਕਿਸੇ ਰਚਨਾ ਚ, ਫਿਰ ਆਪਾਂ ਨੂੰ ਸੋਚਣਾ ਪੈਂਦਾ। ਅਸਲੂ ਵੀ ਇੱਕ ਬੜਾ ਕਨਫਿਊਜ਼ਿੰਗ ਵਰਡ ਹੈ ਵੀ ਇਹ ਔਂਕੜ ਕਿਉਂ ਲੱਗਿਆ ਹੋਇਆ। ਅਸ ਦਾ ਅਰਥ ਕੋਈ ਹੋਰ ਦੱਸੇ। ਅਸ ਦਾ ਅਰਥ ਘੋੜਾ ਹੁੰਦਾ। ਅਸਲੂ ਦਾ ਅਰਥ ਕਿਸੇ ਨੇ ਘੋੜੇ ਦੀ ਪੂੰਛ ਦਾ ਬਾਲ ਵੀ ਕੀਤਾ ਆ, ਘੋੜੇ ਦਾ ਇੱਕ ਲੂ ਵੀ ਕੀਤਾ। ਇਹਦੇ ਨਾਲ ਆਪਣੀ ਕੋਈ ਗੱਲ ਬਣਦੀ ਆ? ਕੋਈ ਦੱਸੇ ਮੈਨੂੰ ਵੀ ਜੇ ਆਪਾਂ ਇਹਨੂੰ ਵਾਸਤਵ ਦੇ ਇਲਾਵਾ ਜੇ ਆਪਾਂ ਅਸ, ਕਿਉਂਕਿ ਅਸਲੂ ਬਣ ਜਾਂਦਾ ਹੈ, ਵਿਚਾਲੇ ਔਂਕੜ ਆਉਣਾ ਜਿਹੜਾ ਹੈਗਾ, ਇਹ ਕੋਈ ਕਾਮਨ ਚੀਜ਼ ਨਹੀਂ ਹੈ। ਕੋਈ ਹੈਗਾ ਆਈਡੀਆ ਕਿਸੇ ਨੂੰ ਹੋਰ ਹੋਵੇ ਤਾਂ ਦੱਸੇ, ਅਨਮਿਊਟ ਕਰਕੇ ਦੱਸ ਦਿਓ ਜੇ ਇਹਦਾ ਆਪਾਂ ਕੋਈ ਹੋਰ ਨਿਖੇੜ ਸਕਦੇ ਹਾਂ ਗੱਲ ਨੂੰ ਹੋਰ ਜ਼ਿਆਦਾ। ਹਾਂਜੀ, ਹੈ ਕੋਈ ਆਈਡੀਆ? ਜੇ ਹੈ ਪਲੀਜ਼ ਦੱਸੋ। ਹਾਂਜੀ ਸੁਜੀਤ ਸਿੰਘ। ਡਾਕਟਰ ਸਾਹਿਬ ਦੱਸੋ ਵੀ ਕੋਈ ਹੋਰ ਹੀ ਦਾ ਆਪਾਂ ਲਈਏ। ਹਰਪ੍ਰੀਤ ਸਿੰਘ ਵੀ ਹੈ। ਅਸੂਲੂ ਦਾ ਅਸਲ ਜ਼ਿਆਦਾ ਅਸਲ ਦੇ ਫਾਰਮ ਚ ਹੀ ਮੰਨਿਆ ਹੋਇਆ ਹੈ ਵੀ ਜ਼ਿਆਦਾ ਅਸਲ ਦੇ ਫਾਰਮ ਚ ਹੈਗਾ। ਉਹੀ ਹੁਣ ਤਾਂ ਉਹੀ ਸਮਝ ਆਈ ਸੀ ਵੀ ਅਸਲ ਇੱਕ ਧਾਤ ਵੀ ਅਖੀਰ ਚ ਅਸਲ ਚ ਇੱਕੋ ਹੀ ਧਾਤ ਜਿਹੜੀ ਹੈ। ਇਹਦੇ ਵੀ ਅਰਥ ਹੁਣ ਧਾਤ ਦੇ ਵੀ ਕਿਸੇ ਨੇ ਪਰਮੇਸ਼ਰ ਕਰੇ ਹੋਏ, ਕਿਸੇ ਨੇ ਕੀ ਕੀਤਾ ਹੈ, ਮੈਨੂੰ ਨਹੀਂ ਲੱਗਦਾ। ਕਿਉਂਕਿ ਜਿਹੜਾ ਕਨਸੈਪਟ ਚੱਲ ਰਿਹਾ ਸੀਗਾ ਪਤਾ ਨਾ ਪਤਾ ਅੱਲਾ ਖਾਕਾ, ਉਹ ਸਾਰਾ ਮਾਇਆ ਦਾ ਹੀ ਹੈ। ਸੋ ਮਾਇਆ ਦੇ ਵਿੱਚ ਜਿੰਨੇ ਪੁਰਾਣ ਹੈ ਸਭ ਮਾਇਆ ਦੀਆਂ ਗੱਲਾਂ ਕਰਦੇ ਹਨ। ਬ੍ਰਹਮ ਦੀ ਤਾਂ ਗੱਲ ਇਹਨਾਂ ਕੋਲ ਹੈ ਨਹੀਂ। ਆਪਾਂ ਅੱਜ ਵੀ ਇਹਨੂੰ ਵਿਸਤਾਰ ਚ ਕਰਾਂਗੇ। ਆਪਣੇ ਕੋਲ ਪੁਰਾਣ ਦੀ ਥੋੜੀ ਜ਼ਿਆਦਾ ਡਿਟੇਲ ਹੈਗੀ ਹੈ। ਸੋ ਕਿਤਾਬਾਂ ਚ ਵੀ ਕੋਈ ਆਈਡੀਆ ਨਹੀਂ। ਤੁਸੀਂ ਕਿ ਮੁਸਲਮਾਨ ਨੂੰ ਪੁੱਛੋ ਵੀ ਜੰਨਤ ਕੀ ਹੈ, ਉਹ ਦੱਸ ਨਹੀਂ ਸਕਦਾ। ਉਹ ਮੰਨੀ ਹੋਈ ਗੱਲ ਜ਼ਰੂਰ ਹੈ, ਐਕਸਪਲੇਨ ਨਹੀਂ ਕਰ ਸਕਦਾ। ਖਾਸ ਕਰ ਕਬੀਰ ਜੀ ਨੇ ਤਾਂ ਬਹੁਤ ਬੜੀ ਆਬਜੈਕਸ਼ਨ ਲਈ ਹੈ ਵੀ 3 ਲੋਕਾਂ ਦਾ ਹੀ ਨਹੀਂ ਪਤਾ ਧਰਮ ਵਾਲਿਆਂ ਨੂੰ। ਜੇ 3 ਲੋਕਾਂ ਦਾ ਨਹੀਂ ਪਤਾ, ਤੁਸੀਂ ਜਿਹੜਾ ਆਪਾਂ ਸ਼ਬਦ ਪੜ੍ਹਦੇ ਨਾ ਭਿਸ਼ਤ ਦੋਜਕ ਕਿਨ ਪਾਈ, ਵੀ ਚਲੋ ਕਹਿੰਦੇ ਵੀ ਇਹ ਤਾਂ ਠੀਕ ਹੈ, ਪਿੱਛੋਂ ਕਿੱਥੋਂ ਆਏ ਹੋ ਪਹਿਲਾਂ ਉਹ ਸ਼ੁਰੂ ਕਰੋ। ਸੌਰੀ ਵੀਰ ਜੀ, ਗੁਰਜੀਤ ਸਿੰਘ ਜੀ। ਹਾਂਜੀ ਹਾਂਜੀ। ਉਹ ਤੁਸੀਂ ਕੀ ਕਹਿ ਰਹੇ ਹੋ ਕਿ ਜਿਹੜਾ ਪਾਤਾਲ ਹੈਗਾ, ਉਹ ਪਾਤਾਲਾਂ ਤੇ ਆਕਾਸ਼ਾਂ ਦੀ ਗੱਲ ਜਿਹੜੇ ਵੇਦ ਪੁਰਾਣਾ ਚੱਲ ਰਹੀ ਉਹਦੀ ਗੱਲ ਹੈਗੀ ਹੈ? ਹਾਂਜੀ, ਮੈਨੂੰ ਪਤਾ ਨਹੀਂ, ਕਿਉਂਕਿ ਮੈਨੂੰ ਲੱਗਦਾ ਵੀ ਵੇਦ ਪੁਰਾਣਾ ਚ ਇੰਨੀ ਜ਼ਿਆਦਾ ਕੋਈ ਲੱਖਾਂ ਦੀ ਗੱਲ ਚੱਲ ਰਹੀ। ਕੋਈ 1-2 ਦੀ ਤੁਸੀਂ ਵੀ ਹੁਣੇ ਗੱਲ ਕੀਤੀ, ਨਰਕ ਤੇ ਸਵਰਗ, ਉਹ ਤਾਂ ਇੱਕ ਹੀ ਨੇ। ਮੈਨੂੰ ਐਵੇਂ ਲੱਗਦਾ ਜਿਹੜੇ ਪਾਤਾਲ ਤੇ ਆਕਾਸ਼ ਨੂੰ ਮੇਰੇ ਮਨ ਦੀ ਅਵਸਥਾਵਾਂ ਨੇ। ਕਬੂ ਜਿਹੜਾ ਉਪ ਚੜਤ ਹੈ, ਕਬੂ ਜਾਏ ਪਿਆਲੇ, ਇਹ ਲੱਖਾਂ ਵਿਚਾਰ ਨੇ ਮੇਰੇ। ਇਹ ਮੇਰੇ ਆਪਣੇ ਵਿਚਾਰਾਂ ਦੀ ਗੱਲ ਹੈ ਤੇ ਪੁਰਾਣਾਂ ਦੇ ਵਿੱਚ ਇਹਦਾ ਕੋਈ ਸੋਲੂਸ਼ਨ ਨਹੀਂ ਦਿੱਤਾ ਗਿਆ। ਇਹ ਗੱਲਾਂ ਹੀ ਮਾਰਦੇ ਰਹਿੰਦੇ ਨੇ। ਪਰ ਜਿਹੜਾ ਮੇਰਾ ਮਨ ਕਦੀ ਆਕਾਸ਼ 'ਚ ਚੜ੍ਹ ਜਾਂਦਾ, ਕਦੀ ਪਾਤਾਲ, ਕਦੀ ਡਿਪਰੈਸ਼ਨ ਤੇ ਕਦੀ ਐਗਰੈਸ਼ਨ 'ਚ ਚਲਾ ਜਾਂਦਾ। ਇਹਦੀ ਗੱਲ ਮੈਨੂੰ ਇਹ ਲੱਗਦਾ ਕਿ ਉਹਦੇ ਵੱਲ ਰੈਫਰੈਂਸ ਹੈਗਾ ਵੀ ਇਹਦੀ ਕੋਈ ਗੱਲ ਨਹੀਂ ਕਰ ਪਾਏ ਕਦੀ ਕਿਧਰੇ ਚੱਜ ਨਾਲ ਪੁਰਾਣ ਕਿਧਰੇ ਵੀ। ਜਿਹੜਾ ਇੱਕ ਧਾਤ ਸੀ ਉਹਦੀ ਗੱਲ ਹੀ ਨਹੀਂ ਕਰ ਪਾਏ। ਉਹ ਨਹੀਂ ਇੱਧਰ ਅਗਲੀ ਪੰਕਤੀ ਲਓ ਪਹਿਲਾਂ, ਇੱਕ ਵਿਚਾਲੇ ਹੋਰ ਹੈ, ਓੜ ਕੋੜ ਭਾਲ ਥੱਕੇ। ਹਾਂ, ਥੱਕ ਗਏ ਨਾ, ਮਨ ਕਰਕੇ ਥੱਕ ਗਏ, ਉਹ ਵਿਚਾਰ ਕਰਦੇ ਰਹਿ ਗਏ, ਉਹ ਲੱਭੇ ਹੀ ਉਹਨਾਂ ਨੂੰ ਧਾਤ ਵਿੱਚੋਂ ਕੁਝ। ਨਹੀਂ, ਮਨ ਦੀ ਪ੍ਰੋਬਲਮ ਇਹ ਮੈਨੂੰ ਲੱਗਦੀ ਹੈ ਕਿਉਂਕਿ ਜਦੋਂ ਗੁਰੂ ਨਾਨਕ ਕਬੀਰ ਜੀ ਦਾ ਸ਼ਬਦ ਹੈ ਜਿਹੜਾ ਹੈਗਾ ਨਾਰਦ ਮੁੰਦ ਸੇਖਾ ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ,
ਜਾਂ ਮਤਲਬ ਮਨ ਵਾਲੀ ਜਾਂ ਮੱਤਾਂ ਨਹੀਂ ਸੀਗੀਆਂ ਇਹ। ਇਹਨਾਂ ਨੂੰ ਤੁਸੀਂ ਪੁੱਛੋ ਮਨ ਦੇ ਬਾਰੇ ਤਾਂ ਆਈ ਡੋਂਟ ਥਿੰਕ ਸੋ ਗੁਰਮਤਿ ਨੂੰ ਛੱਡ ਕੇ ਕਿਸੇ ਨੇ ਮਨ ਦੇ ਲੈਵਲ ਤੇ ਜੀਵ ਨੂੰ ਵੀ ਡਿਸਕ੍ਰਾਈਬ ਕੀਤਾ ਇਹਨਾਂ ਨੇ, ਇਨਰ ਆਊਟਰ ਨਹੀਂ ਕਰ ਸਕੇ। ਆਪਾਂ ਆਊਟਰ ਨੂੰ ਮਨ ਸਮਝਦੇ ਹਾਂ, ਕਿਉਂਕਿ ਜੇ ਤੁਸੀਂ ਕੰਟੈਕਸਟ ਚ ਪੜ੍ਹਦੇ ਆਓ ਨਾ, ਇਸ ਤੋਂ ਪਿਛਲੀ ਪੌੜੀ ਕੀ ਹੈ? ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਪਹਾੜੇ ਕੇ ਨਹਾਏ ਕਰੇ ਜੇਤੀ ਸਿਰ ਟੁਪਾਈ ਵੇਖਾਂ। ਉਹਦੇ ਵਿੱਚ ਇੱਕ ਕਨਸੈਪਟ ਇੱਕਦਮ ਖਤਮ ਹੋ ਕੇ ਨਾ ਇੱਕ ਨਵਾਂ ਸ਼ੁਰੂ, ਤਿੰਨ ਇਨਫਲੈਕਸ਼ਨਸ ਹੈ ਉਹ ਪੌੜੀ ਚ, ਮੈਨੂੰ ਐ ਲੱਗਦਾ। ਉਹ ਪੜ੍ਹ ਲੈ ਨਾ, ਕੀ ਹੈਗਾ, ਤੀਰਥ ਨਾਵਾਂ ਜਿਸ ਜੇ ਬਿਨ ਪਹਾੜੇ ਕੇ ਨਹਾਏ ਕਰੀ ਜੇਤੀ ਸਿਰ ਟੁਪਾਈ ਵੇਖਾਂ ਬਿਨ ਕਰਮਾ ਕਿਵੇਂ ਲਈ ਰਤ। ਉੱਥੇ ਕੀ ਲੱਗਦਾ ਕਿ ਉੱਥੇ ਤੀਰਥਾਂ ਦੀ ਗੱਲ ਕਰ ਰਹੇ ਨੇ? ਹਾਂ, ਜਿਹੜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਨ, ਉਹ ਦੂਸਰੇ ਤੀਰਥ ਹੈ, ਦੂਸਰੇ ਅੰਦਰ ਲਿਆ ਗਏ ਜਿਹੜੇ ਡਿਫਾਈਨ ਬਾਅਦ ਚ ਕੀਤੇ ਨਾ। ਨਹੀਂ ਇਹਦਾ ਅਸੀਂ ਕਹਿਣਾ ਚਾਹ ਰਹੇ ਹਾਂ ਤੀਰਥ ਨਾਵਾ ਜੇ ਤਿਸ ਭਾਵਾਂ, ਜੇ ਨਹੀਂ ਪਰਮੇਸ਼ਰ ਨੂੰ ਪਾਏ ਤਾਂ ਮੈਂ ਤੀਰਥ ਇਹ ਨਹੀਂ ਹੈ, ਇਹ ਹੈਗਾ ਤੀਰਥ ਤਪ ਦਇਆ ਦਤ ਦਾਨ। ਪਰ ਉਧਰ ਵੀ ਜਿਹੜਾ ਉਹ ਵੀ ਗੱਲ ਕਰ ਰਹੇ ਨੇ ਤੀਰਥ ਨਾਵਾ ਜੇ ਤਿਸ ਭਾਵਾ। ਹਾਂ, ਉੱਥੇ ਮੈਨੂੰ ਤਾਂ ਇਹ ਲੱਗਦਾ ਵੀ ਤੀਰਥ ਨਾਵਣ ਜਾਓ, ਤੀਰਥ ਨਾਮ ਜਦੋਂ ਮੈਂ ਉਹਨੂੰ ਪਾ ਜਾਣਾ ਤੇ ਉਹ ਮੇਰਾ ਤੀਰਥ ਨਾਣਾ ਹੋ ਗਿਆ ਬਸ। ਉਹ ਤਾਂ ਅੰਤਰਗਤ ਤੀਰਥ ਲਿਖਿਆ ਨਾ, ਅੰਤਰਗਤ ਉਹਦੇ ਤਾਂ ਸੋਲੂਸ਼ਨ ਦੇ ਦਿੱਤਾ ਨਾ, ਆਪਾਂ ਉਹਨੂੰ ਇਹਦੇ ਚ ਰੱਖੀਏ। ਇੱਕ ਮਿੰਟ, ਮੈਂ ਤਾਂ ਗਲਤ ਹੋ ਗਈ। ਉਹ ਹੈਗਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਡਿਫਾਈਨ ਕਰਤਾ ਨਾ। ਹਾਂਜੀ, ਸੁਣਿਆ ਜਿਹੜਾ ਨਾਉ ਨੂੰ ਮੰਨਿਆ, ਫਿਰ ਅੰਤਰਗਤ ਤੀਰਥ ਸ਼ੁਰੂ ਹੋਇਆ। ਉਹ ਅੰਤਰਗਤ ਤੀਰਥ ਹੈ, ਉਹ ਬਾਹਰਗਤ ਤੀਰਥ ਨਹੀਂ ਹੈ। ਉਹ ਤੋਂ ਗਤੀ ਮਿਲ ਰਹੀ ਹੈ ਨਾ ਬੁੱਧੀ ਨੂੰ, ਜਿਹੜਾ ਉਹ ਅੰਤਰਗਤ, ਠੀਕ ਹੈ ਨਾ, ਹਿਰਦਾ ਹੀ ਆ। ਉਹਦੇ ਵਿੱਚ ਜਾ ਕੇ ਜਦ ਵਿਚਾਰਾਂਗੇ, ਜਿਵੇਂ ਦੋ ਹੱਥਾਂ ਨੂੰ ਧੋਨੇ, ਮੈਨੂੰ ਲੱਗਦਾ ਇਹ ਜਿਹਾ ਕੰਸੈਪਟ ਆ। ਫੇਰ ਕੀ ਹੁੰਦਾ ਸ਼ੁਰੂ ਅੱਗੇ? ਸਭ ਗੁਣ ਤੇਰੇ ਮੈਂ ਨਾਹੀ। ਜਿਹੜਾ ਤੀਰਥ ਦੇ ਨਹਾ ਲਿਆ ਉਹ ਕਹਿ ਰਿਹਾ, ਜਿਹੜਾ ਤੀਰਥ ਦੇ ਨਹਾ ਲਿਆ ਨਾ, ਉਹਨੂੰ ਕਲੀਅਰ ਹੋ ਗਿਆ ਵੀ ਮੇਰੇ ਕੋਲ ਤਾਂ ਕੁਛ ਵੀ ਨਹੀਂ ਸੀ, ਅਸਲੀ ਤਾਂ ਮੇਰਾ ਮੂਲ ਹੈ ਸਾਰਾ ਕੁਛ। ਬਿਨ ਗੁਣ ਕੀਤੇ ਭਗਤੀ ਨਾ ਹੋਏ। ਮੈਂ ਗੁਣ ਧਾਰਨੇ ਆ ਤਾਂ ਸਤਿਗੁਰ ਦੀ ਭਗਤੀ ਸ਼ੁਰੂ ਹੋਣੀ ਹੈ। ਮੈਂ ਭਗਤੀ ਨਹੀਂ ਕਰਨੀ, ਮੈਂ ਗੁਣੇ ਧਾਰਨੇ ਆ। ਭਗਤੀ ਸਤਿਗੁਰ ਨੇ ਕਰਨੀ ਹੈ, ਪਰ ਮੈਂ ਇੱਕ ਵਿੱਚ ਹਰਡਲ ਬਣਿਆ ਹੋਇਆ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤੀ ਨਾ ਹੋਏ। ਫੇਰ ਉਹ ਕਹਿੰਦੇ ਆ ਜੇ ਭਗਤੀ ਹੋ ਗਈ, ਉਹਦਾ ਸਵਸਥ ਆਤ, ਉਹ ਦੱਸ ਰਹੇ ਵੀ ਭਗਤੀ ਕਦੋਂ ਸ਼ੁਰੂ ਹੋਊਗੀ? ਜਦੋਂ ਮਨ ਸਵਸਥ ਹੋ ਜਾਏਗਾ, ਹੈ ਨਾ। ਉਹਦੇ ਲਈ ਆਤ ਚਾਹੀਦਾ। ਆਤ ਬਾਣੀ ਬ੍ਰਹਮਾਓ ਚ ਹੈਗਾ, ਸਵਸਥ ਬਾਣੀ ਬ੍ਰਹਮਾਓ। ਹੁਣ ਇੱਥੋਂ ਖਤਮ ਕਰਕੇ ਕਵਣ ਸੋ ਵੇਲਾ ਵਕਤ ਗਵਣ, ਇੱਕ ਇਨਫਲੈਕਸ਼ਨ ਲੱਗਦੀ ਹੈ ਪੌੜੀ ਚ, ਜਿਹੜੀ ਕਿ ਉਹ ਕੰਟੈਕਸਟ ਚੋਂ ਬਾਹਰ ਹੋ ਰਹੀ ਹੈ ਗੱਲ। ਕਵਣ ਸੋ ਵੇਲਾ ਵਕਤ ਗਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਹਾ ਕਵਣ, 3 ਸੈਕਟ ਲੈ ਲੇ, ਹੈ ਨਾ ਜੀ। ਵੇਲ ਨਾ ਪਾਈਆ ਪੰਡਤੀ, ਪੰਡਤ ਆ ਗਏ, ਜੋਗੀ ਆ ਗਏ, ਤੇ ਇਸਲਾਮ ਦੀ ਮੱਤ ਆ ਗਈ। ਕਿ ਤਿੰਨਾਂ ਦਾ ਹੀ ਜੋ ਆਈਡੀਆ ਹੈਗਾ ਕ੍ਰੀਏਸ਼ਨ ਬਾਰੇ, ਉਹ ਆਪਸ ਚ ਕਨਫਲਿਕਟਿੰਗ ਹੈ। ਪਰ ਆਪਸ ਚ ਕਨਫਲਿਕਟਿੰਗ ਹੋਣ ਕਰਕੇ ਵੀ ਗੁਰੂ ਨਾਨਕ ਜੀ ਨੇ ਕੀ ਕਿਹਾ ਫਿਰ ਅੱਗੇ ਜਾ ਕੇ? ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ। ਜਾ ਕਰਤਾ ਤੱਕ ਇਹਨਾਂ ਚ ਕੋਈ ਵੀ ਨਹੀਂ ਪਹੁੰਚਿਆ ਸੀ। ਉਹ ਥੱਲੇ ਦੀ ਗੱਲ ਕਰਦੇ ਆ। ਉਹ ਅੱਲਾ ਤੋਂ ਸ੍ਰਿਸ਼ਟੀ ਉਪਾਈ ਸਮਝਦੇ ਆ, ਉਹ ਬ੍ਰਹਮਾ ਤੋਂ ਸਮਝਦੇ ਨੇ। ਜੋਗੀਆਂ ਦਾ ਮੈਨੂੰ ਪਤਾ ਨਹੀਂ ਉਹ ਕਿਵੇਂ ਸਮਝਦੇ ਨੇ। ਉਹ ਕਿਸੇ ਨਾ ਕਿਸੇ ਨੂੰ ਉਹ ਵੀ ਮੂਹਰੇ ਰੱਖਦੇ ਹੀ ਹੋਣੇ, ਉਹ ਸ਼ਿਵ ਨੂੰ ਕਹਿੰਦੇ ਹੋਣੇ। ਇੰਨਾ ਮੈਨੂੰ ਕੰਕਰੀਟ ਨਹੀਂ ਮਿਲਿਆ, ਪਰ ਸਰਟਨਲੀ ਬ੍ਰਹਮਾ ਔਰ ਅੱਲਾ, ਇਹ ਦੋਹੇ ਕ੍ਰੀਏਟਰ ਤਾਂ ਮੰਨੇ ਹੋਏ ਨਾ, ਦੋ ਫੇਸ ਨੇ। ਉਹ ਦੋਹਾਂ ਨੂੰ ਕਹਿੰਦੇ ਆ ਵੀ ਪੁਰਾਣਾ ਦੀ ਗੱਲ ਕੀਤੀ ਹੈ ਇੱਥੇ ਨਾ। ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਦੇ ਕੁਰਾਨ। ਉਹ ਕੁਰਾਨ ਦਾ ਇੱਕ ਕਨਸੈਪਟ ਚੱਕ ਕੇ ਅਗਲੀ ਪੌੜੀ ਚ ਲਿਆਂਦਾ। ਫਿਰ ਜਿੱਥੇ ਆ ਸ਼ੁਰੂ ਕਰਦੇ ਆ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ ਵੇਦ ਕਹਿਣ। ਵੇਦ ਨੇ ਇਹ ਕਿਹਾ ਵੀ ਇਹ ਮਾਇਆ ਨੂੰ ਖੋਜਣ ਦੀ ਕੀ ਲੋੜ ਪਈ ਹੈ? ਚਾਹੇ ਲੱਖ ਹੈ ਚਾਹੇ 2 ਲੱਖ ਹੈ, ਨਾਲੇ ਯੂਨੀਵਰਸ ਇਜ਼ ਐਕਸਪੈਂਡਿੰਗ। ਤੁਸੀਂ ਨਾਲੇ ਹੁਕਮ ਨਾ ਕਿਹਾ ਜਾਈ ਵੀ, ਹੈ ਨਾ ਜੀ, ਵੀ ਹੁਕਮ ਨੇ ਖਬਰ ਹੈ ਕਿੰਨੇ ਖਤਮ ਕਰ ਦੇਣੇ, ਕਿੰਨੇ ਕੁ ਵਧਾ ਦੇਣੇ ਆ। ਤੁਸੀਂ ਕਿਹੜੀ ਗਿਣਤੀ ਕਰ ਲਓਗੇ ਉਹਨਾਂ ਦੀ? ਵੀ ਉਹਨਾਂ ਨੂੰ ਹੁਕਮ ਦੀ ਡਾਇਨਾਮਿਜ਼ਮ ਦਾ ਨਹੀਂ ਪਤਾ ਹੈ। ਭਗਤਾਂ ਨੂੰ ਪਤਾ ਹੈ। ਉਹ ਕਹਿੰਦੇ ਵੀ ਬੂੰਦ ਚੋਂ ਲੱਭੋ, ਸਮੁੰਦਰ ਵੱਲ ਨੂੰ ਵੀ ਨਾ ਮੂੰਹ ਕਰੋ, ਬੂੰਦ ਤੋਂ ਸ਼ੁਰੂ ਕਰੋ ਜੋ ਕਰਨਾ ਹੈ ਨਾ। ਉਹ ਮੈਨੂੰ ਲੱਗਦਾ ਉਹ ਕਨਸੈਪਟ ਕੰਟੀਨਿਊ ਕਰ ਰਿਹਾ ਵੀ ਕੋਈ ਲੱਖ ਕਹਿੰਦਾ ਜੇ ਮੰਨੇ ਹੋਏ ਆ, ਪਰ ਵੇਦ ਨੇ ਕਹੀ ਹੈ,
ਵੇਦ ਪਲੂਰਲ ਹੈ ਉੱਥੇ, ਗੁਰਬਾਣੀ 'ਚ 35 ਵੇਦ ਹੈ, ਕਿਉਂਕਿ ਵੇਦ ਇਹ ਬੋਲੇਗਾ ਨਾ ਜੀ, ਦੱਸਣ ਵਾਲਾ ਤਾਂ ਵੇਦ ਹੀ ਹੈ। ਉਹ ਬੰਦੇ ਦਾ ਨਾਮ ਵੇਦ ਹੈ, ਉਹ ਭਗਤ ਦਾ ਨਾਮ ਵੇਦ ਹੈ ਨਾ। ਵੇਦ ਕਹਿਣ ਇੱਕ ਬਾਤ, ਵੇਦਾਂ ਨੇ ਇੱਕੇ ਬਾਤ ਕਹੀ ਹੈ ਵੀ ਇਹ ਮਾਇਆ ਦੀ ਖੋਜ ਨਹੀਂ ਕਰਨੀ ਹੈ, ਮਾਇਆ ਤੋਂ ਹਟ ਕੇ ਜਿਹਦੀ ਖੋਜ ਕਰਨੀ ਹੈ ਉਹ ਹੁਣ ਆਪਾਂ ਨੂੰ ਗਾਹਾਂ ਕਨਸੈਪਟ ਚੱਲਦਾ ਉਹਦਾ। ਮੈਨੂੰ ਇਹ ਲੱਗਦਾ ਵੀ ਜਿਹੜਾ ਸਹਿਸ 18 ਹੈ, ਸਹਿਸ ਦਾ ਤਾਂ ਸਾਨੂੰ ਕਲੀਅਰ ਹੈ ਵੀ 100 ਹੈ ਮਰਦ, ਤੇ ਜਿਹੜੇ ਉਪ ਪੁਰਾਣ ਵੀ ਹੈ ਵਿੱਚ, ਸਹਿਸ ਉਪ ਪੁਰਾਣ ਹੈ, 18 ਪੁਰਾਣ ਹੈ। ਇਹਦਾ 2-3 ਵਾਰ ਜ਼ਿਕਰ ਹੈਗਾ 18 ਨੰਬਰ ਦਾ ਨਾ, 10 ਅਸ਼ਟੀ ਮਿਲ ਏਕੋ ਕਹਿਆ ਵੀ ਆਉਂਦਾ। ਆਖਦੇ ਹਨ ਇਹ ਗੱਲ ਕਿਤਾਬਾਂ ਵੀ ਆਖੀ ਜਾਂਦੀਆਂ ਵੀ ਪਤਾਲ ਲੱਖ ਹੈ, ਆਕਾਸ਼ ਲੱਖ ਹੈ, ਤੇ ਸ੍ਰਿਸ਼ਟੀ ਬਹੁਤ ਵੱਡੀ ਹੈ। ਉਹਦੇ ਨਾਲ ਕੋਈ ਮੁਕਤੀ ਦਾ ਸਾਧਨ ਤਾਂ ਮੈਨੂੰ ਨਹੀਂ ਲੱਗਦਾ ਬਣ ਰਿਹਾ। ਔਰ ਉਹ ਇੱਕ ਧਾਤ ਦੇ ਬਣੇ ਹੋਏ ਆ, ਕਹਿਣ ਦਾ ਭਾਵ ਉਹ ਧਾਤ ਮੈਟਰ ਹੈ। ਹਰੇਕ ਸ੍ਰਿਸ਼ਟੀ ਤੋਂ ਪਹਿਲਾਂ ਤਾਂ ਮੈਟਰ ਆਇਆ ਨਾ ਜੀ, ਮੈਟਰ ਤੋਂ ਬਾਅਦ ਚੇਤਨ ਆਇਆ। ਉਹਦੀ ਉਹ ਗੱਲ ਕਰਦੇ ਜੋ ਵਿਜ਼ੀਬਲ ਹੈਗਾ। ਐ ਮੈਨੂੰ ਲੱਗਦਾ ਵੀ ਉਹ ਇਸੇ ਗੱਲ ਨੂੰ ਕੰਟੈਕਸਟ ਦੀ ਗੱਲ ਚੱਲ ਰਹੀ ਹੈ। ਹੁਣ ਤੁਸੀਂ ਦੱਸੋ। ਏਦਾਂ ਵੀ ਠੀਕ ਹੋ ਜੀ। ਹਾਂ ਬਾਈ ਨੂੰ ਹੋਰ ਡਿਸਕਸ ਕਰ ਲਾਂਗੇ। ਤੁਸੀਂ ਪਹਿਲਾਂ ਮੈਟਰ ਕਿਉਂ ਮੰਨਦੇ ਹੋ? ਕਿਹਨੂੰ ਮੈਟਰ ਮੰਨਦੇ? ਪਹਿਲਾਂ ਤਾਂ ਇੱਕ ਨੂਰ ਤੋਂ ਸਭ ਜਗ ਉਪਜਿਆ ਨਾ, ਪਹਿਲਾਂ ਤਾਂ ਚੇਤਨ ਹੀ ਆਇਆ ਨਾ। ਚੇਤਨ ਕਿਵੇਂ ਆ ਗਿਆ ਜੀ? ਪਹਿਲਾਂ ਜੱਗ 'ਚ ਚੇਤਨ ਨਹੀਂ ਆਇਆ, ਜੱਗ ਚੇਤਨ ਦਾ ਰਚਿਆ ਹੋਇਆ ਜ਼ਰੂਰ। ਅਵਲ ਅੱਲੇ ਨੂਰ ਪਾਇਆ ਨਹੀਂ, ਸਾਚੇ ਤੋਂ ਪਵਨਾ ਪਿਆ ਨਾ, ਉਹ ਉਧਰ ਨੂੰ ਚਲੋ। ਪਵਨ ਤੇ ਚਲੋ ਜਲ ਤੇ ਤ੍ਰਿਭਵਨ ਸਾਜਿਆ, ਜਦ ਤਾਈਂ ਜਲ ਨਹੀਂ ਸੀ ਤੀਆ ਭਵਨ ਆਪਾਂ ਜੋਤ ਆ ਹੀ ਨਹੀਂ ਸੀ ਸਕਦੀ। ਅਵਲ ਅੱਲੇ ਵਾਲੀ ਕੰਸੈਪਟ ਹੋਰ ਹੈ, ਉਹ ਤਾਂ ਠੀਕ ਹੈ। ਜਦੋਂ ਤ੍ਰੀਏ ਭਵਨ 'ਚ ਜੋਤ ਆਈ ਹੈ ਨਾ, ਜੋਤ ਦੇ ਵਿੱਚ ਉਹ ਦੋ ਸੀਗੇ। ਉਹ ਅੱਜ ਵੀ ਆਪਾਂ 10ਵੇਂ ਪਾਤਸ਼ਾਹ ਨੇ ਵੀ ਉਹ ਗੱਲ ਕਲੀਅਰ ਕੀਤੀ ਹੋਈ ਹੈ। ਅੱਜ ਆਊਗੀ ਆਪਾਂ ਨੂੰ 82 ਨੰਬਰ ਜਿਹੜਾ ਉਹਨਾਂ ਦਾ ਬੰਦ ਹੈ ਨਾ, ਕਿਉਂਕਿ ਉਹ ਇਹਦੇ ਨਾਲ ਹੀ ਜੁੜਦਾ। ਹੂ ਬਹੂ ਆਹ ਚੀਜ਼ ਹੈ ਉਹਨਾਂ ਨੇ ਲਿਖੀ ਹੋਈ 81 ਔਰ 82 'ਚ। ਪਰ ਇੱਕ ਪੰਚ ਧਾਤ ਹੈ, ਇੱਕ ਪੰਚ ਧਾਤੂ ਲਿਖਿਆ। ਵੈਸੇ ਹੁਣ ਪੰਚ ਧਾਤ ਦੀ ਗੱਲ ਲੁਕੀ ਹੋਈ ਹੈ, ਇੱਕ ਧਾਤ ਦੀ ਚੱਲੀ ਜਾਂਦੀ ਹੈ। ਪੰਚ ਧਾਤ ਦੀ ਗੱਲ ਆਪਾਂ 3 ਕੁ ਸ਼ਬਦ ਹੈ, ਪੰਚ ਧਾਤ ਤੇ ਆ ਜਾਣਗੇ। ਉਹ ਪੰਜ ਧਾਤ ਕਰ ਦਿੰਦੇ ਆ, ਉਹ 5 ਕਰਕੇ ਉਹ ਕਨਸੈਪਟ ਫਿਰ ਗਾਇਬ ਹੋ ਜਾਂਦਾ ਵਿੱਚੋਂ। ਨਹੀਂ, ਪਰ ਉੱਥੇ ਕਹਿੰਦੇ ਨੇ ਵੀ ਮਨ ਮਾਰੀਏ ਤਾਤ ਮਰ ਜਾਏ। ਉਹ ਧਾਤ ਧਾਵਣ ਦੀ ਸੈਂਸ ਹੈ ਨਾ। ਇੱਕ ਧਾਤ ਵਰਬ ਹੈ, ਇੱਕ ਧਾਤ ਨਾਉਨ ਹੈ। ਉਹ ਵੀ ਆਪਾਂ ਨੂੰ ਉੱਥੇ ਧਾਵਣਾ ਹੈ ਵੀ ਜਦੋਂ ਜੇ ਮਨ ਮਰ ਗਿਆ, ਮਨ ਤਾਂ ਧੋਂਦਾ ਸੀ, ਉਹਦਾ ਧਾਵਣਾ ਮਰ ਗਿਆ। ਧਾਵਤ ਉੱਥੇ ਵਵਾ ਉੱਥੇ ਵੀ ਮਿਸਿੰਗ ਹੈ। ਮਨ ਮਾਰੇ ਧਾਵਤ ਮਰ ਜਾਏ, ਉਸकी ਜੋ ਹੈ ਨਾ ਉਹਦੀ ਜਿਹੜੀ ਆਫ ਗੋਇੰਗ ਆਊਟਸਾਈਡ ਹੈ, ਜਿਹੜੀ ਧਾਣ ਦੀ ਜਿਹੜੀ ਉਹਦੀ ਇੱਛਾ ਹੈ, ਜਿਹੜੀ ਭੱਜਣ ਦੀ। ਹਾਂਜੀ, ਉਹ ਭੱਜਣ ਦੀ ਸੈਂਸ ਲੱਗਦਾ ਉੱਥੇ। ਇੱਥੇ ਜਿਹੜਾ ਇੱਕ ਧਾਤ ਔਂਕੜ ਵੀ ਲਾਇਆ ਹੋਇਆ ਕਿ ਵਨ ਐਂਡ ਓਨਲੀ ਉਹ ਮੈਟਰ ਹੀ ਹੈ। ਮੈਟਰ ਦੀ ਉਹ ਖੋਜ ਨਹੀਂ ਹਟਦੀ। ਮੈਟਰ ਤੋਂ ਬ੍ਰਹਮ ਤੱਕ ਤਾਂ ਜਾਂਦੇ ਨਹੀਂ ਹੈ। ਧਾਤੂ ਵੀ ਹੈ। ਧਾਤੂ ਤਾਂ ਵੈਸੇ ਧਾਤੂ ਮੈਟਰ ਨੂੰ ਹੀ ਕਹਿੰਦੇ ਨੇ। ਨਹੀਂ, ਪੰਚ ਲੱਗ ਗਿਆ ਨਾ ਮੂਰੇ। ਹਾਂ, ਉਹ ਪੰਜ ਤੱਤ ਵੀ ਆਉਂਦਾ। ਪੰਜ ਧਾਤੂ ਹੈ, ਮੇਰੇ ਤੋਂ ਲਿਖ ਨਹੀਂ ਹੋਇਆ, ਮੈਨੂੰ ਲੱਗਦਾ ਧਾ ਤੇ ਲਿਖ ਹੋ ਗਿਆ। ਇਹ ਆਪਣੇ ਕੋਲ ਸ਼ਬਦ ਹੈਗਾ ਅੱਗੇ, ਇਹਦੇ ਚ ਆ ਜਾਏਗਾ, ਇਹ ਕਲੀਅਰ ਹੋ ਜਾਏਗਾ ਆਪਾਂ ਨੂੰ। ਸੋ ਇਹਦਾ ਹੁਣ ਆਪਾਂ ਜੇ ਇਹਦਾ ਥੋੜਾ ਹੋਰ ਖੁਲਾਸਾ ਕਰੀਏ ਗੱਲਾਂ ਦਾ, ਇਹਦੇ ਵਿੱਚ ਆਪਾਂ ਨੂੰ ਆਈਡੀਆ ਕੁਝ ਹੋਰ ਵੀ ਮਿਲੇਗਾ ਵੀ ਉਹ ਗੱਲ ਹੈ ਕੀ। ਹੁਣ ਏਕੋਕਵਾਓ ਦਾ ਬੜਾ ਸਿੰਪਲ ਹੈ ਕਿ ਵਾਈ ਦੇयर इज ਸੋ ਮਚ ਆਫ ਹਾਈਡਰੋਜਨ ਐਂਡ ਹੀਲੀਅਮ ਇਨ ਦਾ ਯੂਨੀਵਰਸ। ਇਹ ਦੋ ਸਭ ਤੋਂ ਜ਼ਿਆਦਾ ਹੈ। ਸਨ ਦਾ ਤੁਸੀਂ ਸਪੈਕਟਰਮ ਪੜ੍ਹੋ, ਅਸੀਂ ਦਾ ਸਪੈਕਟਰਮ ਦੇਖਿਆ ਹੋਇਆ, ਉਹਦੇ ਚ ਦੋ ਐਲੀਮੈਂਟਸ ਦਿਖਦੇ ਆ। ਕਿਸੇ ਸਟਾਰ ਦਾ ਸਪੈਕਟਰਮ ਤੁਸੀਂ ਕਰਨਾ ਸਟੱਡੀ, ਕਿਉਂਕਿ ਸਪੈਕਟਰਮ ਉਹਦਾ ਫਿੰਗਰਪ੍ਰਿੰਟ ਹੁੰਦਾ ਹੈ ਨਾ, ਉਹਦੇ ਚ ਤੁਹਾਨੂੰ ਵੇਵਲੈਂਥਸ ਮਿਲਦੀਆਂ। ਜਦੋਂ ਤੁਸੀਂ ਉਹਨੂੰ ਸਪੈਕਟਰੋਮੀਟਰ ਦੇ ਥਰੂ ਪਾਉਂਦੇ ਆ ਨਾ, ਉਹ ਤੁਹਾਨੂੰ ਉਹਦੀ ਕੰਪੋਜੀਸ਼ਨ ਪਤਾ ਲੱਗ ਜਾਂਦੀ ਹੈ। ਜਿਹੜਾ ਸਨ ਦਾ ਸਪੈਕਟਰਮ ਹੈ ਉਹ ਹਾਈਡਰੋਜਨ ਔਰ ਹੀਲੀਅਮ ਇਹ ਦੱਸਦਾ। ਹਾਈਡਰੋਜਨ ਘਟ ਰਹੀ ਹੈ, ਹੀਲੀਅਮ ਵੱਧ ਰਹੀ ਹੈ। ਔਰ ਐਂਡ ਪ੍ਰੋਡਕਟ ਉਹਦਾ ਪਤਾ ਕੀ ਹੋਏਗਾ? ਇੱਕ ਦਿਨ ਕਿੱਥੇ ਜਾ ਕੇ ਸਟਾਪ ਹੋਏਗੀ ਗੱਲ। ਮੈਂ ਪਰਸੋਂ ਗਿਆ ਸੀ, ਫਿਜ਼ਿਕਸ ਦੇ ਟੀਚਰ ਨਾਲ ਗੱਲ ਹੋਈ ਸੀ। ਇਟ ਵਿਲ ਸਟਾਪ ਐਟ ਆਇਰਨ। ਬਦਲਦਾ 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 ਜਦੋਂ ਰਿਐਕਸ਼ਨ ਹੋਣਗੇ ਆਇਰਨ ਤੇ ਰੁਕ ਜਾਏਗੀ ਗੱਲ ਜਾ ਕੇ,
ਕਿਉਂਕਿ ਧਰਤੀ ਦੀ ਕੋਰ ਆਇਰਨ ਦੀ ਬਣੀ ਹੋਈ ਹੈ। ਠੀਕ ਹੈ ਨਾ ਜੀ, ਜਿਹੜੀ ਅਰਥ ਦੀ ਕੋਰ ਹੈ ਨਾ, ਉਹ ਚ ਆਇਰਨ ਔਰ ਨਿਕਲ ਹੈ। ਉਹ ਜਦੋਂ ਤੁਸੀਂ ਇਹਨੂੰ ਸੁਪਰਨੋਵਾ ਦੀ ਸਟੇਟ ਤੇ ਜਾਂਦੀ ਹੈ ਨਾ, ਇਹ ਤਾਂ ਮਤਲਬ ਰਿਸਰਚ ਰਿਪੋਰਟਡ ਹੈ, ਪਰ ਆਪਾਂ ਇਹ ਕਹਿਣਾ ਵੀ ਉਹ ਹਾਈਡਰੋਜਨ ਸਭ ਤੋਂ ਵੱਧ ਕਿਉਂ ਹੈ। ਉਹਦਾ ਰੀਜ਼ਨ ਦਿੱਤਾ ਉਹਨਾਂ ਨੇ, ਹਾਈਡਰੋਜਨ ਐਟਮਸ ਆਰ ਜਸਟ ਪ੍ਰੋਟੋਨਸ। ਆਪਾਂ ਨੂੰ ਪਤਾ ਪ੍ਰੋਟੋਨ ਔਰ ਇੱਕ ਇਲੈਕਟ੍ਰੋਨ ਹੁੰਦਾ ਉਹਦੇ ਚ। ਪ੍ਰੋਟੋਨਸ ਆਰ ਦਾ ਓਨਲੀ ਸਟੇਬਲ ਕੰਪੋਜੀਸ਼ਨ ਪਾਰਟੀਕਲ that can be formed from quarks। ਇਹ ਕੁਆਰਕਸ ਤੋਂ ਬਣਦੇ ਆ। ਇਹ ਵੀ ਗੱਲਾਂ ਕੀ ਕਹਿੰਦੇ ਆ ਰਿਪੋਰਟਡ ਹੈ। ਇਹ ਤਾਂ ਮਾਇਆ ਦੀ ਗੱਲ ਹੈ ਨਾ। ਇਹ ਜਿਹੜਾ ਏਕੋਕ ਵਾਓ ਹੈ ਤਾਂ ਗੁਰੂ ਨਾਨਕ ਜੀ ਨੇ ਮਾਇਆ ਤੋਂ ਸ਼ੁਰੂ ਕੀਤੀ ਨਾ ਗੱਲ, ਵੀ ਹਵਾ ਤੋਂ ਪਾਣੀ ਬਣਦਾ, ਤਿਸਤੇ ਹੋਏ ਲੱਖ ਦਰਿਆਓ। ਔਰ ਸਭ ਤੋਂ ਪਹਿਲਾਂ ਹਾਈਡਰੋਜਨ ਬਣੀ ਸੀ। ਹਾਈਡਰੋਜਨ ਹੁਣ ਵੀ ਅਬੰਡੈਂਸ ਚ ਹੀ ਹੈ। ਹਾਈਡਰੋਜਨ ਤੋਂ ਹੀ ਸਾਰੀ ਰਿਸਰਚ ਹੈ। ਹਾਈਡਰੋਜਨ ਤੋਂ ਆਇਰਨ ਤੱਕ ਦੇ ਐਲੀਮੈਂਟ ਬਣ ਜਾਂਦੇ ਆ ਜਦੋਂ ਸਟਾਰ ਨੇ ਡਿਸਇੰਟੀਗ੍ਰੇਟ ਹੋਣਾ। ਜੇ ਕੱਲ ਨੂੰ ਸਾਡਾ ਸੂਰਜ ਡਿਸਇੰਟੀਗ੍ਰੇਟ ਹੋ ਜਾਵੇ, ਗਾਇਬ ਨਾ ਹੋਵੇ, ਇਹਦੇ ਚ ਹਾਈਡਰੋਜਨ ਮੁੱਕ ਜਾਵੇ, ਹੀਲੀਅਮ ਤੋਂ ਗਾਹਾਂ ਪ੍ਰੋਡਕਟ ਬਣਦੇ ਇਹ ਆਇਰਨ ਤੇ ਜਾ ਕੇ ਠੱਪ ਹੋ ਜਾਏਗਾ, ਉਹ ਤੋਂ ਗਾਹਾਂ ਨਹੀਂ ਜਾ ਸਕਦਾ। ਔਰ ਇਹੀ ਸਭ ਤੋਂ ਅਬੰਡੈਂਟ ਔਰ ਹੈਵੀਐਸਟ ਮੈਟਲ ਹੈਗਾ। ਧਰਤੀ ਸਭ ਤੋਂ ਜ਼ਿਆਦਾ ਅਬੰਡੈਂਸ ਆਇਰਨ ਦੀ ਹੈ। ਤੁਸੀਂ ਸ਼ੁਰੂ ਹਾਈਡਰੋਜਨ ਤੋਂ ਹੋਇਆ ਸੀ। ਇਹ ਮਤਲਬ ਇਹ ਗੱਲਾਂ ਆਪਾਂ ਕਰ ਰਹੇ ਹਾਂ ਰਿਲੇਟ ਕਿ ਇੱਕ ਧਾਤ ਕੀ ਹੈ। ਉਹ ਬੇਸਿਕਲੀ ਤਾਂ ਉਹ ਮਾਇਆ ਹੈ। ਮਾਇਆ ਵਿੱਚ ਮੈਟਰ ਹੈ। ਮੈਟਰ ਦੀ ਬੇਸਿਕ ਕੰਪੋਜੀਸ਼ਨ ਜੋ ਹੈ ਉਹ ਹਾਈਡਰੋਜਨ ਹੈ। ਜਿਹੜੇ 105 ਐਲੀਮੈਂਟ ਆਪਾਂ ਪੜ੍ਹਦੇ ਹਾਂ, ਕਿਉਂਕਿ ਮੇਰਾ ਤਾਂ ਸਬਜੈਕਟ ਹੈ, ਸਾਰੇ ਹਾਈਡਰੋਜਨ ਤੋਂ ਹੀ ਬਣੇ ਆ। ਬਸ ਇੱਥੇ ਤੱਕ ਲੱਗਦਾ ਵੀ ਉਹ ਸਾਨੂੰ ਦੱਸ ਰਹੇ ਆ, ਪਰ ਮਾਇਆ ਦੀ ਗੱਲ ਹੈ। ਇਹਦੇ ਨਾਲ ਉਹ ਅੱਗੇ ਗੱਲ ਨੂੰ ਤੋਰਦੇ ਆ ਵੀ ਇਹ ਸਾਚੇ ਦੇ ਪਵਨਾ ਪਿਆ, ਪਵਨੇ ਤੇ ਜਲ ਹੋਈ। ਹੁਣ ਏਅਰ ਅਸੀਂ ਤਾਂ ਇੱਕੇ ਸਮਝਦੇ ਹਾਂ। ਸਾਡੇ ਕੋਲ ਤਾਂ ਅਬਾਊਟ 10 ਗੈਸਿਸ ਹੈ ਕਿ ਨਹੀਂ ਸੁਰਜੀਤ ਸਿੰਘ ਪੀਰੀਓਡਿਕ ਟੇਬਲ ਚ? ਸਾਰੀਆਂ ਨੋਬਲ ਗੈਸਿਸ ਹੋ ਗਈਆਂ। ਫਿਰ ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਫਲੋਰੀਨ, ਕਲੋਰੀਨ, ਇਹ ਕਲੋਰੀਨ ਤੱਕ ਗੈਸਾਂ ਅਬਾਊਟ 10 ਗੈਸਿਸ ਤਾਂ ਹੈ ਹੀ। ਉਹ ਸਭ ਨੂੰ ਏਅਰ ਕਹਿਣਾ ਸੌਖਾ ਹੈ। ਹਵਾ ਔਰ ਏਅਰ ਚ ਅਸੀਂ ਔਰ ਆਕਸੀਜਨ ਚ ਕੋਈ ਸਾਡਾ ਡਿਸਟਿੰਕਸ਼ਨ ਨਹੀਂ ਹੈ ਗੁਰਬਾਣੀ ਚ, ਹੈਗਾ? ਹਾਂਜੀ ਦੱਸੋ। ਏਅਰ ਮੀਨਸ ਕਿ ਜਿੰਨੀਆਂ ਗੈਸਿਸ ਅਵੇਲੇਬਲ ਹੈ ਹੁਣ। ਏਅਰ ਮੀਨਸ ਜਨਰਲੀ ਪ੍ਰਾਣ ਵਾਯੂ ਜਿਹਨੂੰ ਕਹਿੰਦੇ ਉਹ ਆਕਸੀਜਨ ਹੈ। ਤਾਂ ਉਹ ਆਪਾਂ ਮੰਨ ਲਈਏ ਵੀ ਪ੍ਰਾਣ ਵਾਯੂ ਇਜ਼ ਐਨ ਇੰਡੀਕੇਸ਼ਨ ਆਫ ਆਕਸੀਜਨ। ਤੇ ਉਹ ਤੇ ਨਾਈਟ੍ਰੋਜਨ ਦੀ ਅਬੰਡੈਂਸ ਹੈ ਏਅਰ ਚ, ਤਾਂ ਕਾਰਬਨ ਡਾਈਆਕਸਾਈਡ ਵੀ ਵੱਧ ਰਹੀ ਹੈ। ਪਰ ਉਹ ਅਲਟੀਮੇਟਲੀ ਇੱਕ ਤੋਂ ਹੀ ਚੱਲੀਆਂ ਹੋਈਆਂ। ਤੇ ਉਹ ਆਪਾਂ ਕਨਸੈਪਟ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਗੱਲਾਂ ਦੀ ਥੋੜੀ ਬਰੀਫ ਜੀ ਇੰਟਰੋਡਕਸ਼ਨ ਆਪਾਂ ਨੂੰ ਦਿੱਤੀ ਹੋਈ ਹੈ, ਪਰ ਉਹ ਵੀ ਬਹੁਤ ਗੱਲਾਂ ਸਾਡੀਆਂ ਜੀ ਪਕੜ ਤੋਂ ਬਾਹਰ ਹੀ ਹੈ। ਤੇ ਇਹ ਤੋਂ ਜੋ ਨੈਕਸਟ ਹੈਗਾ ਸੀ ਕਨਸੈਪਟ, ਹੁਣ ਆਪਣਾ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ ਨਾ, ਇਹ ਆਪਾਂ ਸੁਣਿਆ ਹੋਇਆ ਸਭ ਨੇ, ਨਾ ਪਾਕ ਪਾਕ ਕਰੀ ਹਦੂਰ ਹਦੀਸਾਂ, ਸਾਬਤ ਸੂਰਤ ਦਸਤਾਰ ਸਿਰਾ। ਹੁਣ ਹਦੀਸਾ ਸ਼ਬਦ ਜਿਹੜਾ ਹੈਗਾ, ਹਦੀਸਾਂ ਹੋਏਗਾ ਸ਼ਾਇਦ ਪਲੂਰਲ ਹੈ, ਕਿਉਂਕਿ ਜੇ ਇੱਕ ਗੁਰ ਕੀ ਸਿੱਖ ਸੁਣੀ ਉਹ ਹੈ। ਸਿੱਖ ਜਿਹੜੀ ਹੈਗੀ ਹੈ ਉਹਨੂੰ ਕੀਤਾ ਹੋਇਆ ਹਦੀਸਾ, ਵੀ ਹਦੀਸ ਸਮਝ ਕੇ। ਔਰ ਹਦੀਸ ਜੋ ਹੈ ਕੁਰਾਨ ਨਾਲੋਂ ਜ਼ਿਆਦਾ ਪੋਪੂਲਰ ਹੈ। ਕੁਰਾਨ ਦੀ ਨੌਲੇਜ ਨਹੀਂ ਹੈ ਜਿੰਨੀ ਲੋਕਾਂ ਨੂੰ ਹਦੀਸ ਦੀ, ਕਿਉਂਕਿ ਉਹ ਹਲਕੀਆਂ ਫੁਲਕੀਆਂ ਗੱਲਾਂ ਆ ਦੱਸਿਆ ਹੋਇਆ। ਹਦੀਥ ਸ਼ਬਦ ਹੈ ਉਹਨਾਂ ਦਾ, ਗੱਲਬਾਤ ਜਾਂ ਪ੍ਰਵਚਨ। So literally means tradition in Islam refer to what Muslims believe to be a record of the words, action and the silent approval of the Islamic Prophet Muhammad. Hadith is called the backbone. ਉਸ ਤਾਂ ਹੀ ਗੁਰੂ ਨਾਨਕ ਜੀ ਨੇ ਆਸਾ ਕੀ ਵਾਰ ਚ ਇਸ ਗੱਲ ਦੀ ਆਪਾਂ ਨੂੰ ਇਸ਼ਾਰਾ ਕੀਤਾ ਕਿ ਤੁਸੀਂ ਕੁਰਾਨ ਛੱਡੀ ਹੋਈ ਹੈ। ਮੁਸਲਮਾਨ ਸਿਫਤ ਸ਼ਰੀਅਤ, ਉਹ ਸ਼ਰੀਅਤ ਚ ਜ਼ਿਆਦਾ ਬੜਿਆ। ਸ਼ਰੀਅਤ ਸਾਰੀ ਹਦੀਸਾਂ ਚੋਂ ਲਿਖੀ ਹੋਈ ਹੈ, ਉਹਦੇ ਨਾਲ ਧਰਮ ਚਲਾਇਆ ਉਹਨਾਂ ਨੇ ਆਪਣਾ। ਕੁਰਾਨ ਤੋਂ ਪਿੱਛੇ ਹੋ ਕੇ ਹਦੀਸਾਂ ਦੇ ਧਰਮ ਖੜਾ ਉਹਨਾਂ ਦਾ, ਆਪਾਂ ਨੂੰ ਗੱਲ ਪਤਾ। ਇਹ ਗੱਲ ਦਾ ਇਸ਼ਾਰਾ ਆਪਾਂ ਨੂੰ ਪੰਚਮ ਪਾਤਸ਼ਾਹ ਨੇ ਵੀ ਦਿੱਤਾ ਵੀ ਹਦੀਸ ਪੜ੍ਹ ਕੇ ਤਾਂ ਤੂੰ ਉਹਨੂੰ ਆਪਣੇ ਹਦੂਰ ਸਮਝ। ਜੇ ਤੂੰ ਉਹਨੂੰ ਹਦੂਰ ਸਮਝ ਲਿਆ, ਜਿਵੇਂ ਆਪਾਂ ਕਹਿੰਦੇ ਸੀ ਹੁਣੇ
ਕੀ ਹੈਗਾ ਸੀ, ਖਿੜਕੀ ਉੱਪਰ ਕੀ ਆਲਾ, ਆਲਾ, ਆਲੇ ਉੱਪਰ ਥਾਤੀ। ਉਹ ਜਿਹੜਾ ਆਲਾ ਹੈਗਾ ਉਹਨੂੰ ਹਦੂਰ ਸਮਝ, ਫੇਰ ਸਾਬਤ ਸੂਰਤ ਹੋ ਕੇ ਫੇਰ ਬਖਸ਼ਿਸ਼ ਹੁੰਦੀ ਹੈ। ਇਹ ਗੁਰਮਤ ਦਾ ਨੇਮ ਹੈ। ਹਦੀਸ ਪੜ੍ਹ ਕੇ ਸਿੱਖਿਆ ਲੈ ਕੇ, ਜਿਵੇਂ ਆਪਾਂ ਸੁਣਿਆ ਮੰਨਿਆ ਮਤ ਕੀਤਾ ਭਾਉ ਹੈ, ਤਾਂ ਹਦੂਰ ਸਮਝੇਗਾ। ਸਤਿਗੁਰ ਗੁਰ ਮੇਰੀ ਸੰਗ ਸਦਾ ਹੈ ਨਾਲੀ। ਉਹਨਾਂ ਨੂੰ ਵੀ ਇਹ ਗੱਲ ਕਹੀ ਹੈ ਵੀ ਸਿੱਖਿਆ ਜਿਹੜੀ ਹੈਗੀ ਹੈ, ਚਾਹੇ ਹਦੀਸ ਚੋਂ ਹੀ ਲਓ, ਪਰ ਉਹਨੂੰ ਆਪਣੇ ਨੇੜੇ ਤੇ ਸਮਝੋ। ਤਾਂ ਹਦੀਸ ਦਾ ਮਤਲਬ ਇੱਥੇ ਮੀਨਿੰਗ ਆਇਆ ਹੋਇਆ ਆਪਾਂ ਨੂੰ, ਕਿ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਵੀ ਜਿਹੜੀ ਕੁਰਾਨ ਦੀ ਗੱਲ ਹੋਈ ਹੈ, ਕਿਤਾਬ ਦੀ ਗੱਲ ਹੋਈ ਹੈ, ਸਾਡੇ ਟੀਕਾਕਾਰ ਜਿਹੜੇ ਆ ਉਹਨੂੰ 4 ਬੁੱਕਸ ਕਹਿਣ ਲੱਗ ਗਏ ਆ। ਮੈਨੂੰ ਨਹੀਂ ਲੱਗਦਾ 4 ਬੁੱਕ ਹੈ। ਕਬੀਰ ਜੀ ਨੇ ਦੱਸਿਆ ਇੱਥੇ, ਉਸੇ ਹੀ ਕਨਸੈਪਟ ਨੂੰ ਉਹਨਾਂ ਨੇ। ਇੱਕ ਤਾਂ ਮੈਨੂੰ ਇਹ 'ਚ ਹੋਰ ਆਂਸਰ ਇਹ ਲੱਭਿਆ ਆ ਵੀ ਜੇ ਆਪਾਂ ਨੂੰ ਕੋਈ ਕਹੇ ਵੀ ਜੀ ਤੁਸੀਂ ਪਹਿਲਾਂ ਗੁਰੂ ਨਾਨਕ ਜੀ ਹਿੰਦੂ ਸੀ, ਉਹ ਐਂ ਕਹਿੰਦੇ ਆ, ਤਾਂ ਕਬੀਰ ਜੀ ਨੇ ਉਹਨਾਂ ਤੋਂ ਪਹਿਲਾਂ ਸਵਾਲ ਪੁੱਛ ਲਿਆ ਵੀ ਹਿੰਦੂ ਤੁਰਕ ਕਹਾਂ ਤੇ ਆਏ। ਜੇ ਹਿੰਦੂ ਸੀ, ਹਿੰਦੂ ਕਿੱਥੋਂ ਆਏ ਸੀ? ਇਹ ਸਵਾਲ ਆਨਸਰ ਅਸਲ ਨੂੰ ਲੋੜ ਹੀ ਨਹੀਂ ਹੈ ਉਹ ਕਰਨਾ। ਕਿਹਨੇ ਰਾਹ ਚਲਾਈ? ਉਹਨਾਂ ਤਾਂ ਕੁਐਸਚਨ ਐਡਾ ਵੱਡਾ ਖੜਾ ਕਰਤਾ ਵੀ ਤੁਸੀਂ ਦੋਹੇ ਹੀ ਰੀਜਨਸ ਹੋ, ਰਿਲੀਜਨਸ ਨਹੀਂ ਹੋ। ਹਿੰਦੂ is a region across Indus and Turk is a region on the other side. ਉਹ ਤੁਸੀਂ ਆਪਣੇ ਆਪ ਨਾਲ ਇਜ਼ਮ ਲਾ ਕੇ ਬਹਿ ਗਏ ਹੋ। ਇਹ ਗੱਲ ਦਾ ਸਵਾਲ ਮੈਨੂੰ ਲੱਗਦਾ ਪੁੱਛਿਆ ਜਾ ਰਿਹਾ। ਦਿਲ ਮੈਂ ਸੋਚ ਆਪਾਂ ਕੀਤਾ ਹੈ ਸਭ ਕਵਾਦੇ ਪਿਸ਼ਤ ਦੋਜਕ ਇਨ ਪਾਈ। ਇਹੀ ਸਭ ਤੋਂ ਵੱਡਾ ਸਵਾਲ ਸੀ ਵੀ ਪਿਸ਼ਤ ਦੋਜਕ ਜੇ ਨਹੀਂ, ਦੋਜਕ ਤੋਂ ਬਾਅਦ ਕਿੱਥੇ ਜਾਊਗਾ? ਕਿਹੜੇ ਖੰਡ ਹੈ? ਦੋਜਕ ਕਿਹੜਾ ਖੰਡ ਹੈ, ਕਿਹੜਾ ਲੋਕ ਹੈ? ਪਿਸ਼ਤ ਕਿਹੜਾ ਖੰਡ ਹੈ, ਕਿਹੜਾ ਲੋਕ ਹੈ? ਫਿਰ ਉਸ ਤੋਂ ਬਾਅਦ ਕੀ ਹੋਣਾ? ਕਿਆ 3 ਲੋਕਾਂ 'ਚ ਫਿਰਦੀ ਰਹੇਗੀ ਕਿ 3 ਲੋਕ ਡਿਫਾਈਨਡ ਹੈ? ਚੌਥਾ ਲੋਕ ਕੀ ਹੈ? ਇਹ ਸਾਰੀਆਂ ਗੱਲਾਂ ਵਿੱਚ ਆ ਜਾਂਦੀਆਂ। ਕਾਜੀ ਤਾਂ ਕਵਣ ਕਿਤਾਬ ਬਖਾਨੀ। ਇੱਥੇ ਵੀ ਪੁੱਛ ਰਹੇ ਵੀ ਕਿਹੜੀ ਕਿਤਾਬ ਚੋਂ, ਬਿਕੋਜ਼ ਯੂ ਹੈਵ ਥਾਊਜ਼ੈਂਡਸ ਆਫ ਦੈਮ, ਤੂੰ ਕਿਹੜੀ ਕਿਤਾਬ ਚੋਂ ਇਹ ਸਿੱਖਿਆ ਲੋਕਾਂ ਨੂੰ ਦਿੱਤੀ ਹੈ? ਆ ਗਿਆ ਨਾ ਅਟੈਕ 'ਚ ਵੀ ਹਦੀਸ ਚੋਂ ਬਣੀ ਹੈ। ਔਰ ਹਦੀਸਾਂ ਕਿੰਨੀਆਂ ਉਹ ਆਪਾਂ ਹੁਣੇ ਦੇਖ ਲੈਂਦੇ ਹਾਂ। ਪੜ੍ਹਤ ਗੁਣ ਐਸੇ ਸਭ ਮਾਰੇ ਕਿਹਨੂੰ ਖਬਰ ਨਾ ਜਾਣੀ। ਜਿਹੜਾ ਹਦੂਰ ਰਹਿਣਾ ਸੀ ਉਹਦੀ ਉਹ ਖਬਰ ਨਹੀਂ ਪਤਾ ਲੱਗੀ ਵੀ ਇਹ ਹਦੂਰ ਰਹਿਣਾ ਕਿਹਦੇ ਹੈ। ਸੋ ਕਵਣ ਦਾ ਅਰਥ ਕਿਹੜੀ ਹੈ, ਵਿਚ ਵਨ, ਬਿਕਾਜ਼ ਦੇ ਆਰ ਥਾਊਜ਼ੈਂਡਸ ਆਫ ਦੈਮ। ਕਿਤਾਬਾਂ ਇਸੇ ਫੇਥ ਵਿੱਚ ਗਿਣਤੀ ਲੈਸ ਹੈ। ਆਹ ਦੇਖ ਲਓ ਇੱਥੇ। The following is a list of hadith collection which are sources that contain sayings, act and tactic approval, validity or invalidity ascribed to the Islamic prophet Muhammad and collected by muhadiths. ਉਹ ਬੰਦਿਆਂ ਦਾ ਨਾਂ ਰੱਖਿਆ ਹੋਇਆ ਮੁਹਾਦਿਥ, ਉਹ ਲਿਆਉਂਦੇ ਨੇ। ਮੈਨੂੰ ਆਪਣੀ ਪਹਿਲੀ ਵਾਰ ਪਤਾ ਲੱਗਿਆ ਵੀ 3 ਤਾਂ ਮੇਨ ਹੈ। ਇੱਕ ਸੁੰਨੀਆਂ ਦੀਆਂ ਹਦੀਸਾਂ, ਇੱਕ ਸ਼ੀਆ ਦੀਆਂ ਹਦੀਸਾਂ, ਇੱਕ ਕੋਈ ਇਬਾਦੀ ਹੈ। ਇਹ 3 ਤਾਂ ਮੇਨ ਹੈ। ਹੋਰ ਜਿਹੜੇ ਛੋਟੇ ਮੋਟੇ ਆ ਜਿਵੇਂ ਆਪਣੇ ਚ ਜੀ ਉੱਪਰੋਂ ਸ਼ੁਰੂ ਹੋ ਗਏ, ਉਹ ਫਲਾਣਾ ਹੈਗੀ ਸੰਪਰਦਾ, ਫਲਾਣੀ ਹੈ, ਫਲਾਣੀ ਹੈ, ਫਲਾਣੀ ਹੈ, ਨਿਊਮਰਸ ਹੋਣਗੀਆਂ। ਔਰ ਹਰੇਕ ਦੀਆਂ ਦੇਖ ਲਓ, ਇੱਥੇ ਪੜ੍ਹ ਕੇ ਦੇਖ ਲਓ। ਕੁਤੁਬ ਸੀ ਆ ਜਿਹੜੀ ਇਹ ਕਹੇਗੀ 6 ਕੈਨੋਨਲ ਬੁੱਕਸ ਆਫ ਹਦੀਥ, ਇਹ 6 ਚ ਚੱਲ ਰਹੀਆਂ। ਅਦਰ ਪ੍ਰਾਇਮਰੀ ਮੇਜਰ ਕਲੈਕਸ਼ਨਸ, ਜਿਵੇਂ ਉਹਨਾਂ ਦੇ ਪੁਰਾਣ ਉਪ ਪੁਰਾਣ ਚੱਲਦੇ ਆ, ਇੱਥੇ ਵੀ ਆਹੀ ਕੰਮ ਚੱਲੀ ਜਾਂਦਾ। ਸੋ ਇਟਸ ਅ ਵੈਰੀ ਕਾਮਨ ਫਿਨੋਮੇਨਾ ਇਨ ਆਲ ਫੇਥਸ। ਪਹਿਲਾਂ ਇੱਕ ਫੇਥ ਹੁੰਦਾ, ਫਿਰ ਉਹਦੀਆਂ ਡਿਵੀਜ਼ਨਸ ਹੋ ਜਾਂਦੀਆਂ। ਉਹ ਡਿਵੀਜ਼ਨ ਵਾਲੇ ਸਭ ਆਪਣੀ ਆਪਣੀ ਇੱਕ ਟੀਕਾ ਲਿਖ ਲੈਂਦੇ ਆ। ਸੋ ਆਲ ਦੀਸ ਥਿੰਗਸ ਆਰ ਅ ਪਾਰਟ ਆਫ ਉਸੇ ਹੀ ਪੌੜੀ ਦਾ ਚੱਲ ਰਿਹਾ। ਜਦੋਂ ਕਹਿੰਦੇ ਕਹਿਣ ਕਿਤਾਬਾਂ, ਗਿਣਤੀ ਨਹੀਂ ਦਿੱਤੀ ਹੋਈ। ਇਫ ਵੀ ਸੇ 4, ਫਿਰ ਆਹ ਜਿਹੜੀ ਆਪਾਂ ਲਿਖੀ ਆ ਲਿਸਟ, ਇਹ ਕਿੱਧਰ ਜਾਏਗੀ? ਉਹ 4 ਨਹੀਂ ਹੈ। ਇੱਕ ਫੇਥ ਜਿਹਦੇ ਨਾਲ ਗੱਲ ਹੋ ਰਹੀ ਆ, ਉਹਨਾਂ ਦਾ ਆਹ ਪਤਾ ਹੈ ਉਹਨਾਂ ਨੂੰ ਵੀ ਕੱਦੀਆਂ ਕੇ ਲਿਖੀਆਂ ਹੋਈਆਂ। ਵੀ ਕੈਨ ਗੋ ਮੋਰ ਇਨ ਬਰੀਫ ਜੀ, ਆਪਾਂ ਕਰ ਲੈਂਦੇ। ਆਪਾਂ ਸਿਰਫ ਆਈਡੀਆ ਲੈ ਰਹੇ ਹਾਂ ਵੀ ਇਹਨਾਂ ਦੀ ਗਿਣਤੀ ਕਿੰਨੀ ਕੁ ਹੈ। ਔਰ ਦਿਸ ਇਜ਼ ਵਾਟ already was known to ਭਗਤ। ਠੀਕ ਹੈ ਜੀ। ਹੁਣ ਇਬਾਦੀ ਕੌਣ ਹੈ? ਮੈਨੂੰ ਤਾਂ ਅੱਜ ਪਹਿਲੀ ਵਾਰ ਪਤਾ ਲੱਗਿਆ। ਇਬਾਦੀ ਮੂਵਮੈਂਟ, also known as Ibadis, is a school of Islam. ਇਹ ਸੰਪਰਦਾ ਹੈ dominant in Oman, also exists in Algeria, Tunisia, Libya and East Africa. Modern historians trace their origins to the domination to the moderate current of ਕੋਈ ਖਵਾਰਿਜ ਸੀ movement,
ਤੇ 657 ਦੇ ਚੱਲੇ ਹੋਏ ਆ। ਸੋ ਇਹਨਾਂ ਪਰ ਇਸ਼ਾਰਾ ਕਹਿ ਰਹੇ ਆ ਉਹ। ਹੁਣ ਆ ਹੈਗੀਆਂ ਸ਼ੀਆ ਕਲੈਕਸ਼ਨਸ, ਔਰ ਉਹਨੂੰ ਕਿਤਾਬ ਲਿਖਦੇ ਆ ਬਿਕਾਜ਼ ਉਹਨਾਂ ਦਾ ਵਰਡ ਹੈ ਕਿਤਾਬ ਅਲ ਕਾਫੀ, ਜਿਹੜਾ ਸ਼ਬਦ ਲਿਖਿਆ ਉਹਨਾਂ ਨੇ ਇਹ ਆਪਣਾ ਕੀ ਕਹਿੰਦੇ ਆ ਦਿਸ ਵਨ ਹੇਅਰ, ਇਹ ਕਿਤਾਬ ਲਿਖਦੇ ਆ। ਕਿਤਾਬ ਲਿਖਤਾ ਉਹ ਬੁੱਕ ਦੀ ਗੱਲ, ਪੁਸਤਕ ਇੱਕੇ ਗੱਲ ਹੋ ਜਾਂਦੀ ਹੈ। ਸੋ ਇਹ ਕਿੰਨੀਆਂ ਕਹੇਗੀਆਂ, ਇਹਨਾਂ ਦਾ ਆਈਡੀਆ ਮੈਨੂੰ ਲੱਗਦਾ ਕਿ ਜਿਹੜਾ ਆਪਾਂ ਸਹਿਸ ਉੱਥੇ ਕਰਦੇ ਸਿਆਣਪਾਂ ਆ ਸ਼ਾਇਦ ਐਸੇ ਵੱਲ ਇਸ਼ਾਰਾ ਨਾ ਹੋਵੇ। ਦੇ ਆਰ 80,000 ਕਹਿੰਦੇ ਆ, 80,000 ਖਬਰੇ ਉਹ ਲੱਖੇ ਮੰਨਦੇ ਹੁਣ, ਲੱਖਾਂ ਚੋਂ ਲੱਖਾਂ ਸਿੱਖਿਆਵਾਂ ਹੋ ਸਕਦਾ ਜਿਹੜਾ ਸ਼ੁਰੂ ਚ ਕਿਹਾ ਸਹਿਸ ਸਿਆਣਪਾਂ ਲੱਖ ਹੋਏ, ਆਹੀ ਨਾ ਹੁਣ ਉਹ ਲੱਖ, ਬਿਕਾਜ਼ 100 ਦਾ ਤਾਂ ਆਪਾਂ ਹੋਰ ਵੀ ਲੱਭ ਲਾਂਗੇ, 100 ਦੇ ਸੋਰਸ ਆਪਣੇ ਕੋਲ ਹੈ, ਕੋਈ 10,000 ਦੱਸਦਾ, ਇਹਨਾਂ ਵਿੱਚੋਂ ਸੱਚਾਈ ਨਹੀਂ ਸੀ ਲੱਭਦੀ। ਇਹੀ ਮੇਨ ਉਹ ਸੀਗਾ। ਜਿੰਨੀ ਸਾਡੀ ਟੀਕਾਕਾਰੀ ਹੋਈ ਹੈ, ਕਿਉਂਕਿ ਉਹ ਪੋਸਟ ਕਲੋਨੀਅਲ ਹੋਈ ਹੈ, ਜਦੋਂ ਪੋਸਟ ਕਲੋਨੀਅਲ ਹੋਈ ਹੈ ਉਹਦੇ ਚ 4 ਨਾਮ ਆ ਗਏ। ਉਹਨਾਂ ਨੇ ਨਹੀਂ ਕਿਹਾ, ਗੁਰੂ ਨਾਨਕ ਜੀ ਨੇ ਨਹੀਂ ਕਹੀ ਇਹ ਗੱਲ, ਜਾਂ ਭਗਤਾਂ ਨੇ ਨਹੀਂ ਕਹੀ, ਇਹ ਪੋਸਟ ਕਲੋਨੀਅਲ ਥਾਟ ਪ੍ਰੋਸੈਸ ਹੈ ਸਾਡਾ, ਕਿਉਂਕਿ ਆ ਅੰਜੀਲ ਵਾਲਿਆਂ ਨੇ ਤਾਂ ਸਾਰਾ ਕੰਮ ਵਿਗਾੜਿਆ। ਉਹੀ ਤਾਂ ਇੱਥੇ ਮਿਸ਼ਨਰੀ ਬਣ ਕੇ ਆਏ ਸੀ। ਉਹ ਕਹਿੰਦੇ ਵੀ ਸਾਡਾ ਨਾਮ ਵਿੱਚ ਪਾਓ ਤੁਸੀਂ, ਜੇ ਲਿਖਿਆ ਕਿਸੇ ਨੇ ਨਹੀਂ ਲਿਖਿਆ, ਉਹਨਾਂ ਨੇ ਇਹ ਥਾਟ ਪ੍ਰੋਸੈਸ ਜੋ ਹੈ ਇਹ ਪ੍ਰੋਫੈਸਰ ਸਾਹਿਬ ਸਿੰਘ ਦਾ ਲਿਖਿਆ ਹੋਇਆ। ਥੱਲੇ ਜਿਹੜੇ ਆਹ ਵਾਲੇ ਅਰਥ ਹੈ, ਆਹ ਵਾਲੇ ਸੈਕਿੰਡ ਬਲੈਕ ਵਾਲੇ ਜਿਹੜੇ ਨੇ, ਇਹ ਕਾਂਸੀ ਨਾਭਾ ਜੀ ਦੇ ਲਿਖੇ ਹੋਏ ਨੇ। ਉਹ ਵੀ ਇਹੀ ਲਿਖਦੇ ਆ, ਪਰ ਖਾਸ ਕਰਕੇ 4 ਕਿਤਾਬਾਂ ਤੋਰੇਤ, ਜੰਬੂਰ, ਅੰਜੀਲ ਤੇ ਕੁਰਾਨ, ਕਿਉਂਕਿ ਉਹ ਵੀ ਉਹ ਕਿਹਦਾ ਆਪਣਾ ਸੀਗਾ, ਮਕਾਲਫ ਦੇ ਟੱਚ ਚ ਸੀਗੇ। ਸੋ ਇਹ ਥਾਟ ਪ੍ਰੋਸੈਸ ਸਾਡੇ ਕੋਲ ਜਿਹੜਾ ਹੈ, ਸਾਨੂੰ ਉਹ ਚੈਲੰਜ ਕਰਨਾ ਪਏਗਾ। ਇਹ ਪੋਸਟ ਕਲੋਨੀਅਲ ਹੀ ਨਾ ਹੋਵੇ, ਆਪਾਂ ਪੋਸਟ ਕਲੋਨੀਅਲ ਦੇ ਚੱਕਰ 'ਚ ਨਾ ਆਪਣਾ ਸਮਾਨ ਜਿਹੜਾ ਹੈਗਾ, ਜੋ ਸਾਡਾ ਗਿਆਨ ਹੈ, ਉਹਦਾ ਪ੍ਰਭਾਵ ਆਪਾਂ ਘੱਟ ਕਬੂਲੀਏ। ਹੁਣ ਇਹ ਉਹਨਾਂ ਦੇ ਹੀ ਲਿਖੇ ਹੋਏ ਆ ਦੋਹੇ। ਕਾਂਸੀ ਨਾਭਾ ਜੀ ਨੇ ਇਹਦਾ ਰੈਫਰੈਂਸ ਦਿੱਤਾ ਹੈ, ਦੇਵ ਭੇਵ ਨਾ ਜਾਣਈ ਜੇ ਬੇਦ ਅਰ ਕਤੇਬ। ਇਹੀ ਗੱਲ ਉੱਥੇ ਆ ਰਹੀ ਹੈ ਜਿਹੜੀ ਗੁਰੂ ਨਾਨਕ ਜੀ ਕਹਿ ਰਹੇ ਆ, ਸਹਿਸ 18 ਹੈ ਕਹਿਣ ਕਤੇਬਾਂ ਅਸਲੂ ਇਕਤਾਰ। ਉਹ ਦੇਵ ਭੇਵ ਵੀ ਆਪਾਂ ਕਰ ਲੈਂਦੇ ਆ। ਹੁਣ ਜਿਹੜੀ ਦੂਸਰੀ ਗੱਲ ਹੈ, ਆ ਥੱਲੇ ਲਿਖੀ ਉਹਨਾਂ ਨੇ, ਵੇਦ ਕਤੇਬ ਸੰਸਾਰ ਹੱਬਾਂ ਹੂੰ ਬਾਹਰਾ। ਹੁਣ ਇਹ ਗੱਲ ਪਰਮੇਸ਼ਰ ਬਾਰੇ ਕਹੀ ਹੋਈ ਹੈ, ਨਾ ਉਹ ਵੇਦ ਦੇ ਵਿੱਚ ਪ੍ਰੈਜ਼ੈਂਟ ਹੈ, ਨਾ ਕਿਸੇ ਕਤੇਬ ਚ ਹੈ, ਨਾ ਉਹ ਸੰਸਾਰ ਦੇ ਵਿੱਚ। ਜੇ ਆਪਾਂ ਤਿੰਨਾਂ ਚ ਮੰਨਦੇ ਆ, ਫਿਰ ਆਪਣੀ ਥਾਟ ਪ੍ਰੋਸੈਸ ਤੋਂ ਪਹਿਲਾਂ ਕਾਫੀ ਟਾਰਨਿਸ਼ਡ ਹੈ। ਅਸੀਂ ਵੇਦ ਦੀ ਪੂਜਾ ਨਹੀਂ ਕਰ ਸਕਦੇ, ਕਤੇਬ ਵਾਲੇ ਕਤੇਬ ਦੀ ਨਹੀਂ ਕਰ ਸਕਦੇ, ਸੰਸਾਰ ਚੋਂ ਵੈਸੇ ਨਹੀਂ ਹੈ। ਜਿਹੜਾ ਸੰਸਾਰ ਤੋਂ ਉੱਪਰ ਹੈ ਸਾਡਾ ਬ੍ਰਹਮ, ਉਹਦੀ ਉਹ ਪੂਜਾ ਹੋਏਗੀ ਨਾ। ਸੋ ਇਹ ਸਾਰਾ ਵਿਦਿਨ ਉਹ ਇੱਕ ਦੂਏ ਨਾਲ ਮਿਲ ਕੇ ਹੀ ਚੱਲ ਰਿਹਾ। ਇਹ ਜਿਹੜੀ ਹੁਣ ਵੀ ਉਹਨਾਂ ਨੇ ਲਿਖਿਆ, ਮੈਂ ਦੱਸਿਆ gurprasad.com, ਪਿਛਲੇ 5 ਸਾਲਾਂ ਚ ਲਿਖ ਹੋਇਆ, ਉਹਨਾਂ ਤੇ ਵੀ ਉਹੀ ਪੋਸਟ ਕਲੋਨੀਅਲ ਇਫੈਕਟ ਚੱਲੀ ਜਾ ਰਿਹਾ। ਉਹ ਵੀ ਬਸ ਉੱਥੋਂ ਸਾਹਿਬ ਸਿੰਘ ਦਾ ਟੀਕਾ ਪੜ੍ਹ ਲਿਆ, ਉਹ ਕਹਿੰਦੇ 4 ਕਿਤਾਬਾਂ ਨੇ, ਉਹ ਗੱਲ ਨੂੰ ਇਨ ਰੈਫਰੈਂਸ ਨਹੀਂ ਸਮਝ ਰਹੇ। ਮੈਨੂੰ ਨਹੀਂ ਲੱਗਦਾ ਵੀ 4 ਕਿਤਾਬਾਂ ਤਾਂ ਕਿਤੇ ਲਿਖੀਆਂ ਹੀ ਨਹੀਂ ਬਾਣੀ ਚ, ਕਿਤਾਬਾਂ ਲਿਖੀਆਂ, ਕਿਤਾਬਾਂ ਔਰ ਹਦੀਸ, ਔਰ ਹਦੀਸ ਦਾ ਵਰਡ ਆਇਆ ਹੋਇਆ ਗੁਰਬਾਣੀ ਚ। ਦੇ ਆਰ ਇੰਡੀਕੇਟਿੰਗ ਜਸਟ ਟੂ ਅ ਪਰਟੀਕੂਲਰ ਫੇਥ, ਜਿਹੜਾ ਉਹਨਾਂ ਨਾਲ ਗੱਲ ਹੋ ਰਹੀ ਹੈ। ਮੈਂ ਕਹਿੰਦਾ ਸੀਗਾ 82 ਹੈਗਾ। ਹੁਣ ਇਹਦੇ ਵਿੱਚ ਜਿਹੜੀ ਮੇਨ ਗੱਲ ਹੈਗੀ ਹੈ ਵੀ ਆਪਾਂ ਜੋਤ ਔਰ ਸ਼ਬਦ ਨੂੰ ਨਿਖੇੜਨਾ ਹੈ। ਜੇ ਆਪਾਂ ਜੋਤ ਔਰ ਸ਼ਬਦ ਨਿਖੇੜ, ਪੂਰਾ ਇੱਕ ਬੰਦ ਹੈ 82 ਨੰਬਰ। ਦੇਵ ਭੇਵ ਨਾ ਜਾਣਈ। ਕਿੰਨੇ ਦੇਵ ਹੈ? ਬ੍ਰਹਮਪਾਤੀ, ਵਿਸ਼ਨੁਡਾਰੀ, ਫੂਲ, ਸ਼ੰਕਰ ਦੇਵ। ਇਹ 3 ਦੇਵ ਮੰਨੇ ਹੋਏ ਸੀਗੇ। ਉਹ ਕਹਿੰਦੇ ਉਹਨਾਂ ਨੂੰ ਭੇਦ ਨਹੀਂ ਪਤਾ, ਦਸਮ ਪਾਤਸ਼ਾਹ ਕਹਿੰਦੇ। ਜੇ ਵੇਦ, ਇਹਨਾਂ ਦੇ ਹੀ ਪ੍ਰਤੀ ਵੇਦ ਲਿਖੇ ਹੋਏ ਆ ਅਸਲ ਚ, ਜਿਹੜੇ ਵੇਦ ਸਾਨੂੰ ਦਿਖ ਰਹੇ ਆ ਨਾ, ਉਹ ਇਹ ਸਿਮਰਤੀਆਂ ਹੀ ਆ, ਜਾਂ ਤੁਸੀਂ ਕਹੋ ਪੁਰਾਣ ਹੀ ਹੈ। ਉਹ ਇਹ 3 ਦੇਵ ਦੀ ਉਹ ਗੱਲ ਕਰਦੀ ਹੈ, ਉਹਨਾਂ ਚ ਹੋਰ ਕੁਛ ਨਹੀਂ ਕਿ ਸ਼ਕਤੀ ਲਿਖ ਦਿੰਦੇ ਬਹੁਤ ਜਗ੍ਹਾ। ਕਤੇਬ ਦਾ ਜ਼ਿਕਰ ਵਿੱਚ ਆ ਗਿਆ। ਹੁਣ ਇੱਥੇ ਵੀ ਇਫੈਕਟ ਦੇਖੋ, ਸ਼ਾਮੀ ਪੁਸਤਕ ਲਿਖਦੇ ਆ,
ਸਿਮੈਟਿਕ ਰਿਲੀਜਨਸ ਲਿਖ ਦਿੰਦੇ ਆ। ਸਿਮੈਟਿਕ ਰਿਲੀਜਨ ਕਹਿਣਾ ਪਏਗਾ, ਕਿਉਂਕਿ ਸਾਡਾ ਸੰਪਰਕ ਬਾਕੀ ਮਤਾਂ ਨਾਲ ਤਾਂ ਹੋਇਆ ਨਹੀਂ, ਨਾ ਕ੍ਰਿਸਚੀਅਨਸ ਨਾਲ ਹੋਇਆ, ਨਾ ਕਿਸੇ ਭਗਤ ਦਾ ਸੰਪਰਕ ਕਿਸੇ ਜੂ ਨਾਲ ਹੋਇਆ। ਹਾਂ, ਕੁਰਾਨ ਲਿਖੀ ਹੋਈ ਸੀ, ਕੁਰਾਨ ਦੀ ਰੈਫਰੈਂਸ ਸਾਡੇ ਕੋਲ ਹੈ, ਤੇ ਉਹਦੇ ਚੋਂ ਵੀ ਜੋ ਮੰਨਿਆ ਹੋਇਆ ਉਹ ਵੀ ਗੁਰੂ ਨਾਨਕ ਜੀ ਨੇ ਦਰਜ ਕੀਤਾ ਹੋਇਆ ਵੀ ਪਹਿਲੀ ਕੀ ਹੋਣੀ ਚਾਹੀਦੀ, ਪੰਜਵੀਂ ਕੀ ਹੋਣੀ ਚਾਹੀਦੀ, ਜੋ ਉਹਨਾਂ ਦੀ ਹੈ। ਹੁਣ ਜਿਹੜਾ ਦੂਸਰੀ ਲਾਈਨ ਹੈਗਾ, ਪਹਿਲੀ ਤਾਂ ਪਰਮੇਸ਼ਰ ਦੀ ਗੱਲ ਹੈ ਨਾ ਜੀ, ਵੀ ਦੇਵ ਜਿਹੜੇ ਤੁਸੀਂ ਮੰਨੇ ਹੋਏ, ਦੇਵ ਦੇ ਉੱਪਰ ਵੀ ਕੋਈ ਹੈਗਾ, ਉਹ ਨਹੀਂ ਕਿਸੇ ਨੂੰ ਪਤਾ। ਉਹ ਹੀ ਪ੍ਰੋਬਲਮ ਹੈ ਕੀ ਹੈ ਬਾਕੀ ਮਤਾਂ ਦੀ। ਫਿਰ ਰੂਪ ਰੰਗ ਨਾ ਜਾਤ ਪਾਤ ਸੋ ਜਾਣੇ ਕਿਹ ਜੇਬ, ਜੇਬ ਦਾ ਅਰਥ ਵੀ ਭੇਦ ਹੁੰਦਾ, ਵੀ ਨਾ ਤਾਂ ਉਹਦਾ ਰੂਪ ਹੈ ਨਾ ਰੰਗ ਹੈ, ਫਿਰ ਬ੍ਰਾਹਮਣ ਕਿਵੇਂ ਕਹਿੰਦਾ ਮੈਂ ਉਹਦੇ ਮੂੰਹ ਚੋਂ ਪੈਦਾ ਹੋਇਆ ਹਾਂ। ਰੂਪ ਰੰਗ ਦਾ ਕੰਮ ਇਹਨਾਂ ਦਾ ਹੀ ਕੀਤਾ ਹੈ ਨਾ। ਜੇ ਕਿਸੇ ਦਾ ਸਕਿਨ ਦਾ ਕਲਰ ਡਾਰਕ ਹੈ, ਉਹਨੂੰ ਕਹਿ ਦਿੰਦੇ ਆ ਇਹ ਤਾਂ ਲੋ ਕਾਸਟ ਹੈਗਾ। ਇਹ ਰੂਪ ਰੰਗ ਉੱਥੋਂ ਆ ਰਿਹਾ, ਜਾਤ ਪਾਤ ਵੀ ਉਧਰੋਂ ਹੀ ਇਸ਼ਾਰਾ ਆ ਰਿਹਾ ਵੀ ਉਹ ਜਾਤ ਪਾਤ ਨੂੰ ਮੰਨਦੇ ਆ ਵੀ ਮੈਂ ਢਿੱਡ ਚੋਂ ਪੈਦਾ ਹੋਇਆ ਮੈਂ ਵੈਸ਼ ਹੈ, ਮੈਂ ਮਸਲ ਚੋਂ ਪੈਦਾ ਹੋਇਆ ਮੈਂ ਛਤਰੀ ਹਾਂ, ਤੂੰ ਪੈਰਾਂ ਚੋਂ ਪੈਦਾ ਹੋਇਆ ਤੂੰ ਸ਼ੂਦਰ ਹੈ। ਇਸ ਤਰ੍ਹਾਂ ਦਾ ਇਸ਼ਾਰਾ ਹੈ ਲੱਗਦਾ। ਸੋ ਜਾਣੇ ਵੀ ਕਿਸੇ ਨੂੰ ਨਹੀਂ ਪਤਾ। ਇਹ ਗੱਲ ਪੂਰਨ ਬ੍ਰਹਮ ਦੀ ਹੋ ਰਹੀ ਹੈ, ਕਿਉਂਕਿ ਇਹ ਐਸੋਸੀਏਸ਼ਨ ਰੂਪ ਨਾਲ ਰੇਖਣਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਹੈ, ਪ੍ਰਭ ਦੀ ਗੱਲ ਹੈ। ਫੇਰ ਉਸੇ ਪ੍ਰਭ ਦੀ ਗੱਲ ਮੈਨੂੰ ਲੱਗਦਾ ਕਰ ਰਹੇ ਨੇ। ਤਾਤ ਮਾਤ ਨਾ ਜਾਤ ਜਾਕਰ, ਨਾ ਉਹਦਾ ਪਿਤਾ ਨਾ ਉਹਦਾ ਮਾਤਾ। ਹੁਣ ਜੋਤ ਦਾ ਤਾਂ ਕੋਈ ਮਾਤਾ ਪਿਤਾ ਹੈ ਹੀ ਨਹੀਂ ਗਾ, ਤੇ ਜਨਮ ਮਰਨ ਵੀ ਕੱਢਦਾ ਵਿੱਚੋਂ, ਅਜੂਨੀ ਕਹਿਤਾ। ਇੱਥੇ ਮੂਲ ਮੰਤਰ ਦੀ ਵਿਆਖਿਆ ਜਨਮ ਮਰਨ ਦਾ ਅਰਥ ਤਾਂ ਇਹੀ ਹੈ ਨਾ ਵੀ ਉਹ ਅਜੂਨੀ ਹੈ, ਜਨਮ ਮਰਨ ਵਿਹੀਨ ਹੈ ਨਾ, ਜਿਹਦੀ ਗੱਲ ਕਰ ਰਹੇ ਹਾਂ ਆਪਾਂ। ਜਿਹੜਾ ਪੂਰਨ ਬ੍ਰਹਮ ਹੈ ਉਹ ਜਨਮ ਮਰਨ ਵਿਹੀਨ ਹੈ ਨਾ ਜੀ। ਫਿਰ ਪਾਰ ਬ੍ਰਹਮ ਦੀ ਗੱਲ ਸ਼ੁਰੂ ਕਰ ਲਈ ਗਾਹਾਂ, ਕਿਉਂਕਿ ਉਸੇ ਸ਼ਕਤੀ ਦਾ, ਪੂਰਨ ਬ੍ਰਹਮ ਦੀ ਗਾਂ ਸ਼ਕਤੀ ਹੈ ਵੀ ਚੱਕਰ ਕਹਿਣ ਦਾ ਭਾਵ ਸਾਰੀ ਚੀਜ਼ ਉਹਨਾਂ ਨੇ ਸੰਤੋਖ ਤਾਪ ਰੱਖਿਆ, ਜਿਨ ਸੂਤ ਚੱਕਰ ਚਲਾਈ ਹੋਈ ਆਪਣੇ। ਫਿਰ ਬੱਕਰ ਵੀ ਹੈ, ਉਹ ਆਵਾਜ਼ ਸੁਣੀ ਵੀ ਹੈ ਕਿਸੇ ਨੂੰ, ਉਹਦੇ ਕੋਲ ਬੋਲ ਹੈਗਾ ਕੋਈ ਸ਼ਬਦ ਗੁਰੂ ਕੋਲ, ਉਹ ਭਗਤਾਂ ਨੇ ਸੁਣਿਆ ਹੈ ਸੰਭਾਸ਼ਣ, ਤਾਂ ਹੀ ਉਹਨੇ ਚੱਕਰ ਦਾ ਕਹਿਤਾ। ਹੁਕਮ ਹੈ, ਹੁਕਮ ਨਹੀਂ ਹੈ, ਹੁਕਮ ਦੀ ਪ੍ਰੈਜ਼ੈਂਸ ਪਤਾ ਲੱਗਦੀ ਹੈ, ਉਹਦਾ ਬੋਲ ਸਾਨੂੰ ਸੁਣਦਾ, ਜਿਸੇ ਮਰਜ਼ੀ ਫਾਰਮ 'ਚ ਸੁਣਦਾ ਹੋਵੇ, ਉਹਦੀ ਜਿਹੜੀ ਚੇਤਨਤਾ ਹੈ ਉਹ ਸਾਡੇ ਨਾਲ ਹੈਗੀ ਹੈ। ਔਰ ਉਹ ਬੱਕਰ ਦੀ ਸੈਂਸ 'ਚ ਦੱਸਿਆ ਜਾ ਸਕਦਾ। ਬਾਣੀ ਗੁਰੂ ਹੈ ਬਾਣੀ, ਉਹ ਬੱਕਰ ਨੂੰ ਹੈ ਬਾਣੀ ਕਿਹਾ ਹੋਇਆ। ਬਖਤਾ ਜਿਵੇਂ ਹੁੰਦਾ ਕੋਈ ਬੋਲਣ ਵਾਲਾ। ਫਿਰ ਹੈ ਚਤੁਰ ਚੱਕ, ਚਾਰੇ ਪਾਸੇ ਉਹਦਾ ਪ੍ਰਤਾਪ ਹੈ। ਮਨ ਨਹੀਂ ਪੁਰਤੀਨ, ਤਿੰਨੇ ਜਿਹੜੇ ਲੋਕ ਹੈ ਉਹ ਤਿੰਨਾਂ 'ਚ ਉਹਦਾ ਹੁਕਮ ਚੱਲਦਾ। ਹਾਕਮ ਕੌਣ ਹੈ, ਹੁਕਮ ਕੌਣ ਹੈ, ਦੋਹੇ ਚੀਜ਼ਾਂ ਕਲੀਅਰ ਕੀਤੀਆਂ ਹੋਈਆਂ। ਔਰ ਵੇਦ ਔਰ ਕਿਤਾਬ ਦੀ ਪ੍ਰੋਬਲਮ ਵੀ ਦੱਸੀ ਹੋਈ ਹੈ। ਜਿਹੜੇ ਕਹਿੰਦੇ ਸੀ ਵੀ ਸਾਡੇ ਕੋਲ ਕਾਫੀ ਤੱਥ ਹੈ, ਅਸੀਂ ਸ੍ਰਿਸ਼ਟੀ ਦੀ ਸਾਜਨਾ ਦੱਸ ਦਾਂਗੇ, ਐ ਹੋਇਆ ਸੀ ਐ ਹੋਇਆ ਸੀ। ਆਈ ਥਿੰਕ ਐਵਰੀਥਿੰਗ ਇਜ਼ ਕੁਆਇਟ ਕਲੀਅਰ। ਹੁਣ ਆਹ ਜਿਹੜਾ ਇਹ ਮੈਂ ਤੁਹਾਨੂੰ ਤਾਂ ਸ਼ੇਅਰ ਕਰ ਰਿਹਾ ਵੀ ਕਿਹੜਾ ਮੁਹੰਮਦ ਜੀ ਦਾ ਨਾਂ ਬੜਾ ਹੀ ਲੰਬਾ ਸੀ। ਜੇ ਆਪਾਂ ਪੜ੍ਹੀਏ ਕਾਫੀ ਵਰਡਸ ਹੈ, ਅਬੂ ਅਲ ਕਾਸਿਮ ਮੁਹੰਮਦ ਇਬਨ ਅਬਦ ਅੱਲਾ ਬਿਨ ਇਬਨ, ਉਹ ਸਾਰਾ ਉਹਨਾਂ ਦਾ ਹੀ ਨਾਮ ਹੈ। 570 ਤੋਂ 632 ਤੱਕ ਰਹੇ ਹੈ। ਔਰ ਜਿਹੜੇ ਉਹ ਵਿੱਚ ਇਬਾਦੀ ਆ ਉਹ ਇਸੇ ਟਾਈਮ ਦੇ ਵਿੱਚ ਹੋਏ ਆ ਪ੍ਰਫੁੱਲਤ। ਤਾਂ ਮਦੀਨਾ ਦਾ ਫਾਊਂਡਰ ਆਫ ਇਸਲਾਮ, ਉੱਥੇ ਗਏ ਆ। ਉਹ ਆਪਣੇ ਆਪ ਨੂੰ ਕਲੇਮ ਕਰਦੇ ਆ ਮੁਸਲਮਾਨ ਵੀ ਉਹ ਇਸਲਾਮ ਦੇ ਫਾਊਂਡਰ ਸੀ। ਇਹਦਾ ਮਤਲਬ ਪਰਮੇਸ਼ਰ ਦੀ ਮੱਤ ਤਾਂ ਹੈ ਨਹੀਂ। ਫਾਊਂਡਰ ਜੇ ਹੋ ਗਿਆ, ਫਾਊਂਡਰ ਤਾਂ ਪਰਮੇਸ਼ਰ ਹੋਣਾ ਚਾਹੀਦਾ। ਇੱਥੇ ਵੀ ਉਹਨਾਂ ਦੀ ਪ੍ਰੋਬਲਮ ਆ ਰਹੀ ਹੈ ਕਿ ਉਹ ਪਰਮੇਸ਼ਰ ਨੂੰ ਫਾਊਂਡਰ ਨਹੀਂ ਦੱਸਦੇ, ਕਿਸੇ ਪਰਸਨ ਨੂੰ ਫਾਊਂਡਰ ਦੱਸਦੇ ਆ। ਅਸੀਂ ਵੀ ਉਹਨਾਂ ਤੋਂ ਹੀ ਸਿੱਖੀ ਜਾਂਦੇ ਹਾਂ ਵੀ ਗੁਰੂ ਨਾਨਕ ਇਜ਼ ਦਾ ਫਾਊਂਡਰ ਆਫ ਸਿੱਖੀਜ਼ਮ। ਤੇ ਆਪਾਂ ਇਹ ਇਫੈਕਟ ਦੇਖੋ ਸਾਡੇ ਪਰ ਦੂਸਰੀਆਂ ਭਾਸ਼ਾਵਾਂ ਦਾ ਇਫੈਕਟ ਔਰ ਦੂਸਰੇ ਮਤਾਂ ਦਾ ਕਿੰਨਾ ਜ਼ਿਆਦਾ ਇਫੈਕਟ ਹੋ ਰਿਹਾ। ਯਾਰ ਉਹ ਕਹਿੰਦੇ ਆ ਮੈਂ ਆਪੋਂ ਬੋਲਣਾ ਜਾਣਦਾ, ਮੈਂ ਮੱਤੇ ਹੁਕਮ ਦੀ ਹੈ। ਸੋ ਇਹ ਗੱਲਾਂ ਆਪਾਂ ਨੂੰ ਬਹੁਤ
ਉਹ ਲੈਵਲ ਤੇ ਸਮਝਣੀਆਂ ਪੈਣਗੀਆਂ ਵੀ ਉਹ ਵਾਲਾ ਟੈਕਸਟ ਸਾਡੇ ਅੰਦਰ ਐਂਟਰ ਹੋਇਆ ਹੋਇਆ। The Quran refer to Allah as the Lord of worlds, ਉਹ ਉਹਨਾਂ ਨੇ ਲਿਖਿਆ ਹੋਇਆ। ਤੇ ਕਿਤਾਬ ਦੀ ਗੱਲ ਫਿਰ ਕਿਉਂ ਆਈ ਹੈ ਉੱਥੇ? ਕਿਆ ਕੁਰਾਨ ਇਨਕਲੂਡਡ ਹੈ ਇਸ ਕਿਤਾਬ 'ਚ? ਬੇਦਰ ਕਿਤਾਬ 'ਚ ਕਿਆ ਐਕਸਕਲੂਡਡ? ਇਹ ਵੀ ਆਪਣਾ ਇੱਕ ਕੁਐਸਚਨ ਬਣ ਜਾਏਗਾ। ਸੋ ਉਹ ਕਹਿੰਦੇ he has no personal name and his traditional 99 names are really epithets। ਆਹ ਵਰਡ ਬੜਾ ਇੰਪੋਰਟੈਂਟ ਹੈ ਜਿਹੜਾ ਐਪੀਥੈਟ ਹੈ। ਐਪੀਥੈਟ ਕਰਮਨਾਮਾ ਨੂੰ ਕਹਿੰਦੇ ਆ। ਮੈਨੂੰ ਵੀ ਪਹਿਲੀ ਵਾਰ ਪਤਾ ਲੱਗਿਆ ਵੀ ਆਹ ਜਿਹੜਾ ਵਰਡ ਹੈ ਇਹ ਕਰਮਨਾਮ ਹੈ। ਆਹੀ ਦਸਮ ਪਾਤਸ਼ਾਹ ਕਹਿੰਦੇ ਮੈਂ ਕਰਮਨਾਮ ਇਹ ਦੱਸ ਸਕਦਾ, ਉਹਦਾ ਨਾਮ ਤਾਂ ਕੋਈ ਹੈ ਹੀ ਨਹੀਂ। ਇਹ ਗੱਲਾਂ ਤਾਂ ਉਸ ਫੇਥ 'ਚ ਵੀ ਹੈ ਵੀ ਅੱਲਾਹ ਉਹਦਾ ਇੱਕ ਨਾਮ ਹੈ, ਬਾਕੀ ਉਹਦੇ ਐਪੀਥੈਟਸ ਹੈ। ਆਪਾਂ ਵੀ ਜਾਣਦੇ ਹਾਂ ਜੇ ਆਪਾਂ ਨੂੰ ਵਾਹਿਗੁਰੂ ਰੱਖ ਲਾਂਗੇ ਉਹਦਾ ਨਾਮ, ਤੇ ਉਹ ਕੀ ਐਕਸਪਲੇਨ ਕਰਦਾ ਸਾਨੂੰ? ਕੀ ਉਹਦੀ ਐਕਸਪਲੇਨੇਸ਼ਨ ਸਾਡੇ ਕੋਲ ਹੈ? ਭੱਟ ਜੀ ਨੂੰ ਜਿਹੜਾ ਵਾਹਿਗੁਰੂ ਸੁਣਿਆ ਉਹਦੀ ਐਕਸਪਲੇਨੇਸ਼ਨ ਭੱਟ ਜੀ ਜਾਣਦੇ ਆ। ਜਿਹੜਾ ਦਸਮ ਪਾਤਸ਼ਾਹ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਉਹ ਜਾਣਦੇ ਆ। ਦੋਹਾਂ ਵਿੱਚ ਫਰਕ ਹੈ, ਕਿਉਂਕਿ ਉਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੋਂ ਸ਼ੁਰੂ ਹੁੰਦੀ ਹੈ ਬਾਣੀ, ਉਹਨਾਂ ਨੇ ਵਿੱਚ ਇਨਕਲੂਜਨ ਕੀਤੀ ਹੈ। ਇਹ ਬਾਣੀ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਹੁੰਦੀ ਹੈ, ਇਹਦੇ ਵਿੱਚ ਇਨਕਲੂਜਨ ਨਹੀਂ ਹੈ। ਮੇਨ ਡਿਫਰੈਂਸ ਤਾਂ ਇਹ ਪੈ ਗਿਆ। ਪੂਰੇ ਦਸਮ ਗ੍ਰੰਥ 'ਚ ਕਿਤੇ ਜਾਪ ਵਿੱਚ ਵੀ ਨਹੀਂ ਆਉਂਦਾ ਵਾਹਿਗੁਰੂ ਸ਼ਬਦ ਹੀ ਵਿੱਚ ਨਹੀਂ ਆਇਆ। ਬਾਕੀ ਪਰਮੇਸ਼ਰ ਆ ਜਾਂਦਾ ਹੈ, ਪਾਰ ਬ੍ਰਹਮ ਆ ਜਾਂਦਾ ਹੈ, ਅਨਾਦ ਆ ਜਾਂਦਾ ਹੈ, ਆਦ ਸਾਰਾ ਕੁਝ ਆ ਜਾਂਦਾ, ਸਾਰੇ ਐਡਜੈਕਟਿਵ ਆ ਜਾਂਦੇ। ਵਾਹਿਗੁਰੂ ਉਹਨਾਂ ਨੇ ਨਹੀਂ ਲਿਆ ਵਿੱਚ। ਸੋ ਜਿਹੜਾ ਵਾਹਿਗੁਰੂ ਗੁਰ ਮੰਤਰ ਹੈ ਉਹ ਕੁਝ ਹੋ ਰਹੀ ਹੈ। ਉਸ ਤਿੰਨ ਤਰ੍ਹਾਂ ਦੇ ਤਾਂ ਵਾਹਿਗੁਰੂ ਆਪਣੇ ਕੋਲ ਹੋ ਗਏ ਆ। ਇਹ ਆਪਾਂ ਨੂੰ ਕਲੀਅਰ ਹੋਣੀਆਂ ਚਾਹੀਦੀਆਂ ਗੱਲਾਂ ਵੀ ਜੋ ਭੱਟ ਜੀ ਨੇ ਕਿਹਾ ਉਹ ਕਿਹੜੇ ਫਾਰਮ 'ਚ ਕਿਹਾ। ਕਿਉਂਕਿ ਫਤਿਹ ਭਾਈ ਮਨਜੀਤ ਹੈ, ਹੁਣ ਦਸਮ ਪਾਤਸ਼ਾਹ ਨੇ ਤਾਂ ਉਹ ਗੱਲ ਨੂੰ ਮੂਹਰੇ ਰੱਖ ਕੇ ਵਾਹਿਗੁਰੂ ਜੀ ਕੀ ਫਤਿਹ ਕਹਿਣੀ ਸੀ। ਸੋ ਜਿਹੜਾ ਅਜੇ ਫਤਿਹ ਲੈਣ ਲਈ ਰਟ ਰਿਹਾ ਹੈ ਉਹ ਤਾਂ ਵੈਸੇ ਹੀ ਕੰਟੈਕਸਟ ਤੋਂ ਹੀ ਗੱਲ ਬਾਹਰ ਹੋਊਗੀ। ਉਹ ਫਤਿਹ ਲੈਣ ਤੋਂ ਬਾਅਦ ਵਾਹਿਗੁਰੂ ਕਿਹਾ ਦਸਮ ਪਾਤਸ਼ਾਹ ਨੇ ਨਾ ਕਿ ਹਾਂ ਫਤਿਹ ਹੁੰਦੀ ਹੈ, ਉਹ ਸ਼ਕਤੀ ਹੈ, ਜਿਹੜਾ ਉਹਦਾ ਵੇਦ ਹੈ ਉਹ ਫਤਿਹ ਕਰਦਾ। ਇਹ ਤਾਂ ਅਜੇ ਫਤਿਹ, ਇਹ ਤਾਂ ਅਜੇ ਪਤਾ ਨਹੀਂ ਕਾਹਦੇ ਲਈ ਕਰ ਰਹੇ ਹੈ। ਉਹ ਕੁਐਸਚਨ ਉਹਨਾਂ ਨੂੰ ਆਪਾਂ ਨੂੰ ਵੀ ਪੁੱਛਣਾ ਚਾਹੀਦਾ ਵੀ ਇਹ ਤਾਂ ਤੁਸੀਂ ਕਨਫਲਿਕਟ ਜੋ ਦਸਮ ਪਾਤਸ਼ਾਹ ਦੇ ਖਿਲਾਫ ਹੋ ਗਈ ਇਹ ਤਾਂ ਗੱਲ ਤੁਹਾਡੀ। ਉਹ ਕਹਿੰਦੇ ਵੀ ਸਾਰਾ ਕੁਝ ਅਚੀਵ ਕਰਕੇ ਵਾਹਿਗੁਰੂ ਨਾਲ ਸੰਪਰਕ ਹੁੰਦਾ, ਤੁਸੀਂ ਪਹਿਲਾਂ ਵਾਹਿਗੁਰੂ ਨਾਲ ਸੰਪਰਕ ਕਰਨਾ ਚਾਹੁੰਦੇ ਫਿਰ ਅਚੀਵ ਕੀ ਕਰਨਾ ਹੋਊਗਾ? ਫਿਰ ਤਾਂ ਅਚੀਵਮੈਂਟ ਕੁਝ ਵੀ ਨਹੀਂ ਰਹੇਗੀ। ਸੋ ਇਹ ਜਿਹੜੀਆਂ ਹੈ ਇਹ ਸਭ ਇੱਕ ਪੋਸਟ ਕਲੋਨੀਅਲ ਪ੍ਰੋਬਲਮ ਹੈ ਆਪਣੀ। ਸੋ ਇਸ ਤਰ੍ਹਾਂ ਹੀ ਕੁਰਾਨ ਦਾ ਉਹਨਾਂ ਨੇ ਉਹ ਮੰਨਦੇ ਆ, ਗੁਰਬਾਣੀ ਨੇ ਇਹ ਗੱਲਾਂ ਉਸ ਤਰ੍ਹਾਂ ਨਹੀਂ ਮੰਨੀਆਂ। ਪੁਰਾਣਾਂ ਦੀ ਗੱਲ ਜੇ ਆਪਾਂ ਕਰੀਏ 18 ਪੁਰਾਣ ਦੀ ਕਲਾਸੀਫਿਕੇਸ਼ਨ ਥੋੜੀ ਚੇਂਜ ਹੋਈ ਹੈ। ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਵੀ ਉਹ ਵਿਸ਼ਨੂੰ ਲਿਖਦੇ, ਆਪਾਂ ਨਹੀਂ ਲਿਖਦੇ। ਸ਼ਿਵਾ ਉਹ ਲਿਖਦੇ ਆ, ਆਪਾਂ ਸ਼ਿਵੇ ਕਹਿੰਦੇ ਆ। ਬ੍ਰਹਮਾ, ਇਹ ਪ੍ਰੋਬਲਮ ਇਹ ਆ ਰਹੀ ਹੈ ਕਿਉਂਕਿ ਬ੍ਰਹਮਾ ਇਹ ਇੰਗਲਿਸ਼ ਟ੍ਰਾਂਸਲੇਸ਼ਨ 'ਚ ਆਇਆ ਹੋਇਆ, ਅਸਲ 'ਚ ਵਰਡ ਬ੍ਰਹਮਾ ਹੀ ਹੈ। ਆ ਜਿਹੜਾ ਇਹ ਲੱਗਿਆ ਹੋਇਆ ਨਾ ਇਹ ਤਾਂ ਸਿਰਫ ਤਾਂ ਲੱਗਿਆ ਹੋਇਆ ਵੀ ਇਹਦੀ ਆਪਾਂ ਨੂੰ ਲੋੜ ਨਹੀਂ ਹੈ, ਇਹ ਤਾਂ ਟ੍ਰਾਂਸਲਿਟਰੇਸ਼ਨ 'ਚ ਹੈ, ਉਹ ਇੱਥੇ ਵੀ ਆਇਆ ਹੋਇਆ। ਹੁਣ ਇਹ ਨਹੀਂ ਪਤਾ ਵੀ ਬ੍ਰਹਮਾ ਲੱਗਣ ਨਾਲ ਰੂਪ ਬਦਲ ਜਾਂਦਾ ਬ੍ਰਹਮ ਦਾ, ਉਹਨਾਂ ਨੂੰ ਨਹੀਂ ਪਤਾ ਇਹ ਗੱਲ ਦਾ। ਅਗਲੀ ਗੱਲ ਹੈ ਵੀ ਪੁਰਾਣ ਜਿਹੜੇ ਆ ਦੋਹੇ, ਜੈਨ ਵੀ ਮੰਨਦੇ ਆ ਪੁਰਾਣ, ਔਰ ਜਿਹੜੇ ਉਹਨਾਂ ਨੇ ਕਹੇ ਹੈ ਵੀ ਪੁਰਾਣਾਂ 'ਚ ਇੱਕ ਕੋਈ ਮਹਾਪੁਰਾਣ ਮੰਨਦੇ ਆ, 17 ਮੁੱਖ ਪੁਰਾਣ ਮੰਨਦੇ ਆ, 18 ਉਪ ਪੁਰਾਣ ਮੰਨਦੇ ਆ। ਔਰ ਪੁਰਾਣ ਦੀ ਇਹ ਵੀ ਬੜੀ ਖਾਸੀਅਤ ਹੈ ਵੀ ਇਹ ਸੰਸਕ੍ਰਿਤ 'ਚ ਮਿਲੇਗਾ, ਕਿਉਂਕਿ ਇਹ ਹੁਣੇ ਸਮਝੋ ਵੀ ਕੱਲ ਦੇ ਲਿਖੇ ਹੋਏ ਐ ਸਮਝੋ ਇਹਨਾਂ ਨੂੰ, ਇਹ ਥੋੜਾ ਚਿਰ ਪਹਿਲਾਂ ਹੀ ਲਿਖੇ ਹੋਏ ਆ। ਔਰ ਆਹ ਦੇਖ ਲਓ ਇੰਨੀ ਕੁ ਇਹ ਤਾਂ ਤੁਹਾਨੂੰ ਬੜਾ ਕਲੀਅਰ ਮਿਲ ਜਾਏਗਾ ਕਿਉਂਕਿ ਇਹ ਲਿਖੇ ਹੋਏ ਜੋ ਦੇਵਨਾਗਰੀ 'ਚ ਲਿਖੇ ਹੋਏ ਆ, ਕਿਹਾ ਹੋਇਆ ਸੰਸਕ੍ਰਿਤ ਹੈ। ਇਸ ਟਾਈਮ ਦੀ ਇਹ ਭਾਸ਼ਾ ਹੈ, ਪਾਲੀ ਤੋਂ ਕਿਤੇ ਪੁਰਾਣੀ ਔਰ ਆਥੈਂਟਿਕ ਭਾਸ਼ਾ। ਔਰ ਜਿਹੜੀ ਆਪਾਂ ਭਾਵਨਾਕਰੀ ਪੜ੍ਹਦੇ ਹਾਂ ਕੱਕਾ ਕੱਕਾ, ਉਹ ਉਸ ਰਚਨਾ ਚੋਂ ਆਏ ਹੋਏ ਆ। ਉਹ ਆ ਕੱਖਾ ਗ ਦੀ ਰਚਨਾ ਨਹੀਂ ਮੰਨੀ ਉਹਨਾਂ ਨੇ, ਭਗਤਾਂ ਨੇ। ਉਹ ਕੁਛ ਤਾਂ ਕਹਿੰਦੇ ਵੀ ਇਹਨਾਂ ਨੂੰ ਸਿਮਰਤੀਆਂ ਹੀ ਕਹਿੰਦੇ ਆ, ਇਹਨਾਂ ਨੂੰ ਅਸੀਂ ਉੱਚਾ ਦਰਜਾ ਨਹੀਂ ਦਿੰਦੇ। ਹੁਣ ਇਹ ਤਾਂ ਹੁਣ ਕਿਸੇ ਦੇ ਪਰਟੀਕੂਲਰ ਹੋ ਸਕਦੀ ਹੈ,
ਪਰ ਆਪਾਂ ਤਾਂ ਭਗਤਾਂ ਤੋਂ ਪੁੱਛਾਂਗੇ ਵੀ ਉਹਨਾਂ ਨੇ ਕੀ ਮੰਨਿਆ ਹੋਇਆ ਇਹਨਾਂ ਨੂੰ। ਸੋ ਅੱਗੇ ਹੈਗਾ ਆਹ 100 ਦੀ ਗੱਲ ਮੈਂ ਕਰਨੀ ਸੀ ਵੀ ਇੱਥੇ 100 ਦਾ ਜ਼ਿਕਰ ਆਉਂਦਾ ਹੈਗਾ, ਪੁਰਾਣਾ 'ਚ ਆਉਂਦਾ ਹੈ। ਬ੍ਰਹਮਾ ਲਿਵਸ ਫॉर 100 years says the Veds। ਆਪਣੇ ਵੇਦ 'ਚ ਤਾਂ ਸ਼ਾਇਦ ਇਹ ਗੱਲ ਨਹੀਂ ਲਿਖੀ ਹੋਈ। and then dies and then a new universe is born। ਹੁਣ ਆਪਾਂ ਮੰਨਦੇ ਹਾਂ ਵੀ ਬ੍ਰਹਮਾ ਨੇ ਯੂਨੀਵਰਸ ਕ੍ਰੀਏਟ ਕੀਤਾ ਸੀ, ਇਹ ਪੁਰਾਣ ਵਾਲੇ ਮੰਨਦੇ ਆ। ਜਿਹਨੇ ਪੁਰਾਣ ਦੀ ਗੱਲ ਕਰਨੀ ਉਹਨੇ ਲੱਖਾਂ ਆਕਾਸ਼ਾਂ ਬੁਲੰਦ ਵੀ ਕਰਨੇ, ਵੀ ਉਹਨੇ ਤਾਂ ਲੱਖਾਂ ਹੀ ਆਕਾਸ਼ ਕਰਤੇ ਕ੍ਰੀਏਟ, ਲੱਖਾਂ ਹੀ ਪਤਾਲ ਕਰਤੇ। ਸੋ ਉਹ ਗੁਰਮਤ ਉਹਨਾਂ ਦਾ ਪ੍ਰਭਾਵ ਨਹੀਂ ਕਬੂਲ ਕਰਦੀ ਵੀ ਪਹਿਲਾਂ ਦਾ ਬ੍ਰਹਮਾ ਤਾਂ ਵੈਸੇ ਹੀ ਆਪ ਮਾਇਆ 'ਚ ਫਸਿਆ ਹੋਇਆ ਸਾਡਾ ਤਾਂ। ਸੋ ਇਹ ਸਾਰੀਆਂ ਜੋ ਹੈ ਆਪਾਂ ਜਦੋਂ ਜਪ ਪੜ੍ਹਦੇ ਆਹ ਗੱਲਾਂ ਆਪਣੇ ਕੋਲ ਹੋਣੀਆਂ ਚਾਹੀਦੀਆਂ ਕਿ ਐਡਾ ਵੱਡਾ 19 ਪੌੜੀ 'ਚ ਮੈਸੇਜ ਦੇ ਰਿਹਾ, ਉਹਦੇ ਅਰਾਊਂਡ ਟੈਕਸਟ ਕਿੰਨਾ ਹੈ ਜਿਹੜਾ ਕਿ ਰਿਜੈਕਟ ਹੋ ਰਿਹਾ। Veds say that before the creation Lord Vishnu was sleeping in the ocean of causes। ਹੁਣ ਇਹ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਭੇਜਿਆ ਹੈ ਉਹਦੇ 'ਚ ਵੀ ਆਏਗੀ। ਆਹ ਕੰਪੈਰੀਟਿਵ ਸਟੱਡੀ ਹੋਈ ਹੈ ਕੁਆਂਟਮ ਫਿਜ਼ਿਕ, ਵਿਦਾਂਤਿਕ, ਹਿੰਦੂਇਜ਼ਮ, ਬੁੱਧਿਜ਼ਮ, ਹੋਰ ਕਿਤਾਬਾਂ ਵੀ ਹੋਣਗੀਆਂ। ਮੇਰੇ ਬਾਈ ਚਾਂਸ ਮੇਰੇ ਮੂਹਰੇ ਆ ਗਈ ਹੈ, ਇਹਨੂੰ ਮੈਂ ਈਮੇਲ ਵੀ ਪਾਈ ਹੈ। ਹੁਣ ਇਹਦੀ ਭਾਸ਼ਾ ਦੇਖੋ ਤੁਸੀਂ, ਆਪਾਂ ਨੂੰ ਤਾਂ ਸਮਝ ਆ ਜਾਣਗੀਆਂ ਕੁਛ ਗੱਲਾਂ, ਕੁਛ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲੱਗਣਾ ਵੀ ਇਹ ਕਹਿ ਕੀ ਰਹੇ ਆ। ਇਹ ਵਰਡਸ ਟਰਮਸ ਉੱਥੋਂ ਹੀ ਲਈਆਂ। ਹੇਅਰ ਵੀ ਸੀ ਦਾ ਬ੍ਰਹਮਨ, ਆਹ ਜਿਹੜਾ ਵਰਡ ਬ੍ਰਹਮਨ ਲਿਖਦੇ ਆ ਇਹ ਮੈਨੂੰ ਪਤਾ ਵੀ ਇਹ ਬ੍ਰਹਮ ਵਾਸਤੇ ਲਿਖਦੇ ਆ, ਆਮ ਬੰਦੇ ਨੂੰ ਨਹੀਂ ਪਤਾ। ਆਪਾਂ ਨੂੰ ਸੋਚਦੇ ਹਾਂ ਬ੍ਰਾਹਮਣ ਜਿਹੜਾ ਜਾਤ ਦਾ ਬੰਦਾ ਹੈਗਾ ਉਹਦੇ ਵਾਸਤੇ। ਆ ਜਿਹੜਾ ਹੈਗਾ ਨਾ ਜੀ, ਆ ਜਿਹੜਾ ਵਰਡ ਹੈ ਨਾ ਆਹ, ਇਹ ਜਿੰਨਾ ਇੰਗਲਿਸ਼ ਟੈਕਸਟ ਹੈ ਬ੍ਰਹਮ ਵਾਸਤੇ ਐ ਲਿਖਿਆ ਜਾਂਦਾ ਕਿਉਂਕਿ ਉਹਦੇ ਤੇ ਟਿੱਪੀ ਲੱਗਦੀ ਹੈ। ਉਹ ਟਿੱਪੀ ਨੂੰ ਉਹ ਐ ਲਿਖਦੇ ਨੇ ਜਿਵੇਂ ਬ੍ਰਾਹਮਣ ਹੈ। ਐ ਪੜਾਂਗੇ ਆਪਾਂ, ਹੇਅਰ ਵੀ ਸੀ ਦੈਟ ਬ੍ਰਹਮ ਇਜ਼ ਅ ਸੋਰਸ ਆਫ ਆਲ ਦੈਟ ਐਗਜ਼ਿਸਟ। ਮੰਨਿਆ ਜਾ ਸਕਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੋਬਿੰਦ ਦਾ ਹੀ ਤਾਂ ਰੂਪ ਹੈ ਜਿੱਥੇ ਵੀ ਹੈ, ਪਰ ਉਹਦਾ ਪੂਰਨ ਬ੍ਰਹਮ ਔਰ ਪਾਰ ਬ੍ਰਹਮ ਔਰ ਬ੍ਰਹਮਾ ਰੂਪ ਨਹੀਂ ਦੱਸਦਾ ਕੋਈ, ਜਿੱਥੇ ਕਿ ਆਪਾਂ ਡਿਫਰੈਂਟ ਹੋ ਜਾਂਦੇ। ਹੁਣ ਉਹ ਵਰਡ ਅੱਗੇ ਜਾ ਕੇ ਯੂਜ਼ ਕਰਦਾ ਹੈ, ਇੰਪਲਾਈਡ ਹੇਅਰ ਇਜ਼ ਸੈਂਸ ਆਫ ਸੈਲਫ ਵਿਚ ਵੁੱਡ ਲੇਟਰ ਬਿਕਮ ਟਰਮਡ ਆਤਮਨ। ਹੁਣ ਆਤਮਨ ਜਿਹੜਾ ਵਰਡ ਹੈ ਉਹ ਆਤਮਾ ਜਾਂ ਮਨ ਦਾ ਨਾਮ ਹੈ ਇਕੱਠਾ। ਉਹ ਇੱਥੇ ਡਿਸਟਿੰਕਸ਼ਨ ਦਾ ਫਰਕ ਪੈ ਜਾਂਦਾ, ਤਾਂ ਹੀ ਮੈਂ ਉੱਪਰ ਲਿਖਿਆ ਹੈਗਾ ਆਤਮਨ ਸ਼੍ਰੀ ਵਾਸੁਦੇਵਸਯ। ਜਿਹੜੀ ਆਤਮਨ ਜਿਹਨੂੰ ਕਿਹਾ ਹੋਇਆ ਉਹਨੇ ਤਾਂ ਸ਼੍ਰੀ ਵਾਸ ਦੇ ਵਿੱਚ ਨਿਵਾਸ ਲੈਣਾ। ਜੇ ਕੋਈ ਜਾਣਸ ਭੇਵ, ਇਹ ਤਾਂ ਸਾਡੇ ਕੋਲ ਟੈਕਸਟ ਹੋਣ ਤੋਂ ਬਾਵਜੂਦ ਭੇਦ ਸਾਨੂੰ ਨਹੀਂ ਪਤਾ ਲੱਗ ਰਿਹਾ। ਜਿਹੜਿਆਂ ਕੋਲ ਟੈਕਸਟ ਨਹੀਂ ਹੈਗਾ ਉਹਦਾ ਕੋਲ ਇਹ ਭੇਦ ਪਾਉਣ ਦਾ ਤਾਂ ਸੋਰਸ ਹੀ ਨਹੀਂ ਹੈ ਕੋਈ। ਪਰ ਅਸੀਂ ਬਹੁਤ ਵਾਰ ਉਹਨਾਂ ਤੋਂ ਮੱਤ ਲੈ ਕੇ ਤੁਰ ਪੈਂਦੇ ਹਾਂ, ਫਿਰ ਸਾਨੂੰ ਪ੍ਰੋਬਲਮ ਬਹੁਤ ਆਏਗੀ। ਕਿਉਂਕਿ ਇਹ ਜਿਹੜੀ ਗੱਲ ਹੈ ਇਹ ਸਾਡੇ ਕੋਲ, ਆਪਾਂ ਜਿਹੜੇ 4 ਕੁਐਸਚਨ ਹੈ 5 ਇਹ ਕਰ ਲੈਂਦੇ ਹਾਂ ਡਿਸਕਸ, ਫਿਰ ਆਪਾਂ ਇੱਥੇ ਕਰ ਲਾਂਗੇ, ਫਿਰ ਡਿਸਕਸ਼ਨ ਕਰ ਲਾਂਗੇ। ਤੇ ਇਹ ਆਪਾਂ ਨੂੰ ਸਵਾਲ ਹੋਣੇ ਚਾਹੀਦੇ ਆ। ਮੈਂ ਚਾਹੁੰਦਾ ਵੀ ਹਰੇਕ ਬੰਦਾ ਕੋਈ ਨਾ ਕੋਈ ਪਲੀਜ਼ ਆ ਪਹਿਲੇ 5 ਜੇ ਸਵਾਲ ਨਹੀਂ ਸਮਝ ਆਉਂਦੇ ਪੰਜਾਬੀ 'ਚ ਵੀ ਮੈਂ ਕਰ ਦਿੰਦਾ, ਕਹਾਂ ਹੋਏ ਆ। ਇਹ ਹੁਣ ਤੁਸੀਂ ਦੱਸੋ ਪਲੀਜ਼, ਕੋਈ ਵੀਰ ਸੋਲ ਦਾ ਤੇ ਜਿਹਨੂੰ ਉਹ ਗੋਡ ਲਿਖਦੇ ਆ, ਮੈਂ ਉਹਨੂੰ ਪੂਰਨ ਬ੍ਰਹਮ ਲਿਖਿਆ ਹੋਇਆ ਕਿਉਂਕਿ ਉਹ ਫਿੱਟ ਬਹਿੰਦਾ ਜਿੱਥੇ ਆਪਣੀਆਂ ਵਿਚਾਰਧਾਰਾ ਨਾਲ। ਸੋ ਆਪਾਂ ਜਿੰਨਾ ਕੁ ਸੁਣਿਆ ਸਮਝਿਆ, ਮੈਨੂੰ ਕੋਈ ਦੱਸੇ ਵੀ ਜੀਵ ਜਿਹਨੂੰ ਉਹ ਸੋਲ ਲਿਖਦੇ ਆ ਔਰ ਗੋਡ ਜਿਹੜਾ ਸਾਡਾ ਪੂਰਨ ਬ੍ਰਹਮ ਹੈ, ਦੋਹਾਂ 'ਚ ਕੀ ਫਰਕ ਹੈ? ਹਾਂਜੀ, ਕੌਣ ਕੌਣ ਵੀਰ ਹੈਗੇ ਨੇ? ਕੰਟਰੀਬਿਊਸ਼ਨ ਚਾਹੀਦੀ ਹੈ ਜੀ, ਕੋਈ ਨਾ ਕੁਛ ਦੱਸੋ। 5 ਸਵਾਲਾਂ ਤੇ ਆਪਣੀ ਗੱਲ ਹੈਗੀ ਹੈ। ਇਹ 5 ਸਵਾਲ ਆਪਣੇ ਕੋਲ ਆਨਸਰ ਹੋਣਾ ਚਾਹੀਦਾ ਇਹਨਾਂ ਦਾ। ਹਾਂਜੀ, ਗਗਨਦੀਪ ਸਿੰਘ, ਤੁਹਾਡਾ ਨਾਮ ਸਭ ਤੋਂ ਉੱਪਰ ਹੈ। ਜੀਵ ਦਾ ਅਧੂਰਾ ਲਈ, ਹਾਂਜੀ, ਜੀਵ ਦਾ ਭਰਮ ਸਣੇ ਹੈ। ਠੀਕ ਹੈ ਵੀ ਬਾਕੀ ਸਭ ਐਗਰੀ ਕਰਦੇ ਆ?
ਜੀਵ ਚ ਭਰਮ ਦੀ ਲਕੀਰ ਹੈਗੀ ਹਲੀ, ਤਾਂ ਹੀ ਜੀਵ ਹੈ ਇੱਥੇ। ਪਾਰ ਬ੍ਰਹਮ ਜਿਹੜਾ ਹੈ ਉਹ ਜਿਹੜਾ ਹੈ ਕਿ ਇੱਕ ਹੋ ਕੇ ਉੱਗ ਕੇ ਨਹੀਂ, ਇੱਥੇ ਆਪਾਂ ਅੱਜ ਪੂਰਨ ਚ ਰੱਖਿਆ ਕਿਉਂਕਿ ਉਹ ਪਾਰ ਬ੍ਰਹਮ ਦਾ ਉਹਨਾਂ ਕੋਲ ਕਨਸੈਪਟ ਨਹੀਂ, ਮੈਂ ਤਾਂ ਹੀ ਵਿੱਚ ਰੱਖਿਆ। ਉਹ ਜਿਹਨੂੰ ਗੋਡ ਕਹਿੰਦੇ ਆ ਨਾ ਸੁਰਜੀਤ, ਮੈਨੂੰ ਇਹ ਲੱਗਦਾ ਕਿਉਂਕਿ ਉਹਨਾਂ ਕੋਲ ਪਾਰ ਬ੍ਰਹਮ ਦਾ ਕਨਸੈਪਟ ਹੀ ਨਹੀਂ ਹੈ। ਹਾਂ ਚਲੋ, ਜੇ ਪੂਰਨ ਬ੍ਰਹਮ ਦਾ ਕਨਸੈਪਟ ਫਿਰ ਇੱਕ ਤੇ ਆ ਜਾਂਦਾ ਸਾਡੇ ਕੋਲ। ਹਾਂ ਵੀ ਪਹਿਲਾ ਡਿਫਰੈਂਸ ਸੋਲ ਦਾ ਔਰ ਪੂਰਨ ਬ੍ਰਹਮ ਦਾ ਕਲੀਅਰ ਹੈ ਵੀ ਆਪਾਂ ਸਭ ਨੂੰ? ਪਲੀਜ਼ ਦੱਸੋ ਜੀ, ਕਿਉਂਕਿ ਲੈਂਗੁਏਜ ਦੀ ਵੀ ਬੜੀ ਪ੍ਰੋਬਲਮ ਹੈ ਨਾ। ਹੁਣ ਉਹ ਜੀਵਾ ਲਿਖ ਦਿੰਦਾ, ਉਧਰੋਂ ਇੰਗਲਿਸ਼ ਦਾ ਅੱਖਰ ਚੱਕਦਾ, ਇਧਰੋਂ ਉਹ ਸਾਡਾ ਚੱਕ ਲੈਂਦਾ, ਉਹ ਕੰਨਾ ਲਾ ਦਿੰਦਾ ਵਿੱਚ। ਇਹ ਵੀ ਸਾਨੂੰ ਹੈ ਜਦ ਕਿਸੇ ਨਾਲ ਤੁਸੀਂ ਗੱਲ ਕਰਨੀ ਹੈ, ਯੂ ਸ਼ੁੱਡ ਬੀ ਵੈਰੀ ਕਲੀਅਰ ਕਿ ਉਹ ਰਾਮਾ ਕਹਿੰਦੇ ਆ। ਮੈਂ ਕਿਹਾ ਵਾਟ ਇਜ਼ ਰਾਮਾ ਐਂਡ ਕ੍ਰਿਸ਼ਨਾ? ਦੇयर इज नो ਰਾਮਾ ਐਂਡ ਕ੍ਰਿਸ਼ਨਾ ਵਰਡ। ਰਾਮ ਕ੍ਰਿਸ਼ਨ ਹੁੰਦੇ ਆ, ਇਹ ਰਾਮਾ ਔਰ ਕ੍ਰਿਸ਼ਨਾ ਤਾਂ ਮੈਂ ਕਿਹਾ ਇਹ ਤਾਂ ਨੌ ਹੀ ਮੰਨਦੇ ਨੇ। ਹਾਂਜੀ ਦੱਸੋ ਜੀ। ਉਹ ਐਕਚੁਅਲੀ ਅੱਖਰ ਦੇ ਹਿਸਾਬ ਨਾਲ ਉਹ ਭੇਦ ਹਮੇਸ਼ਾ ਰਹੇਗਾ ਹੀ, ਜਿਵੇਂ ਭਾਸ਼ਾ ਬਦਲੇਗੀ ਭੇਦ ਖੜੇ ਹੋ ਜਾਣਗੇ ਵਾਪਸ। ਹਾਂ ਬਈ ਗਗਨਦੀਪ ਸਿੰਘ। ਹਾਂਜੀ ਜੀ, ਵੈਸੇ ਤਾਂ ਇਹ ਜੀਵ ਜਿਹੜਾ ਇਹ ਮਨ ਦੀ ਅਵਸਥਾ ਤੇ ਹੀ ਆ, ਕਿਉਂਕਿ ਜੋ ਭਾਜੀ ਨੇ ਕਿਹਾ ਹੁਣੇ ਕਿਹਾ ਭਰਮ ਹੈ ਇਹਦੇ ਵਿੱਚ, ਇਸ ਕਰਕੇ ਇਹਨੂੰ ਹਾਲੇ ਚਿੱਤ ਨਹੀਂ ਬਣ ਪਾਇਆ ਹੈ, ਉਸ ਅਵਸਥਾ ਨੂੰ ਨਹੀਂ, ਇਹਨੇ ਸਟੇਬਿਲਿਟੀ ਨਹੀਂ ਆਈ ਇਹਦੇ ਵਿੱਚ। ਇਸ ਕਰਕੇ ਜੀਵ ਇਹ ਸਹੀ ਗੱਲ ਆ ਕਿ ਇਹ ਭਰਮ ਸਹਿਤ ਮਾਨਵਾ, ਭਰਮ ਰਹਿਤ ਨਹੀਂ ਆਪਾਂ ਕਹਿ ਸਕਦੇ। ਤੇ ਜਿਹੜਾ ਰਾਮਾ ਦਾ ਕਹਿ ਰਹੇ ਸੀ ਟੁੱਟਿਆ ਹੋਇਆ ਕਹਿ ਦਈਏ, ਟੁੱਟਿਆ ਹੋਇਆ ਕਹਿ ਦਈਏ ਵੀ ਟੁੱਟਿਆ ਹੋਇਆ ਹੈ। ਹਾਂਜੀ ਟੁੱਟਿਆ ਹੋਇਆ ਵਾ, ਹਾਲੇ ਉਹ ਜਿਹੜੀ ਤੇੜ ਵਾਲਾ ਵਾ ਇਹ ਦਲਿਆ ਹੋਇਆ ਵਾ। ਠੀਕ ਹੈ। ਹਾਂਜੀ ਇਹਨਾਂ ਨੂੰ ਆਪਣੇ ਕੋਲ ਪਹਿਲਾ ਸਵਾਲ ਦਾ ਜਵਾਬ ਆਪਣੇ ਹਿਸਾਬ ਨਾਲ ਆ ਗਿਆ। ਹੁਣ ਉਹ ਕੀ ਸਮਝਦੇ ਆ ਉਹ ਜਾਣਨ। ਤੇ ਗੋਡ ਕੀ ਹੈਗਾ ਜੀ? ਗੋਡ 'ਚ ਭਰਮ ਹੈਗਾ ਕਿ ਨਹੀਂ? ਜੇ ਤੁਸੀਂ ਗੋਡ ਪੂਰਨ ਕਹਿ ਰਹੇ ਜੇ, ਉਹ ਹੁਣ ਕਿਉਂਕਿ ਪਾਰ ਬ੍ਰਹਮ ਜਾਂ ਉੱਥੇ ਹੈ ਨਹੀਂ ਜੇ, ਤੇ ਪੂਰਨ ਦੇ ਹਿਸਾਬ ਨਾਲ ਫਿਰ ਆਪਾਂ ਉਹਨਾਂ ਦੇ ਅਕੋਰਡਿੰਗ ਜੇ ਚੱਲਣਾ ਤੇ ਗੋਡ ਆਪਾਂ ਕਹਿ ਨਹੀਂ ਸਕਦੇ ਫਿਰ, ਕਿਉਂਕਿ ਫਿਰ ਕਨਸੈਪਟ ਚੇਂਜ ਹੋ ਜਾਣਾ। ਜੇ ਆਪਾਂ ਪੂਰਨ ਕਹਿੰਦੇ ਆ ਤੇ ਪੂਰਨ ਦੇ ਵਿੱਚ ਵੀ ਅਵਸਥਾ ਪਹੁੰਚਣੀ ਆ ਹੌਲੀ ਹੌਲੀ ਜਾ ਕੇ, ਤੇ ਉਹ ਤੇ ਗੋਡ ਤੇ ਇੱਕ ਪਰਟੀਕੁਲਰ ਐਂਟੀਟੀ ਨੂੰ ਕਹੀ ਜਾ ਰਹੇ ਆ, ਤੇ ਅਸੀਂ ਤੇ ਸਮੂਹ ਨੂੰ ਕਹਿੰਦੇ ਆ। ਜੇ ਪਾਰ ਬ੍ਰਹਮ ਵੀ ਕਹਿੰਦੇ ਆ ਤੇ ਉੱਥੇ ਵੀ ਸਮੂਹ ਆ ਸਾਰਿਆਂ ਦਾ। ਤੇ ਦੂਸਰਾ ਹੈਗਾ ਦਾ ਡਿਫਰੈਂਸ ਬਿਟਵੀਨ ਜੜ ਐਂਡ ਚੇਤਨ। ਉਹ ਜੜਾ ਲਿਖਦਾ ਪਰ ਉਹਨੂੰ ਪਤਾ ਹੈ ਵੀ ਇੱਕ ਜੜ ਸ਼ਬਦ ਹੁੰਦਾ ਜਿਹੜਾ ਕਿ ਅਜੇ ਪੰਜਾਬ ਸਾਡੇ ਲਿਟਰੇਚਰ ਵਿੱਚ ਟੀਕਾਕਾਰੀ 'ਚ ਇਹਦੀ ਕੋਈ ਬਹੁਤੀ ਜ਼ਿਆਦਾ ਉਹ ਨਹੀਂ ਹੋਈ। ਡਿਫਰੈਂਸ ਬਿਟਵੀਨ ਜੜ ਐਂਡ ਫਿਜ਼ੀਕਲ, ਇਹਨਾਂ ਦਾ ਕੀ ਫਰਕ ਹੈ ਜੀ? ਜੜ ਫਿਜ਼ੀਕਲ ਐਂਡ ਗੋਡ ਤੇ ਪੂਰਨ ਬ੍ਰਹਮ। ਪਹਿਲਾਂ ਉਹਨੇ ਡਿਫਰੈਂਸ ਪੁੱਛਿਆ ਸੋਲ ਦਾ, ਜੀਵ ਦਾ ਤੇ ਪੂਰਨ ਬ੍ਰਹਮ ਦਾ। ਦੂਸਰਾ ਹੈਗਾ ਜੜ ਦਾ ਤੇ ਪੂਰਨ ਬ੍ਰਹਮ ਦਾ। ਹਾਂਜੀ ਡਾਕਟਰ ਸਾਹਿਬ। ਇਹ ਤੱਤਾਂ ਨੂੰ ਫਿਰ ਜੜ ਕਹਿ ਸਕਦੇ ਆ ਆਪਾਂ। ਜੋ ਪੰਜ ਤੱਤ ਨੇ ਜਿਹੜੇ ਜਿਨ੍ਹਾਂ ਤੋਂ ਸਰੀਰ ਬਣਦਾ, ਜਾਂ ਕਹਿ ਲਓ ਸ੍ਰਿਸ਼ਟੀ ਦਾ ਜਿਹੜਾ ਆਕਾਰ ਰੂਪ ਦਿਖਦਾ ਵਾ, ਜਿਹੜਾ ਉਹ ਜੜ ਵਾ। ਉਹ ਕਿੰਨੇ ਜਿਹੜੀ ਇਹਦੇ ਵਿੱਚ ਉਹ ਤੱਤ ਕਿੰਨੇ? ਤੱਤ ਤੇ ਅਸਲ 'ਚ ਤੇ ਇੱਕ ਹੀ ਹੁੰਦਾ ਵਾ, ਪਰ ਉਹ ਚਲੋ ਉਸ ਤੋਂ ਅੱਗੇ ਉਹ ਹੌਲੀ ਹੌਲੀ ਬਣਦੇ ਆ। ਜਿੱਦਾਂ ਆਪਾਂ ਜਿਹੜਾ ਜੱਗ ਹੈ, ਜੱਗ ਕਿੰਨੇ ਤੱਤਾਂ ਦਾ ਬਣਿਆ ਹੋਇਆ? ਜੱਗ ਤੇ ਇੱਕ ਦਾ ਹੀ ਹੋਊਗਾ। ਇੱਕ ਧਾਤ ਲਿਖਿਆ ਹੋਇਆ, ਤੱਤ ਚਾਰ। ਇੱਕ ਹੈ ਵੀ, ਹਾਂ ਧਾਤ ਇੱਕ ਹੋਊਗੀ। ਤੇ ਅੱਗੋਂ ਜੋ, ਕਿਉਂਕਿ ਜਿੱਦਾਂ ਹੁਣ ਤੁਸੀਂ ਹਾਈਡਰੋਜਨ ਬਾਰੇ ਕਰ ਰਹੇ ਸੀਗੇ ਗੱਲ, ਉੱਥੇ ਹੀ ਲਿਖਿਆ ਨਾ ਧਰਤੀ ਤੇ ਪਵਨਾ ਪਿਆ, ਪਵਨੇ ਤੇ ਜਲ ਹੋਈ। ਉਹ ਤਾਂ ਉੱਥੋਂ ਹੀ ਕਲੀਅਰ ਹੋ ਜਾਂਦਾ। ਹਾਂਜੀ ਮੈਟਰ ਦੀਆਂ ਲਿਕੁਇਡ ਔਰ ਆਪਣੇ ਕੋਲ ਗੈਸਿਸ ਫਾਰਮਸ ਹੈ। ਇੱਕ ਹੋਰ ਸ਼ਬਦ ਸੋਲਿਡ ਆ ਜਾਏਗਾ। ਉਹ ਤਾਂ ਬਿਲਕੁਲ ਬਸ ਇਹ ਉਹਦਾ ਵੈਸੇ ਵੀ ਦੇਖਿਆ ਜਾਏ ਤੇ ਗੈਸਿਸ ਦਾ ਕੰਬੀਨੇਸ਼ਨ ਹੀ ਗਾੜੀ ਵਾਟਰ ਆ, ਉਹ ਤੋਂ ਹੀ ਗਾੜੀ ਰਿਐਕਸ਼ਨ ਹੋ ਕੇ ਅੱਗ ਵਾ ਤੇ ਉਸ ਤੋਂ ਅੱਗੇ ਮਿੱਟੀ ਬਣਦੀ ਹੈ ਉਹ ਤੇ। ਪਰ ਇੱਕ ਚੀਜ਼ ਹੋਰ ਹੈਗੀ ਜੇ ਤੁਸੀਂ ਥੋੜਾ ਜਿਹਾ ਮਤਲਬ ਜਿਸ ਤਰ੍ਹਾਂ ਦੱਸੋ ਕਿ ਕੀ ਜਿਹੜੇ ਆਪਾਂ ਹਾਈਡਰੋਜਨ ਦਾ ਕਹਿੰਦੇ ਆ ਕਿ ਚਲੋ ਮੋਲੀਕਿਊਲ ਆ, ਇੱਕ ਕਹਿ ਲਈਏ ਆਪਾਂ ਇਹ ਹਵਾ ਆਪਾਂ ਇਹਨੂੰ ਮੰਨਦੇ ਜੇ, ਤੇ ਕੀ ਉਹਦੇ ਵਿੱਚ ਉਹ ਜੜ ਵਾ ਤੁਹਾਡੇ ਹਿਸਾਬ ਨਾਲ? ਬਾਕੀ ਦੱਸੋ ਜੀ, ਡਾਕਟਰ ਸਾਹਿਬ ਦੱਸਿਓ ਪਲੀਜ਼। ਹਾਂਜੀ ਜੜ ਜਿਹੜੀ ਦੇਖੋ, ਮਾਇਆ ਦੋ ਪ੍ਰਕਾਰ ਦੀ ਆਈ ਹੈ ਜਿਹੜੀ ਗੁਰਬਾਣੀ ਦੇ ਵਿੱਚ। ਇੱਕ ਤੇ ਤ੍ਰੈਗੁਣ ਮਾਇਆ, ਰਾਜਗੁਣ, ਤਮਗੁਣ, ਸਤਗੁਣ ਵਾਲੇ। ਹਾਂਜੀ, ਉਹ ਜਿਹੜਾ ਉਹਦੇ ਚ ਹੁਣ ਮਤਲਬ ਕਿ ਜਿਵੇਂ ਰਾਜਗੁਣ ਦਾ ਫੁਰਨਾ, ਜਿਵੇਂ ਆਪਾਂ ਕਹਿੰਦੇ ਆ ਕਾਰ ਹੈ,
ਆਪਾਂ ਕਹਿ ਦਿਆ ਵੀ ਮਰਸਡੀ ਕਾਰ ਲੈ ਲਈ $1 ਲੱਖ ਦੀ, ਹੁਣ ਕਾਰ ਤੇ ਨਹੀਂ ਬੋਲ ਕੇ ਦੱਸਦੀ ਵੀ ਮੈਂ $1 ਲੱਖ ਦੀ ਆ। ਨਹੀਂ ਮੈਂ ਉਹ ਨਹੀਂ, ਮੈਂ ਇਹ ਕਹਿ ਰਿਹਾ ਕਿ ਜੇ ਮੰਨ ਹਾਂਜੀ ਲਓ ਕਿ ਜਿੱਦਾਂ ਆਪਾਂ ਹਾਈਡਰੋਜਨ ਕਹਿੰਦੇ ਆ ਤੇ ਆਪਾਂ ਪ੍ਰੋਟੋਨਸ ਦੀ ਗੱਲ ਕਰ ਰਹੇ ਦੇਖੋ ਸੀ, ਜਿਹੜਾ ਕੀ ਉਹਨਾਂ ਦੇ ਵਿੱਚ ਕੀ ਕੋਈ ਚੇਤਨ ਸੱਤਾ ਨਹੀਂ ਹੈ ਪ੍ਰੋਟੋਨਸ ਦੇ ਵਿੱਚ? ਕੀ ਨਹੀਂ, ਉਹ ਦੇਖੋ, ਆਪ ਜਿਹੜੀ ਵੀ ਚੀਜ਼ ਇਹਦੇ ਚ ਵੀ ਦੋ ਚੀਜ਼ਾਂ ਆ ਜਾਂਦੀਆਂ ਜੀ। ਹਾਂਜੀ ਜਿਹੜਾ ਮਤਲਬ ਕਿ ਤੁਸੀਂ ਕਹਿ ਲਓ ਵੀ ਤੁਸੀਂ ਸਭ ਤੋਂ ਹਾਈਡਰੋਜਨ ਤੇ ਫਿਰ ਵੀ ਬਹੁਤ ਵੱਡਾ ਹੈ, ਉਹਦੇ ਚ ਨਿਊਟਰੋਨ ਹਾਂ, ਤੇ ਪ੍ਰੋਟੋਨ ਉਹ ਤੇ ਖੈਰ ਉਹ ਕੁਆਰਕਸ ਵੀ ਹੁਣ ਤੇ ਚਲੋ ਇਹਨਾਂ ਨੇ ਪਤਾ ਕਰ ਲਏ ਆ। ਉਸ ਤੋਂ ਵੀ ਅੱਗੇ ਹੋ ਸਕਦਾ ਲੱਭ ਜਾਣ। ਹਾਂਜੀ ਓਬਵੀਅਸਲੀ ਜਿਹੜਾ ਸਾਰਿਆਂ ਦਾ ਆਧਾਰ ਹੈ, ਜਿਹੜੀ ਹਾਂਜੀ ਚੀਜ਼ ਚਲਾ ਰਿਹਾ ਹੈ, ਜਿਹੜਾ ਹਰ ਚੀਜ਼ ਜਦੋਂ ਹਰਕਤ ਦੇ ਰਿਹਾ ਹੈ, ਹੂੰ ਉਹ ਤੇ ਚੇਤਨ ਸਤਾ ਹੀ ਹੈ। ਉਹ ਤੇ ਚੇਤਨ ਸੱਤੇ। ਫਿਰ ਆਪਾਂ ਜੜ ਕਹਿਣਾ ਆਪਾਂ ਇਹਦਾ ਜੜ ਅਸਲ ਸ਼ਾਬਦਿਕ ਇੱਕ ਸ਼ਾਬਦਿਕ ਕਹਿ ਲਓ ਭੇਦ ਵਾ। ਜੜ ਜਿਹੜੀ ਹੈ ਉਹ ਅਸਲ ਚ ਬੁੱਧੀ ਹੈ, ਜਿਹੜੀ ਖੜੀ ਹੋਈ ਹੈ, ਜਿਹੜੀ ਵੱਧਦੀ ਨਹੀਂ। ਆਪਾਂ ਗੁਰਬਾਣੀ ਦੇ ਹਿਸਾਬ ਨਾਲ ਫਿਰ ਜੜ ਬੁੱਧੀ ਨੂੰ ਹੀ ਕਵਾਂਗੇ, ਜਿਹੜੀ ਚਲਦੀ ਨਹੀਂ ਪਈ ਅੱਗੇ, ਜਿਹੜੀ ਗਤੀਮਾਨ, ਗਤੀ ਨਹੀਂ ਹੈਗੀ, ਜਿਹੜੀ ਗਤੀਮਾਨ ਨਹੀਂ ਹੈ। ਹਾਂਜੀ ਹਾਂ, ਉਹੀ ਕਵਾਂਗੇ, ਕਿਉਂਕਿ ਜੜ ਉਦਾਂ ਕੁਝ ਹੈ ਨਹੀਂ ਆ। ਜੇ ਚੇਤਨ ਸੱਤਾ ਦੇ ਕਹਿ ਲਓ ਇੱਕ ਚਾਦਰ ਦੇ ਉੱਤੇ ਸਾਰਾ ਕੁਝ ਹੋ ਰਿਹਾ ਵਾ, ਤੇ ਫਿਰ ਤੇ ਸਾਰਾ ਕੁਝ ਹੀ ਚੇਤਨ ਆ। ਸਭ ਦਾ ਆਧਾਰ ਨਾਮ ਹੀ ਹੈ ਨਾ, ਨਾਮ ਕੇ ਧਾਰੇ ਸਗਲੇ ਜੰਤ। ਬਸ ਤੇ ਇੱਕ ਗੁਰਜੀਤ ਸਿੰਘ ਜੀ, ਇੱਕ ਨਾ ਮੈਨੂੰ ਡਾਊਟ ਸੀਗਾ ਘਟ ਬਾਰੇ। ਜਿੱਦਾਂ ਆਪਾਂ ਪਿਛਲੇ ਵੀ ਲੈਕਚਰਸ ਦੇ ਵਿੱਚ ਗੱਲ ਚੱਲੀ ਘਟ, ਕਿ ਉਹ ਘਟ ਵਿੱਚ ਰਹਿੰਦਾ ਵਾ। ਹੁਣ ਕੀ ਆਪਾਂ ਉਹ ਇਨਸਾਨੀ ਘਟ ਜਾਂ ਕਿਸੇ ਪੰਛੀ ਦਾ ਘਟ ਜਾਂ ਕਿਸੇ ਪਰਿੰਦੇ ਦਾ ਕਿ ਕੀੜੇ ਦਾ ਉਹ ਘਟ ਕਹਿ ਰਹੇ? ਆਪਾਂ ਘਟ ਕਹਿ ਕਿਹਨੂੰ ਰਹੇ ਆ? ਚਲੋ ਜੀ ਦੱਸੋ ਜੀ ਸੁਰਜੀਤ ਸਿੰਘ, ਕੋਈ ਹੋਰ ਦੱਸੇ ਇਹਨਾਂ ਨੂੰ ਪਤਾ। ਹਾਂਜੀ ਜਿਹੜਾ ਘਟ ਹੈ ਨਾ ਜੀ, ਇੱਕ ਘਟ ਆਇਆ ਹੈ ਹਿਰਦੇ ਵਾਸਤੇ। ਮੈਂ ਉਹੀ ਕਹਿ ਰਿਹਾ, ਹਿਰਦਾ ਆਪਾਂ ਜਦੋਂ ਆਪਾਂ ਸ਼ਬਦ ਵਰਤ ਰਹੇ ਆ, ਪਰ ਆਪਾਂ ਕਹਿ ਕਿਹਨੂੰ ਰਹੇ ਆ? ਹਿਰਦਾ ਕਿਹੜੀ ਜਗ੍ਹਾ, ਕਿਹੜੀ ਇਹੋ ਜੀ ਚੀਜ਼ ਆਪਾਂ ਜਿਹਨੂੰ ਇਹ ਸੰਬੋਧਨ ਕਰਕੇ ਕਹਿ ਰਹੇ ਆ ਕਿ ਇਹ ਘਾਟ ਵਾ ਹਿਰਦਾ? ਕੀ ਇਹ ਕੱਲਾ ਮਨੁੱਖਾਂ 'ਚ ਹੁੰਦਾ ਵਾ? ਕੀ ਇਹ ਜੀਵ ਜੰਤੂਆਂ 'ਚ ਹੁੰਦਾ ਵਾ? ਕੀ ਇਹ ਕਣਾਂ 'ਚ ਵੀ ਹੁੰਦਾ ਵਾ? ਮੈਂ ਇਹ ਪੁੱਛਣਾ ਚਾਹੁੰਦਾ। ਹਾਂਜੀ, ਘਾਟ ਜਿਹੜਾ ਜੀ, ਜਿੱਥੇ ਜੀਵ ਹੈਗਾ ਹੈ ਉੱਥੇ ਘਾਟ ਹੈ, ਠੀਕ ਹੈ। ਜਿੱਥੇ ਜੀਵ ਨਹੀਂ ਹੈ, ਜਿੱਥੇ ਐਵੇਂ ਭਗਤ ਦਸਮ ਬਾਣੀ ਨੇ ਵੀ ਇਹ ਚੀਜ਼ ਨੂੰ ਕਲੀਅਰ ਕੀਤਾ ਹੋਇਆ ਜੇ, ਜਿੱਥੇ ਆਪਾਂ ਕਹਿੰਦੇ ਆ ਗੁਰੂ ਆਪਣੇ ਭਗਤਾਂ ਦੀ ਬਾਣੀ 'ਚ ਵੀ ਕਲੀਅਰ ਹੈਗਾ ਇਹ, ਪਾਤੀ ਤੋੜੇ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਨਿਰਜੀਓ। ਹਾਂਜੀ, ਸਤਿਗੁਰੂ ਜਾਗਦਾ ਹੈ ਰਿਓ ਭੁੱਲੀ ਮਾਲਣੀ ਹੈ ਉਹ। ਜਾਂ ਇੱਥੇ ਕਿਹਾ ਗੁਰੂ ਸਾਹਿਬ ਨੇ, ਕਾਹੇ ਕੋ ਪਾਹਨ ਪੂਜਤ ਹੈ ਪਸ਼ੂ ਪਾਹਨ ਮੇ ਪਰਮੇਸ਼ਰ ਨਹੀਂ। ਉੱਥੇ ਸਪਸ਼ਟ ਕਹਿਤਾ ਵੀ ਪਾਹਨ 'ਚ ਪਰਮੇਸ਼ਰ ਨਹੀਂ ਹੈਗਾ, ਠੀਕ ਹੈ ਕਿ ਨਹੀਂ। ਹੁਣ ਕਹਿਣ ਦਾ ਕੀ ਮਤਲਬ ਹੈਗਾ ਇਹ ਵੀ ਜਿਹੜਾ ਹੁਕਮ ਹੈ ਉਹ ਸਰਵ ਵਿਆਪੀ ਹੈ। ਠੀਕ ਹੈ, ਸਰਵ ਵਿਆਪੀ ਦਾ ਮਤਲਬ ਹੁੰਦਾ ਹੈਗਾ ਵੀ ਇੱਕ ਦੇਖੋ ਦੋ ਤਰ੍ਹਾਂ ਦੇ ਨਾਲ ਆਉਂਦਾ। ਇੱਕ ਤੇ ਘਟ ਦੇ ਵਿੱਚ ਬੈਠਾ, ਘਟ ਜਿਹੜਾ ਹੈਗਾ ਇਹ ਆਪਾਂ ਮਨ ਨੂੰ ਘਟ ਕਹਿ ਲਿਆ, ਕਿਉਂਕਿ ਮਨ ਦੇ ਵਿੱਚ ਹੀ ਬੈਠਾ ਨਾ, ਮਨ ਸਾਰਿਆਂ ਨੂੰ ਪਤਾ ਹੈ। ਹਾਂਜੀ ਸਹੀ ਹੈ, ਸਹੀ ਹੈ। ਮਨ ਦੇ ਵਿੱਚ ਬ੍ਰਹਮ ਬੈਠਾ ਹੋਇਆ ਹੈ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਜਾਂ ਜਿਹਨੂੰ ਮਨ ਮਹਿ ਆਪ ਕਹਿੰਦੇ ਆ, ਮਨ ਮੇ ਆਪ, ਮਨ ਆਪਣੇ ਮਾਹੇ, ਮਨ ਆਪਣੇ ਮਾਹੇ। ਜੋ ਜਿਹੜਾ ਇਹ ਮਨ ਦੇ ਵਿੱਚ ਬੈਠਾ ਹੈ, ਇਹਨੂੰ ਮਨ ਨੂੰ ਹਿਰਦਾ ਕਹਿਤਾ। ਹੁਣ ਕਿਉਂਕਿ ਮਨ ਇਸ ਸਮੇਂ ਅਸ਼ੁੱਧ ਹੈ, ਮਨ ਤ੍ਰੈਗੁਣ ਮਾਇਆ 'ਚ। ਅੱਛਾ, ਫਿਰ ਇਹ ਤ੍ਰੈਗੁਣ ਮਾਇਆ ਜਿਹੜੀ ਇਹ ਵੀ ਬ੍ਰਹਮ ਦੀ ਪੈਦਾ ਕੀਤੀ ਹੋਈ ਹੈ। ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ? ਹਾਂ, ਇਹ ਬ੍ਰਹਮ ਕੀ ਕੀਨੀ ਹੈ, ਸਹੀ ਹੈ। ਹਾਂਜੀ, ਬ੍ਰਹਮ ਜਿਹੜਾ ਹੈ ਉਹ ਮਨ ਦੇ ਵਿੱਚ ਬੈਠਾ ਆਪ ਹੀ ਮਾਇਆ ਪੈਦਾ ਕਰ ਰਿਹਾ ਹੈ, ਠੀਕ ਹੈ, ਤੇ ਆਪ ਹੀ ਵਿੱਚ ਉਲਝਿਆ ਪਿਆ ਹੈ। ਇਹਨੂੰ ਹੀ ਕਿਹਾ ਆਪੇ ਹਰ ਇੱਕ ਆਪ ਹੈ, ਆਪੇ ਬਹੁ ਰੰਗੀ, ਆਪੇ ਬਹੁ ਰੰਗੀ, ਠੀਕ ਹੈ ਨਾ। ਹੁਣ ਬਹੁ ਰੰਗੀ ਕਿਵੇਂ ਹੋ ਜਾਂਦਾ ਹੈ? ਬਹੁ ਰੰਗੀ ਜਿਹੜਾ ਹੈ ਕਿਉਂਕਿ ਇਹਦੇ ਮਨ ਦੀਆਂ ਮਨ ਹੈ ਨਾ, ਕਿਤੇ ਰਾਜੋਗੁਣੀ ਹੈ, ਕਿਤੇ ਤਮੋਗੁਣੀ ਹੈ, ਕਿਤੇ ਸਤੋਗੁਣੀ ਹੈ। ਇਹਦੇ ਕਿੰਨੇ ਹੀ ਰੰਗ ਨੇ, ਠੀਕ ਹੈ ਨਾ। ਤਮੋਗੁਣ ਦੇ ਕਿੰਨੇ ਫੁਰਨੇ ਹੁੰਦੇ ਨੇ, ਰਾਜਗੁਣ ਦੇ ਕਿੰਨੇ ਹੁੰਦੇ ਨੇ, ਸਤੋਗੁਣ ਦੇ ਕਿੰਨੇ ਹੁੰਦੇ ਨੇ, ਵੱਖਰੇ ਵੱਖਰੇ ਪ੍ਰਕਾਰਾਂ ਦੇ ਵਿੱਚ ਇੱਕ ਬਹੁ ਰੰਗੀ ਹੋਇਆ ਬੈਠਾ ਹੋਇਆ, ਠੀਕ ਹੈ ਨਾ। ਜਦੋਂ ਇਹ ਇੱਕ ਰੰਗ ਆ ਜਾਂਦਾ ਹੈ, ਭਾਵ ਇਹ ਆਪਣੇ ਦੇ ਵਿੱਚ ਹੀ ਸਮਾ ਜਾਂਦਾ ਹੈ, ਆਪ ਉਪਦੇਸੇ ਸਮਝੇ ਆਪ ਹੋ ਗਿਆ। ਜਦੋਂ ਆਪੇ ਹੀ ਵਿੱਚ ਆਪਣੇ ਵਿੱਚ ਹੀ ਆ ਜਾਊਗਾ ਤੇ ਇਹ ਇੱਕ ਰੰਗੀ ਹੋ ਜਾਏਗਾ, ਪੂਰਨ ਬ੍ਰਹਮ ਕਹਿ ਦੋ ਤੁਸੀਂ। ਤਾਂ ਇਹ ਜੀਵ ਦਾ ਜਿਹੜਾ ਮਨ ਹੈ ਅਸਲ ਦੇ ਵਿੱਚ ਇਹੀ ਇਹਦਾ ਘਟ ਹੈ, ਇਹਦੇ ਵਿੱਚ ਹੀ ਇਹ ਬੈਠਾ ਹੋਇਆ ਜਿਹੜਾ ਬ੍ਰਹਮ ਹੈ, ਠੀਕ ਹੈ ਨਾ। ਤਾਂ ਮਨ ਕਰਕੇ ਸਮਝਾਉਣਾ ਇਹਨੂੰ, ਜੇ ਮਨ ਕਹਿ ਦਾਂਗੇ ਤਾਂ ਜ਼ਿਆਦਾ ਸੌਖਾ ਹੋ ਜਾਏਗਾ, ਠੀਕ ਹੈ ਨਾ। ਇਸ ਤਰ੍ਹਾਂ ਹੋਰ ਕੋਈ ਬਾਹਰ ਕੋਈ ਹਿਰਦਾ ਨਹੀਂ। ਅੱਛਾ, ਫਿਰ ਇਹ ਮਨ ਫੁੱਟ ਜਾਂਦਾ, ਜਿਹਨੂੰ ਜਿਵੇਂ ਕਬੀਰ ਜੀ ਉੱਥੇ ਵੀ ਕਹਿੰਦੇ ਨੇ ਹਿਰਦਾ ਫੁੱਟ ਜਾਂਦਾ ਨਾ, ਘਟ ਫੁੱਟੇ, ਹਾਂ ਘਟ ਫੁੱਟੇ, ਘਟ ਕਬ ਹੋਣਾ,
ਘਟ ਘੱਟ ਕਹੂੰ ਕਹੂੰ, ਹਾਂ ਇਹ ਜਿਹੜਾ ਘਟ ਇਹ ਫੁੱਟ ਜਾਂਦਾ, ਜਿਵੇਂ ਤੁਸੀਂ ਕਹਿੰਦੇ ਪਏ ਸੀਗੇ ਵੀ ਹੁਣ ਮਤਲਬ ਕਿ ਜਦੋਂ ਇਹ ਸਰੀਰ ਛੱਡਦਾ ਉਦੋਂ ਘਟ ਫੁੱਟ ਜਾਂਦਾ, ਪਰ ਜਦੋਂ ਵੀ ਇਹ ਸਰੀਰ ਧਾਰਨ ਕਰੇਗਾ ਘਟ ਫਿਰ ਆਵੇਗਾ ਹੀ ਆਏਗਾ। ਠੀਕ ਹੈ, ਉਹ ਭਾਵੇਂ ਅੰਡੇ ਜੇਰੇ ਯੂਥਪੁਜ ਸੇਤ ਯੂਥਪੁਜ ਆ ਇੱਥੇ ਦੀਆਂ ਖਾਣੀਆਂ ਨੇ, ਚਾਰ ਖਾਣੀਆਂ ਹੋ ਸਕਦੀਆਂ, ਚਾਹੇ ਉਹ ਸਿੰਗਲ ਸੈੱਲ ਹੋਵੇ। ਹਾਂਜੀ, ਭਾਵੇਂ ਉਹ ਕਿਸੇ ਵੀ ਸ਼੍ਰੇਣੀ ਚ ਹੋਵੇ, ਜਿਵੇਂ ਇਸ ਧਰਤੀ ਦੇ 4 ਖਾਣੀਆਂ ਨੇ, ਬਾਕੀ ਦੀਆਂ ਧਰਤੀਆਂ ਚ ਹੋ ਸਕਦਾ ਹੋਰ ਬਥੇਰੀਆਂ ਖਾਣੀਆਂ ਹੋਣ, ਉੱਥੇ ਵੀ ਉਹੀ ਬ੍ਰਹਮ ਹੈ, ਉਹੀ ਮਨ ਹੈ, ਉਵੇਂ ਹੀ ਤਰੀਕੇ ਦੇ ਨਾਲ ਚੱਲਦਾ ਪਿਆ, ਕਿਉਂਕਿ ਬੇਸ ਤੇ ਉਹੀ ਰਹਿਣਾ ਹੈ ਨਾ ਜਦੋਂ ਟੁੱਟਿਆ। ਤਾਂ ਜਿਹੜੇ 4 ਨੇ, ਸਤਯੁਗ, ਦੁਆਪਰ, ਤ੍ਰੇਤਾ ਤੇ ਕਲਯੁਗ, ਉਹ ਤੇ ਹਰ ਪਾਸੇ ਇੱਕੋ ਹੀ ਨੇ, ਜਿੱਥੇ ਵੀ ਭਾਵ ਸਾਗਰ ਜਿੱਥੇ ਵੀ ਹੈ। ਤਾਂ ਇਹ 4 ਖਾਣੀਆਂ ਚ ਜਿੱਥੇ ਵੀ ਜਾਏਗਾ, ਜਿੱਥੇ ਵੀ ਇਹਨੇ ਜੂਨ ਧਾਰਨ ਕਰਨੀ ਹੈ, ਭਾਵੇਂ ਕਿਸੇ ਵੀ ਤਰ੍ਹਾਂ ਦੀ ਜੂਨ ਹੋਵੇ, ਉਹਦੇ ਵਿੱਚ ਇਹਦੇ ਕੋਲ ਹਿਰਦਾ ਹੈਗਾ ਹੀ ਹੈਗਾ। ਤਾਂ ਹਿਰਦੇ ਵਿੱਚ ਉਸ ਸਮੇਂ ਇਹ ਹੁਕਮ 'ਚ ਚੱਲਦਾ, ਸਿਰਫ ਮਨੁੱਖਾ ਜੂਨ ਹੀ ਹੈ ਜਿੱਥੇ ਇਹ ਭਾਣੇ ਤੋਂ ਬਾਹਰ ਹੁੰਦਾ। ਠੀਕ ਹੈ ਨਾ, ਮਤਲਬ ਕਿ ਬਾਹਰ ਹੋਣ ਦੀ ਕੋਸ਼ਿਸ਼ ਕਰਦਾ, ਚੱਲ ਤੇ ਨਹੀਂ ਸਕਦਾ ਹੁਕਮ ਤੋਂ ਬਾਹਰ ਇੱਥੇ ਵੀ, ਪਰ ਭਾਣੇ ਤੋਂ ਥੋੜਾ ਬਾਹਰ ਜਾਣ ਦੀ ਕੋਸ਼ਿਸ਼ ਜ਼ਰੂਰ ਕਰਦਾ। ਠੀਕ ਹੈ ਨਾ, ਜਿਵੇਂ ਜਾਂ ਇਹ ਕਹ ਲਓ ਸੋਚਦਾ ਵਾ ਕਿ ਮੈਂ ਭਾਣੇ ਤੋਂ ਬਾਹਰ ਹਾਂ। ਹਾਂਜੀ 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 ਹਾਂਜੀ, ਸੋਚ ਕਰਕੇ ਬਾਹਰ ਹੈ, ਸੋਚ ਕਰਕੇ ਸੋਚ ਕਰਕੇ ਬਾਹਰ ਆ, ਉਦਾਂ ਤੇ ਬਾਹਰ ਕਿੱਥੇ ਜਾਣਾ ਇਹਨੇ? ਨਹੀਂ, ਬਾਹਰ ਤੇ ਜਾ ਹੀ ਨਹੀਂ ਸਕਦਾ, ਸਭ ਹੁਕਮ ਅੰਦਰ, ਸਭ ਕੋ ਬਾਹਰ ਹੁਕਮ ਨਾ ਕੋਈ। ਤੇ ਇਹ ਸਿਰਫ ਆਪਣੇ ਆਪ ਨੂੰ ਇਹ ਸੋਚਦਾ ਵੀ ਮੈਂ ਬਸ ਉਹੀ ਕਿ ਜਾਬੇ ਜਾਣੇ ਮੈਂ ਕਿਛ ਕਰਤਾ, ਉਹੀ ਤਾਂ ਹੀ ਚੱਕਰ ਚੱਲਦਾ ਪਿਆ ਸਾਰਾ। ਹਾਂਜੀ ਹਾਂਜੀ ਹਾਂਜੀ। ਤਾਂ ਇਸ ਕਰਕੇ ਘਟ ਜਿਹੜਾ ਇਹ ਫੁੱਟਦਾ ਹੈ ਜਦੋਂ ਸਰੀਰ ਛੱਡਦਾ ਹੈ, ਉਦੋਂ ਅੱਗੇ ਹੰਸ ਅਕੇਲਾ ਹੁੰਦਾ ਹੈ। ਤੇ ਉਹ ਹੰਸ ਜਿਹੜਾ ਉਹਨੂੰ ਬ੍ਰਹਮ ਨੂੰ ਹੀ ਕਿਹਾ ਹੈ, ਉਦੋਂ ਮਨ ਇਹਦੇ ਚ ਸਮਾ ਜਾਂਦਾ ਵਿੱਚ। ਸਹੀ ਹੈ ਜੀ। ਹਾਂਜੀ, ਇੱਕ ਸਵਾਲ ਇੱਥੇ, ਜੇ ਅਸੀਂ ਮਨ ਨੂੰ ਘੱਟ ਕਹਿ ਦਈਏ, ਹਾਂਜੀ, ਫਿਰ ਇੱਕ ਸਵਾਲ ਇਹ ਆ ਜਾਂਦਾ ਹੈ ਵੀ ਮਨ ਦੀ ਜਿਹੜੀ ਗੂੜੀ ਸਮਝ ਹੈ ਸਾਡੇ ਕੋਲ, ਉਹ ਸਿਰਫ ਮਨੁੱਖਾ ਜੋਨੀ ਚ ਹੀ ਹੈ। ਕਿਵੇਂ? ਬਾਕੀ ਜੋਨ, ਜਿਵੇਂ ਮੈਂ ਇਹ ਸਵਾਲ ਅਸਲ 'ਚ ਮੈਂ ਐਸੇ ਕਰਕੇ ਪੁੱਛਿਆ ਸੀ ਥੋੜਾ ਜਿਹਾ, ਮਤਲਬ ਕਿ ਤੁਹਾਡਾ ਕਹਿਣ ਦਾ ਮਤਲਬ ਵੀ ਬਾਕੀ ਜੂਨਾਂ ਚ ਮਨ ਨਹੀਂ ਹੁੰਦਾ। ਸਾਡੇ ਕੋਲ ਉਹਦਾ ਗਿਆਨ ਨਹੀਂ ਹੈ ਨਾ ਪੂਰਾ। ਨਹੀਂ, ਗਿਆਨ ਨਹੀਂ, ਇਸ ਤਰ੍ਹਾਂ ਹੈ, ਮਨ ਬਾਕੀ ਦੀ ਜੂਨਾਂ ਚ ਗਿਆਨ ਪੂਰਾ ਲੈ। ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਿੰਦਾ ਵਾ, 2 ਆਪਣੇ ਕੋਲ ਜਾਨਵਰ ਨੇ, ਇੱਕ ਘੋੜਾ ਤੇ ਇੱਕ ਕੁੱਤਾ। ਠੀਕ ਹੈ, ਜਿਨ੍ਹਾਂ ਦੇ ਨਾਲ ਆਪਣਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ। ਕੁੱਤੇ ਵੀ ਬਹੁਤ ਜ਼ਿਆਦਾ ਲੋਕਾਂ ਨੇ ਪਾਲੇ, ਘੋੜੇ ਵੀ ਬਹੁਤ ਜ਼ਿਆਦਾ ਲੋਕਾਂ ਨੇ ਪਾਲੇ। ਹੁਣ ਤੁਸੀਂ ਦੇਖ ਲਓ, ਜਾਂ ਬਾਂਦਰ ਕਹਿ ਲਓ, ਹੁਣ ਇਹ ਤਿੰਨਾਂ ਦਾ ਮਨ ਹੈ, ਤਿੰਨਾਂ ਦੇ ਮਨਾਂ ਦੀਆਂ ਐਗਜ਼ਾਮਪਲਾਂ ਦਿੱਤੀਆਂ ਹੋਈਆਂ ਨੇ ਗੁਰੂ ਸਾਹਿਬ ਨੇ ਗੁਰਬਾਣੀ ਚ। ਆਪਾਂ ਨੂੰ ਵੀ ਪਤਾ, ਆਪਣਾ ਫਸਟ ਹੈਂਡ ਪ੍ਰੈਕਟੀਕਲ ਐਕਸਪੀਰੀਅੰਸ ਹੈ। ਜਿਵੇਂ ਕੁੱਤਾ ਹੈ, ਕੁੱਤਾ ਤੁਸੀਂ ਮਾਲਕ ਨੂੰ ਵੇਖਦਾ ਹੈ, ਵੇਖਦਿਆਂ ਸਾਰੀ ਛਾਲਾਂ ਮਾਰਨ ਲੱਗ ਪੈਂਦਾ, ਖੁਸ਼ ਹੋ ਜਾਂਦਾ। ਉਹਨੂੰ ਤੁਸੀਂ ਮਾਲਕ ਨਾ ਦਿਖੇ ਕੋਈ ਦਿਨ, ਤੇ ਉਹੀ ਮਨ ਡਿਪਰੈਸ਼ਨ ਚ ਚਲ ਜਾਂਦਾ। ਕੁੱਤੇ ਦਾ ਮਨ ਹੀ ਡਿਪਰੈਸ਼ਨ ਚ ਗਿਆ। ਠੀਕ ਹੈ ਜੀ, ਜਾਂ ਕੁੱਤੇ ਦਾ ਮਨ ਹੀ ਐਕਸਾਈਟਡ ਹੋਇਆ। ਇਵੇਂ ਘੋੜਾ ਹੈ, ਆਪਣੇ ਮਾਲਕ ਦਾ ਹੱਥ ਲੱਗਦੇ ਆ ਸਾਰੀ, ਉਹ ਘੋੜਾ ਜਿਹੜਾ ਹੈ ਉਹ ਬਿਲਕੁਲ ਡਿਫਰੈਂਟ ਬਿਹੇਵ ਕਰਦਾ ਐਜ਼ ਕੰਪੇਅਰ ਟੂ ਵੀ ਉਹਨੂੰ ਤੁਸੀਂ ਆਈਸੋਲੇਸ਼ਨ ਚ ਰੱਖ ਦੋਗੇ। ਹੁਣ ਜਾਨਵਰਾਂ ਦੇ ਵਿੱਚ, ਹੁਣ ਮੈਂ ਖੁਦ ਡਾਕਟਰ ਹਾਂ, ਜੇ ਕਿਸੇ ਵੀ ਵੈਟਰਨਰੀ ਡਾਕਟਰ ਨੂੰ ਪੁੱਛੋ ਤੁਸੀਂ, ਉਹ ਤੁਹਾਨੂੰ ਖੁਦ ਦੱਸੂਗਾ ਵੀ ਜਾਨਵਰ ਵੀ ਡਿਪਰੈਸ ਹੋ ਜਾਂਦੇ ਨੇ, ਜਾਨਵਰ ਵੀ ਐਕਸਾਈਟਡ ਹੋ ਜਾਂਦੇ ਨੇ। ਸੋ ਐਕਸਾਈਟਡ ਉਹਨਾਂ ਚ ਹੁੰਦਾ ਕੌਣ ਪਿਆ? ਬ੍ਰਹਮ ਤੇ ਨਾ ਐਕਸਾਈਟਡ ਹੁੰਦਾ ਹੈ ਤੇ ਨਾ ਹੀ ਉਹ ਡਿਪਰੈਸ਼ਨ ਚ ਜਾਂਦਾ। ਉਹ ਤੇ ਮਤਲਬ ਕਿ ਪ੍ਰਾਤਮਾ ਪਾਰਬ੍ਰਹਮ ਦਾ ਰੂਪ ਹੈ ਨਾ, ਨਾ ਇਹ ਬੂੜਾ ਨਾ ਇਹ ਬਾਲਾ, ਉਹ ਤੇ ਕੋਈ ਹੈ ਹੀ ਨਹੀਂ, ਫਰਕ ਹੀ ਨਹੀਂ। ਸੋ ਫਰਕ ਜਿਹੜਾ ਹੈ ਮਨ ਕਰਕੇ ਹੈ, ਮਨ ਕਰਕੇ ਹੀ ਚੀਜ਼ ਐਕਸਾਈਟ ਹੋ ਰਹੀ ਹੈ, ਮਨ ਕਰਕੇ ਹੀ ਚੀਜ਼ ਜਿਹੜੀ ਹੈ ਉਹ ਡਿਪਰੈਸ਼ਨ ਚ ਜਾ ਰਹੀ ਹੈ। ਬਾਕੀ ਦੀਆਂ ਜਿਹੜੀਆਂ ਨੇ ਜੂਨਾਂ ਨੇ, ਉਹਦੇ ਵਿੱਚ ਸਾਨੂੰ ਜ਼ਿਆਦਾ ਫਸਟ ਹੈਂਡ ਐਕਸਪੀਰੀਅੰਸ ਨਹੀਂ, ਨਾ ਹੀ ਅਸੀਂ ਉਹਨਾਂ ਦੀ ਬੋਲੀ ਸਮਝਦੇ ਹਾਂ, ਨਾ ਹੀ ਸਾਨੂੰ ਉਹਨਾਂ ਬਾਰੇ ਪਤਾ ਹੈ, ਨਾ ਹੀ ਗੁਰਬਾਣੀ ਚ ਜ਼ਿਆਦਾ, ਕਿਉਂਕਿ ਗੁਰਬਾਣੀ ਦਾ ਟੌਪਿਕ ਇੰਨਾ ਕਿ ਦੱਸਿਆ ਹੈ ਵੀ ਮਨ ਜਿਹੜਾ ਹੈ ਉਹ ਆਪਣਾ ਗਿਆਨ ਪੂਰਾ ਕਰਦਾ ਪਿਆ ਹਰ ਜੂਨੀ ਦੇ ਵਿੱਚ। ਠੀਕ ਹੈ ਨਾ, ਬ੍ਰਹਮ ਅਸਲ ਚ ਬ੍ਰਹਮ ਹੀ ਗਿਆਨ ਪੂਰਾ ਕਰਦਾ ਪਿਆ ਆਪਣਾ। ਤਾਂ ਬ੍ਰਹਮ ਜਿਹੜਾ ਜਦੋਂ ਗਿਆਨ ਪੂਰਾ ਕਰਕੇ ਮਨੁੱਖੀ ਜੂਨ ਦੇ ਵਿੱਚ ਆਉਂਦਾ ਹੈ, ਇਹ ਫਿਰ ਇਹਨੇ ਆਪਣਾ ਅਪਲਾਈ ਕਰਨਾ ਹੁੰਦਾ ਗਿਆਨ। ਗਿਆਨ ਹੈ ਕੀ ਹੈ? ਭਾਣੇ 'ਚ ਚੱਲਣਾ, ਆਹ ਗਿਆਨ ਹੈ। ਕਿਸੇ ਵੀ ਬਾਕੀ ਦੀ ਜਿੰਨੀ ਵੀ ਜੂਨ ਹੈ, ਤਕਰੀਬਨ ਹਰ ਜੂਨ ਜਿਹੜੀ ਉਹ ਭਾਣੇ 'ਚ ਖੜੀ ਹੈ, ਭਾਣੇ 'ਚ ਚੱਲਦੀ ਹੈ। ਠੀਕ ਹੈ, ਉਦੋਂ ਮੈਂ ਅਜੇ ਪਰਸੋਂ ਚੌਥ ਹੀ ਕਿਸੇ ਦੇ ਨਾਲ ਵਿਚਾਰ ਕਰਦਾ ਪਿਆ ਸੀ। ਆਪਾਂ ਵਿਚਾਰ ਲੈਂਦੇ ਹਾਂ, ਆਪਾਂ ਕੋਈ ਵੀ ਵਿਚਾਰ ਲੈਂਦੇ ਹਾਂ, ਆਪਾਂ ਨੂੰ ਆਪਣੀ ਭਾਸ਼ਾ 'ਚ ਵਿਚਾਰ ਆਉਂਦਾ। ਠੀਕ ਹੈ ਜੀ, ਹੁਣ ਜਿਹੜਾ ਕੁੱਤਾ ਹੈ ਜਾਂ ਬਿੱਲਾ ਹੈ ਜਾਂ ਕੋਈ ਵੀ ਜਾਨਵਰ ਹੈ ਜਾਂ ਜਿਸ ਤਰ੍ਹਾਂ ਵੀ ਹੈ, ਉਹਨਾਂ ਦੀ ਤਾਂ ਬੋਲੀ ਨਹੀਂ ਹੁੰਦੀ, ਪਰ ਉਹ ਫਿਰ ਕਿਹੜੀ ਬੋਲੀ 'ਚ ਵਿਚਾਰ ਲੈਂਦੇ ਨੇ। ਜਿਵੇਂ ਹੁਣ ਇੱਕ ਐਗਜ਼ਾਮਪਲਾਂ ਦਿੱਤੀਆਂ ਹੋਈਆਂ ਨੇ ਆਪਾਂ ਨੂੰ, ਜਿਵੇਂ ਇੱਕ ਕੱਚੂ ਕੁੰਮਾ ਹੈ, ਕੱਚੂ ਕੁੰਮਾ ਆਂਡੇ ਦਿੰਦਾ। ਕੱਚੂ ਕੁੰਮੀ ਜਿਹੜੀ ਹੈ ਆਂਡੇ ਦਿੰਦੀ ਹੈ। ਦਰਿਆ ਤੋਂ ਕਹਿ ਲਓ ਵੀ ਅੱਧਾ ਕਿਲੋਮੀਟਰ ਦੂਰ ਜਾ ਕੇ ਰੇਤਾ ਪੱਟ ਕੇ ਉਹਦੇ ਵਿੱਚ ਆਂਡੇ ਦੇ ਜਾਂਦੀ, ਜਾਂ ਸਮੁੰਦਰ ਦੇ ਵਿੱਚ। ਹੁਣ ਉਹਨਾਂ ਨੂੰ ਛੱਡ ਕੇ ਉੱਥੇ ਆ ਜਾਂਦੀ ਹੈ। ਉਹਨਾਂ ਨੂੰ ਜਦੋਂ ਆਂਡਿਆਂ ਚੋਂ ਬੱਚੇ ਨਿਕਲਦੇ ਨੇ, ਉਹਨਾਂ ਨੂੰ ਕੌਣ ਦੱਸਦਾ ਹੈ ਵੀ ਸਮੁੰਦਰ ਜਾਂ ਦਰਿਆ ਇਸ ਡਾਇਰੈਕਸ਼ਨ ਦੇ ਵਿੱਚ ਹੈ?
ਉਹਨਾਂ ਨੂੰ ਪਹਿਲੀ ਫੀਡ ਕੌਣ ਦੱਸਦਾ ਵੀ ਆਹ ਇਹ ਤੁਸੀਂ ਖਾਣਾ ਹੈ, ਇਹ ਤੁਹਾਡਾ ਭੋਜਨ ਹੈ। ਹੁਣ ਜਿਹੜਾ ਬੀਜ ਮੰਤਰ ਸਰਬ ਕੋ ਗਿਆਨ ਹੈ, ਨਾ ਹੀ ਉਹਨਾਂ ਨੂੰ ਕਿਸੇ ਭਾਸ਼ਾ ਦਾ ਗਿਆਨ ਹੈ, ਨਾ ਹੀ ਉਹਨਾਂ ਨੂੰ ਕੋਈ ਬਾਹਰਲੀ ਨੌਲੇਜ ਹੈਗੀ ਹੈ। ਠੀਕ ਹੈ, ਬੱਚਿਆਂ ਦਾ ਆਪਣਾ ਮਨੁੱਖੀ ਬੱਚਾ ਜਿਹੜਾ, ਉਹਨੂੰ ਤੇ ਚਲੋ ਫਿਰ ਵੀ ਆਪਾਂ ਦੁੱਧ ਦੇ ਦਿੰਦੇ ਆ, ਦਾਈਆਂ ਹੁੰਦੀਆਂ, ਸਾਰਾ ਕੁਝ ਕਰਦੇ ਆ। ਉਹਨਾਂ ਨੂੰ ਤੇ ਕਿਸੇ ਨੇ ਕੁਝ ਨਹੀਂ ਦੱਸਿਆ, ਪਰ ਉਹ ਫਿਰ ਵੀ ਉਹਨਾਂ ਨੂੰ ਜਿਹੜਾ ਬੀਜ ਮੰਤਰ ਸਰਬ ਕੋ ਗਿਆਨ ਹੈ, ਉਹਨਾਂ ਨੂੰ ਗਿਆਨ ਦੇ ਰਿਹਾ। ਠੀਕ ਹੈ ਨਾ। ਤੇ ਉਹ ਜਿਹੜਾ ਗਿਆਨ ਦੇ ਰਿਹਾ ਹੈ, ਉਹਨਾਂ ਨੂੰ, ਉਹਨਾਂ ਦੇ ਮਨ ਨੂੰ ਹੀ ਦੇ ਰਿਹਾ ਨਾ ਗਿਆਨ, ਉਹਨਾਂ ਦੀ ਬੁੱਧ ਨੂੰ ਹੀ ਦੇ ਰਿਹਾ। ਉਹਨਾਂ ਨੂੰ ਹੀ ਦੱਸਦਾ ਵੀ ਹਾਂ ਭਾਈ, ਉਹਨਾਂ ਦਾ ਧਿਆਨ ਇੱਧਰਲੇ ਬੰਨੇ ਲਾਉਂਦਾ। ਮਨ ਅਸਲ 'ਚ ਹੁੰਦਾ ਕੀ, ਧਿਆਨ ਹੀ ਤੇ ਹੈਗਾ। ਮਨ ਧਿਆਨ ਦਾ ਨਾਂ ਹੈ। ਤੋ ਮਨ ਨੂੰ, ਉਹਨਾਂ ਦੇ ਧਿਆਨ ਨੂੰ ਦੱਸਦਾ ਵੀ ਇੱਧਰਲੇ ਪਾਸੇ ਨੂੰ ਚੱਲੋ ਤੁਸੀਂ। ਠੀਕ ਹੈ ਨਾ। ਇੱਥੇ ਆਪਣੇ ਉਹ ਵੀ ਆਉਂਦਾ ਹੈ, ਉੱਡੇ ਉਡਾਵੇ ਸੇ ਕੋਸਾ ਤਿਸ ਪਾਸੇ ਬਚਰੇ ਚਰਿਆ, ਤਿਨ ਕਵਣ ਖਿਲਾਵੇ ਕਵਣ ਚਗਾਵੇ, ਮਨ ਮਹਿ ਸਿਮਰਨ ਕਰਿਆ। ਵੇਖੋ ਉੱਥੇ ਮਨ ਆ ਰਿਹਾ ਨਾ, ਮਨ ਮਹਿ ਸਿਮਰਨ ਕਰਿਆ। ਠੀਕ ਹੈ ਨਾ। ਤੋ ਇੱਥੇ ਹੁਣ ਜਿਹੜਾ ਪੰਛੂ ਪੰਛੀ ਨੇ, ਉਹਨਾਂ ਦੇ ਮਨ ਦੇ ਵਿੱਚ ਆ ਰਿਹਾ। ਇੱਥੋਂ ਤੱਕ ਵੀ ਪਰਮੇਸ਼ਰ ਦਾ ਵੀ ਮਨ ਕਿਹਾ ਹੈ ਗੁਰੂ ਸਾਹਿਬ ਨੇ, ਕਹਿੰਦੇ ਸਰਬ ਕੀ ਚਿੰਤਾ ਜਿਸ ਮਨ ਮਾਹੇ। ਠੀਕ ਹੈ, ਜਿਹਦੀ ਚਿੰਤਾ ਉਹਦੀ ਸਾਰਿਆਂ ਦੀ ਚਿੰਤਾ ਉਹਦੇ ਮਨ ਦੇ ਵਿੱਚ। ਸੋ ਮਨ ਅਸਲ ਦੇ ਵਿੱਚ ਧਿਆਨ ਵਾਸਤੇ ਆਉਂਦਾ। ਠੀਕ ਹੈ ਨਾ। ਇਹਨੂੰ ਹੀ ਧੁਨ ਮੈਂ ਧਿਆਨ ਮੈਂ ਜਾਣਿਆ ਗੁਰਮੁਖ ਕਥ ਘਾੜੀ ਕਿਹਾ। ਅਸਲ 'ਚ ਧਿਆਨ ਹੀ ਸਾਡਾ ਜਿਹੜਾ ਹੈਗਾ ਹੈ, ਉਹ ਡਿਵਰਟਡ ਹੈ। ਧਿਆਨ ਹੀ ਮਨ ਹੈ ਸਾਡਾ। ਜਦੋਂ ਧਿਆਨ ਮਨ ਏਕਮਈ ਹੋ ਗਿਆ ਨਾ, ਤੇ ਫਿਰ ਇਹ ਕਹਾਣੀ ਜਿਹੜੀ ਹੈ ਆਪਾਂ ਨੂੰ ਸਮਝ ਆ ਜਾਂਦੀ ਹੈ। ਹੁਣ ਇਸ ਸਮੇਂ ਧਿਆਨ ਜਿਹੜਾ ਹੈ, ਉਹ ਸਾਰੇ ਪਾਸੇ ਦਸਾਂ ਦਿਸ਼ਾਵਾਂ 'ਚ ਕਹਿ ਲਓ ਵੀ ਸਕੈਟਰਡ ਹੋਇਆ ਪਿਆ। ਤਾਂ ਧਿਆਨ, ਮੈਂ ਐਕਚੁਅਲੀ ਉੱਥੇ ਆਣਾ ਚਾਹ ਰਿਹਾ ਸੀਗਾ ਵੀ, ਕਿਉਂਕਿ ਅਸੀਂ ਜਿਹੜਾ ਇੱਕ ਮਨ ਦੀ ਡੈਫੀਨੇਸ਼ਨ ਆਮ ਜਿਹੜੀ ਦਿੱਤੀ ਹੋਈ ਹੈ ਨਾ, ਵੀ ਇਟਸ ਅ ਬੈਡ ਪਾਰਟ, ਉਦਾਂ ਉਹ ਮਨ ਦੀ ਗੱਲ ਨਹੀਂ ਹੈਗੀ। ਜੋ ਮੈਂ ਤਾਂ ਕਰਕੇ ਘੱਟ, ਮਤਲਬ ਮੈਂ ਤੁਹਾਡੀ ਡੈਫੀਨੇਸ਼ਨ ਐਗਰੀ ਵੀ ਹਾਂ, ਪਰ ਜਿਹੜਾ ਹੈਗਾ ਕਿ ਮੈਂ ਸਟ੍ਰੇਟ ਅਵੇ ਘੱਟ ਨੂੰ ਮਨ ਦਾ ਨਾਮ ਨਹੀਂ ਦਿੰਦਾ, ਜਸਟ ਫॉर दैट वेरी रीजन, ਕਿਉਂਕਿ ਜਿਹੜਾ ਮਨ ਹੈ ਨਾ, ਉਹਦੇ ਕਾਫੀ ਫਾਰਮ ਨੇ ਸਾਡੇ ਕੋਲ। ਇੱਕ ਮਨ, ਤੁਸੀਂ ਵੀ ਪਰਮੇਸ਼ਵਰ ਦੇ ਮਨ ਦੀ ਗੱਲ ਕਰਤੀ ਤੁਸੀਂ ਨਾ, ਇੱਕ ਜਿਹੜਾ ਹੈ ਵੀ ਸਾਡੇ ਕੋਲ ਸ਼ੁੱਧ ਮਨ ਵੀ ਹੈ, ਇੱਕ ਅਸੀਂ ਅਸ਼ੁੱਧ ਮਨ ਵੀ ਮੰਨਿਆ ਹੋਇਆ ਹੈ। ਅਗਰ ਕਿ ਮਨ ਦੀ ਜਿਹੜੀ ਵੇਰੀਏਸ਼ਨ ਹੈ ਉਹ ਬਹੁਤ ਹੈ। ਜੋ ਔਰ ਫਿਰ ਅਸੀਂ ਇਹ ਵੀ ਕਹਿ ਦਿੰਦੇ ਹਾਂ ਵੀ ਮਨ ਆਪਣੇ ਆਪ 'ਚ ਕੁਝ ਹੈ ਵੀ ਨਹੀਂ। ਮਨ ਜਿਹੜਾ ਹੈ ਉਹ ਐਕਸਟੈਂਸ਼ਨ ਹੀ ਹੈ। ਮਨ ਅਲਟੀਮੇਟਲੀ ਅਸੀਂ ਉਹਨੂੰ ਚਿੱਤ ਵੀ, ਕਈ ਥਾਂ ਤੇ ਮਨ ਨੂੰ ਫਿਰ ਮੁੜ ਕੇ ਚਿੱਤ ਵੀ ਕਹਿ ਦਿੰਦੇ ਨੇ, ਚਿੱਤ ਦੇ ਸੈਂਸ 'ਚ ਵੀ ਮਨ ਨੂੰ ਕਹਿ ਦਿੰਦੇ ਨੇ। ਮੈਂ ਸਿਰਫ ਇਹੀ ਗੱਲ ਕਹਿਣੀ ਚਾਹ ਰਿਹਾ ਸੀ ਵੀ ਇਹ ਘੱਟ ਹੈ ਨਾ, ਉਹ ਜੋ ਜਿੱਥੇ ਜੀ ਰਿਹਾ ਹੈ, ਜਿੱਥੇ ਨਾਨਕ ਬੈਠਾ ਪੱਖੇ ਵਾਓ, ਜਿੱਥੇ ਉਹ ਰਹਿ ਰਿਹਾ ਹੈ, ਉਹਨੂੰ ਹੀ ਘਟ ਗਿਆ ਹੈ। ਹੁਣ ਉਹ ਭਗਤਾਂ ਦੇ ਹਿਰਦੇ 'ਚ ਮਨ 'ਚ ਨਹੀਂ ਰਹਿ ਰਿਹਾ, ਕਿਸੇ ਦੇ ਹਿਰਦੇ 'ਚ ਮਨ ਕਰਕੇ ਰਹਿ ਰਿਹਾ ਹੈ, ਪਰ ਮੁਕੰਮਲ ਤੌਰ ਤੇ। ਤਾਂ ਕਰਕੇ ਮੈਂ ਜਸਟ ਵਰਡ ਦੀ ਹੇਰਾ ਫੇਰੀ ਤੋਂ ਥੋੜਾ ਡਰਦਾ ਵੀ ਮਨ 'ਚ ਕਹਿ ਦੇਣਾ ਨਾਲ, ਤਾਂ ਹੀ ਉਹਨੂੰ ਘੱਟ ਇੱਕ ਅਲੱਗ ਵਰਡ ਯੂਜ਼ ਕੀਤਾ, ਉਹ ਘੱਟ ਹੈ। ਇੱਥੇ ਥੋੜੀ ਦੇਰ ਮੈਂ ਤੁਹਾਨੂੰ ਰੋਕਦਾ ਜੇ। ਮਨ ਕੀ ਸਰੀਰ ਦੇ ਵਿੱਚ ਹੈ ਕਿ ਮਨ ਸਰੀਰ ਤੋਂ ਬਾਹਰ ਹੈ? ਆ ਫਿਜ਼ੀਕਲ ਸਰੀਰ ਦੀ ਗੱਲ ਕਰਦਾ ਪਿਆ ਮੈਂ। ਫਿਜ਼ੀਕਲ ਉਹ ਫਿਜ਼ੀਕਲ ਸਰੀਰ ਦੇ ਨਾਲ ਉਹਨੂੰ ਉਹ ਜੋੜਿਆ ਨਹੀਂ ਜਾ ਸਕਦਾ, ਉਹਦੇ ਸਰੀਰ ਦੇ ਵਿੱਚ ਨਹੀਂ ਹੈਗਾ, ਫਿਜ਼ੀਕਲ ਬੋਡੀ ਨਾਲ ਨਹੀਂ ਹੈਗਾ, ਪਰ ਪ੍ਰਤੀਤ ਮਹਿਸੂਸ ਇਹ ਹੁੰਦਾ ਵੀ ਸਰੀਰ ਦੇ ਨਾਲ ਰਲ ਕੇ ਹੀ ਹੈ। ਹਾਂਜੀ, ਦੇਖੋ ਗੁਰਬਾਣੀ ਕਹਿੰਦੀ ਹੈ ਸੂਖਮ ਮੈਂ ਜਾਣੋ ਅਸਥੂਲ, ਹੈਨਾ। ਸਥੂਲ ਜਿਹੜਾ ਸਰੀਰ ਹੈ ਸੂਖਮ ਦੇ ਵਿੱਚ ਬੈਠਾ ਹੋਇਆ। ਠੀਕ ਹੈ, ਮਨ ਵੀ ਸੂਖਮ ਰੂਪ ਦੇ ਵਿੱਚ ਆ। ਮਨ ਅਸਲ ਦੇ ਵਿੱਚ ਕਹਿਣ ਸੁਣਨ ਇੱਕ ਦੂਜਾ ਵੀ ਕਿਹਾ ਗੁਰਬਾਣੀ ਦੇ ਵਿੱਚ, ਕਹਿਣ ਸੁਣਨ ਨੂੰ ਸਮਝਾਉਣ ਵਾਸਤੇ ਇਹਨੂੰ ਆਪਾਂ ਦੋ ਕਹਿ ਲੈਂਦੇ ਆ। ਹੈਗਾ ਬ੍ਰਹਮ ਹੀ ਹੈ। ਬ੍ਰਹਮ ਦਾ ਥੋੜਾ ਜਿਹਾ ਹਿੱਸਾ ਜਿਹੜਾ ਹੈ ਉਹ ਭਰਮ ਦੇ ਵਿੱਚ ਜਿਹੜਾ ਫਸਿਆ ਹੋਇਆ ਹੈ, ਠੀਕ ਹੈ ਕਿ ਨਹੀਂ, ਉਹਨੂੰ ਆਪਾਂ ਜਿਹੜਾ ਉਹਦਾ ਧਿਆਨ ਕਹਿ ਲਓ ਵੀ ਜਿਹੜਾ ਧਿਆਨ ਭਰਮ 'ਚ ਫਸਿਆ ਹੋਇਆ ਹੈ, ਉਹ ਧਿਆਨ ਨੂੰ ਆਪਾਂ ਮਨ ਕਹਿ ਲੈਂਦੇ ਆ, ਜਾਂ ਉਹਨੂੰ ਕਹਿ ਲਓ ਘੱਟ ਕਹਿ ਲਾ, ਜਾਂ ਹਿਰਦਾ ਕਹਿ ਲਿਆ, ਜਾਂ ਕੁਝ ਵੀ ਕਹਿ ਲਿਆ। ਹੈਗਾ ਇੱਕੋ ਹੀ ਚੀਜ਼ ਹੀ ਹੈ, ਕੋਈ ਫਰਕ ਨਹੀਂ ਹੈਗਾ। ਜਿਹੜਾ ਸਰੀਰ ਹੈ, ਸਰੀਰ ਜਿਹੜਾ ਇਹ ਬ੍ਰਹਮ ਦੇ ਅੰਦਰ ਹੀ ਹੈ, ਮੂਲ ਦੇ ਅੰਦਰ ਹੀ ਹੈ। ਕਿਉਂਕਿ ਸੂਖਮ ਮੈਂ ਜਾਣੋ ਅਸਥੂਲ ਹੈ ਨਾ, ਅਸਥੂਲ ਜਿਹੜਾ ਉਹ ਸੂਖਮ ਦੇ ਵਿੱਚ ਆ ਗਿਆ। ਤੇ ਜਿਹੜਾ ਇਹਦਾ ਜਿਹੜਾ ਦਾਇਰਾ ਹੈ, ਉਹ ਦਾਇਰਾ ਐਡਾ ਹੈ। ਬ੍ਰਹਮ ਗਿਆਨੀ ਕੇ ਮਨ ਪ੍ਰਕਾਸ਼ ਜੈਸੇ ਧਰ ਉੱਪਰ ਆਕਾਸ਼, ਜਿਵੇਂ ਜਿੰਨੀ ਸਪੇਸ ਹੈ ਆਪਣੇ ਧਰ ਦੇ ਉੱਤੇ, ਤੇ ਸਪੇਸ ਦੀ ਤਾਂ ਹੁਣ ਕੋਈ ਲਿਮਿਟ ਹੀ ਨਹੀਂ ਹੈਗੀ।
ਐਡਾ ਇਹਦਾ ਦਾਇਰਾ ਹੈ। ਸੋ ਇਹਨੂੰ ਆਪਾਂ ਹਦੂਦ ਦੇ ਵਿੱਚ ਨਹੀਂ ਬੰਨ੍ਹ ਕੇ ਰੱਖ ਸਕਦੇ ਵੀ ਇੱਕ ਹਦੂਦ ਦੇ ਵਿੱਚ ਆਪਾਂ ਇਹਨੂੰ ਕਰਤਾ। ਪਰ ਹਾਂ, ਹੁਕਮ ਨੇ ਇਹਨੂੰ ਮਨ ਕਰਕੇ ਹਦੂਦ ਦੇ ਵਿੱਚ ਬੰਨਿਆ ਹੋਇਆ ਹੈ, ਠੀਕ ਹੈ ਨਾ। ਇੰਨਾ ਕਿ ਇਹਦੇ 'ਚ ਕੀਤਾ ਹੋਇਆ, ਜਦੋਂ ਇਹ ਆਪਣਾ ਭਰਮ ਤਿਆਗ ਦਿੰਦਾ ਹੈ ਤੇ ਫਿਰ ਆਪ ਹੀ ਆਪ ਹੋ ਜਾਂਦਾ। ਤੋ ਕਹਿਣ ਦਾ ਕੀ ਮਤਲਬ, ਤੁਹਾਡੀ ਗੱਲ ਸਹੀ ਹੈ, ਕੋਈ ਉਹਦੇ 'ਚ ਮਤਲਬ ਕਿ ਦੋ ਰਾਵਾਂ ਨਹੀਂ ਹੈਗੀਆਂ। ਅਸਲ ਦੇ ਵਿੱਚ ਸਮਝਾਉਣ ਵਾਸਤੇ ਇਹਨੂੰ ਦੂਜਾ ਕਹਿ ਦਿੰਦੇ ਹਾਂ ਅਸੀਂ, ਵੀ ਜਿਵੇਂ ਅੱਧਾ ਅੱਧਾ ਕਹਿ ਲਓ, ਜਾਂ ਤੁਸੀਂ ਕਾਲਾ ਮਨ ਕਹਿ ਲਓ, ਕ੍ਰਿਸ਼ਨ ਕਹਿਤਾ, ਕਿਤੇ ਇਹਨੂੰ ਕਾਹਨ ਕਹਿਤਾ, ਹੈਗਾ ਇੱਕੋ ਹੀ ਹੈ, ਠੀਕ ਹੈ ਨਾ। ਹਾਂ, ਮੈਨੂੰ ਇਦਾਂ ਲੱਗਦਾ ਹੈ ਵੀ ਉਹ ਨਾ ਤਾਂ ਕਰਕੇ ਉਹਨੂੰ ਘੱਟ ਇੱਕ ਜਿਹੜਾ ਵਰਡ ਯੂਜ਼ ਕੀਤਾ ਨਾ, ਉਹ ਬੜਾ ਸਪੈਸੀਫਿਕਲੀ ਯੂਜ਼ ਕੀਤਾ ਹੈ, ਜਿਹੜਾ ਕਿ ਸਾਰੀ ਜੋਨੀਆਂ ਨਾਲ, ਸਾਰੇ ਜੀਆਂ ਨਾਲ ਜੋੜਿਆ ਜਾ ਸਕਦਾ ਹੈ। ਮਨ ਦਾ ਜਿਹੜਾ ਸੰਬੰਧ ਜਿਹੜਾ ਹੈ ਨਾ, ਗੁਰਮਤ ਦੇ ਪਰਸਪੈਕਟਿਵ ਤੋਂ ਮੈਂ ਕਹਿ ਰਿਹਾ ਵੀ, ਗੁਰਮਤ ਦੇ ਪਰਸਪੈਕਟਿਵ 'ਚ ਮਨ ਦਾ ਸੰਬੰਧ ਜਿਹੜਾ ਹੈ ਉਹ ਜੀਵ ਨਾਲ, ਜਿਹੜੇ ਅਸੀਂ ਮਨੁੱਖ ਜਿਹੜਾ ਸੁਣ ਪਾ ਰਿਹਾ ਹੈ, ਜਿਵੇਂ ਹੁਣ ਅਸੀਂ ਸੁਣ ਪਾ ਰਹੇ ਹਾਂ ਨਾ ਗੁਰਬਾਣੀ, ਸਾਡੇ ਪ੍ਰਥਾਏ ਮਨ ਨੂੰ ਯੂਜ਼ ਕੀਤਾ ਹੈ। ਘੱਟ ਜਿਹੜਾ ਹੈ ਨਾ ਉਹ ਇੱਕ ਵਾਸਟ ਫਾਰਮ 'ਚ ਯੂਜ਼ ਕਰਤਾ। ਉਹਨਾਂ ਨੇ ਕਹਿਤਾ ਵੀ ਜਿਹੜਾ ਹੈ ਵੀ ਹਰ ਘੱਟ ਘਟੇ ਘੱਟ, ਹਰ ਜਲ ਥਲੇ ਹਰ ਵਸਤਾ, ਹਰ ਘੱਟ ਘਟੇ ਘੱਟ ਵਸਤਾ, ਹੈ ਨਾ। ਉਹ ਮੈਂ ਤਾਂ ਕਰਕੇ ਕਹਿ ਰਿਹਾ ਵੀ ਉਹ ਘੱਟ ਜਿਹੜਾ ਹੈ ਉਹ ਸਪੈਸੀਫਿਕ ਵਰਡ ਹੈ, ਕਿਉਂਕਿ ਉਹ ਘੱਟ ਫੁੱਟ, ਫਿਰ ਅੱਗੇ ਜਾ ਕੇ ਘੱਟ ਫੁੱਟ ਹੈ, ਪਰ ਘੱਟ ਕਬੂ ਨਾ ਹੋਈ। ਉਹ ਵੀ ਕਹਿ ਰਹੇ ਨੇ ਵੀ ਇਹ ਘੱਟ ਫੁੱਟ ਜਾਂਦਾ ਹੈ, ਪਰ ਜਿਹੜਾ ਵਿੱਚ ਬੈਠਾ ਉਹਦੇ 'ਚ ਕੋਈ ਘਾਟਾ ਨਹੀਂ ਹੁੰਦਾ, ਉਹ ਉਦਾਂ ਹੀ ਰਹਿੰਦਾ, ਠੀਕ ਹੈ ਨਾ। ਸੋ ਤੁਹਾਡੀ ਗੱਲ ਠੀਕ ਹੈ, ਮੈਂ ਸਿਰਫ ਉੱਥੇ ਕਲੈਰੀਫਿਕੇਸ਼ਨ ਨਹੀਂ ਕਰਨੀ ਚਾਹ ਰਿਹਾ ਸੀਗਾ ਵੀ ਅਸੀਂ ਹਾਂ ਸਮਝਾਉਣ ਵਾਸਤੇ ਅਸੀਂ ਕਹਿ ਸਕਦੇ ਹਾਂ ਵੀ ਮਨ ਹੀ ਸਾਡੇ ਵਾਸਤੇ ਹੁਣ ਸਮਝਣ ਵਾਸਤੇ ਮਨ ਹੀ ਘੱਟ ਹੈ, ਉਹ ਗੱਲ ਠੀਕ ਹੈ। ਨਹੀਂ, ਇਹਦੇ 'ਚ ਨਾ ਜੀ ਇੱਕ ਹੋਰ ਚੀਜ਼ ਥੋੜੀ ਜਿਹੀ ਐਡ ਕਰ ਲਈ ਹੁਣ, ਕਿਉਂਕਿ ਇਹਦੇ 'ਚ ਡਿਸਕਸ਼ਨ ਚੱਲੀ ਹੈ। ਗੁਰਜੀਤ ਸਿੰਘ ਭਾਜੀ, ਟਾਈਮ ਹੈਗਾ ਹੈ ਨਾ ਤੁਹਾਡੀ ਪ੍ਰੈਜੈਂਟੇਸ਼ਨ ਨੂੰ ਤੇ ਨਹੀਂ? ਨਾ ਜੀ ਨਾ, Slow down ਆਪਾਂ 2 ਘੰਟੇ ਲਾਓ, 2.5 ਘੰਟੇ ਲਾਓ। ਚਲੋ ਠੀਕ ਹੈ। ਇਸ ਤਰ੍ਹਾਂ ਭਾਜੀ, ਇਸ ਤਰ੍ਹਾਂ ਹੈ, ਇਹ ਮਨ ਦੇ ਵਿੱਚ ਭਰਮ ਪੈਦਾ ਹੋਣ ਕਰਕੇ ਹੀ ਤੇ ਆਪਾਂ ਤ੍ਰੇਤੇ 'ਚ ਆਏ ਹਾਂ ਸਭ ਤੋਂ ਪਹਿਲੇ, ਹੈ ਨਾ। ਸੱਚਖੰਡ ਤੋਂ ਨਿਕਲ ਕੇ ਤ੍ਰੇਤੇ ਯੁੱਗ ਦੇ ਵਿੱਚ, ਕਿਉਂਕਿ ਮਨ ਦੇ ਵਿੱਚ, ਇਹਦੇ ਮਨ 'ਚ ਭਰਮ ਆ ਗਿਆ ਨਾ, ਜਿਨਕੇ ਮਨ ਮੈਂ ਭਰਮ ਹੈ, ਉਹਦੇ ਤੋਂ ਤ੍ਰੇਤੇ ਦੇ ਵਿੱਚ ਜਦੋਂ ਹੋਏ ਆ ਤੇ ਆਪਣਾ ਮਨ ਜਿਹੜਾ ਹੈ ਉਹਦੇ 'ਚ ਤ੍ਰੇੜ ਆਈ ਹੈ, ਠੀਕ ਹੈ ਨਾ। ਤ੍ਰਿਤੀਏ ਮੈਂ ਫਿਰ ਭਿਆ ਦੁਤੇੜ ਆਈ। ਦੁਤੇੜ ਆਉਣ ਦਾ ਕਾਰਨ ਹੀ ਮਨ ਦੇ ਵਿੱਚ ਭਰਮ ਸੀਗਾ, ਤਾਂ ਮਨ ਚਿੱਤ ਤੇ ਉੱਥੇ ਹੀ ਵੱਖਰਾ ਹੋ ਗਿਆ। ਹੁਣ ਉਹੀ ਗਰਭ ਧਾਰ ਕਰਨ ਦਾ ਪਿਆ, ਦੁਆਪਰ ਦੇ ਵਿੱਚ ਆਉਂਦਾ, ਉਹ ਹੁਣ ਹਰ ਜੂਨ ਦੇ ਵਿੱਚ ਆਉਂਦਾ ਹੈ, ਇਸੇ ਤਰ੍ਹਾਂ ਹੀ ਦੁਆਪਰ ਦੇ ਵਿੱਚ, ਹਰ ਜੂਨ ਦੇ ਵਿੱਚ ਹੀ ਉਹ ਫਿਰ ਮ੍ਰਿਤ ਲੋਕ 'ਚ ਆਉਂਦਾ ਤੇ ਫਿਰ ਵਾਪਸ ਉੱਥੇ ਜਾਂਦਾ ਤ੍ਰੇਤੇ ਦੇ ਵਿੱਚ। ਇਹ ਸਾਈਕਲ ਚੱਲੀ ਜਾਂਦਾ ਪਿਆ। ਸੋ ਇਹਦਾ ਮਤਲਬ ਵੀ ਮਨ ਜਿਹੜਾ ਹੈ ਇਹ ਉਦੋਂ ਦਾ ਹੀ ਹੈ ਜਦੋਂ ਦਾ ਆਪਾਂ ਵਿਛੜੇ ਹੋਏ ਆ, ਤੇ ਮਨ ਐਵੇਂ ਹੀ ਰਹੇਗਾ ਅੰਟਿਲ ਔਰ ਅਨਲੈਸ ਵੀ ਆਪਾਂ ਇੱਕ ਨਹੀਂ ਹੋ ਜਾਂਦੇ, ਠੀਕ ਹੈ ਨਾ। ਮਨ ਮਤਲਬ ਕਿ ਧਿਆਨ ਜਿਹੜਾ ਹੈ ਸਾਡਾ, ਸਾਰੀ ਖੇਡ ਧਿਆਨ ਦੀ ਹੈ। ਜਾਂ ਇਹ ਧਿਆਨ ਬਾਹਰ ਵਾਲੇ ਪਾਸੇ ਨੂੰ ਹੋਏਗਾ, ਜਾਂ ਇਹ ਧਿਆਨ ਅੰਦਰ ਵਾਲੇ ਪਾਸੇ ਨੂੰ ਹੋਏਗਾ। ਜਦੋਂ ਇਹ ਮਾਇਆ ਦੇ ਵਿੱਚ ਧਿਆਨ ਫਸਿਆ ਹੈ, ਉਦੋਂ ਇਹਨੂੰ ਆਪਾਂ ਕਾਲਾ ਮਨ ਕਹਿ ਦਿੱਤਾ, ਜਾਂ ਇਹਨੂੰ ਅਸ਼ੁੱਧ ਮਨ ਕਹਿਤਾ, ਅਸ਼ੁੱਧ ਹਿਰਦਾ ਕਹਿਤਾ, ਠੀਕ ਹੈ ਕਿ ਨਹੀਂ, ਅਸ਼ੁੱਧ ਘਟ ਕਹਿਤਾ। ਜਦੋਂ ਇਹਦਾ ਜਿਹੜਾ ਮਨ ਸਾਫ਼ ਹੋ ਗਿਆ, ਜਾਂ ਚੱਲ ਕੋਲ ਵੀ ਭਾਣੇ 'ਚ ਆ ਗਿਆ, ਜਿਹਦੇ ਉਹਦੇ ਗੁਣ ਜਿਹੜੇ ਨੇ ਬ੍ਰਹਮ ਵਾਲੇ ਗੁਣ ਹੋ ਗਏ, ਤਾਂ ਇਹਨੂੰ ਸ਼ੁੱਧ ਮਨ ਕਹਿ ਸਕਦੇ ਹਾਂ ਆਪਾਂ, ਜਾਂ ਉਦੋਂ ਮਨ ਰਹਿੰਦਾ ਹੀ ਨਹੀਂ। ਹਾਂਜੀ, ਤਾਂ ਇਹ ਜਿਹੜੀ ਉਦੋਂ ਤਾਂ ਮਨ ਦੀ ਹੋਂਦ ਖਤਮ ਹੀ ਮੰਨੀ ਹੈ। ਮਨ ਜਿਹੜਾ ਹੈ ਨਾ ਜੀ, ਧਿਆਨ ਹੈ ਨਾ, ਧਿਆਨ ਜਿਹੜਾ ਹੈ, ਜਿਵੇਂ ਕਹਿ ਲਓ ਵੀ ਦਰਿਆ ਹੈ, ਦਰਿਆ ਦੇ ਉੱਤੇ ਲਹਿਰ ਹੈ, ਠੀਕ ਹੈ ਨਾ। ਹੁਣ ਉਹ ਜਿਹੜੀ ਲਹਿਰ ਹੈ ਉਹਨੂੰ ਮਨ ਕਹਿਤਾ, ਪਰ ਹੈ ਕਿ ਉਹ ਪਾਣੀ ਤੋਂ ਵੱਖਰੀ ਹੈ ਤੇ ਪਾਣੀ ਹੈ ਨਾ। ਬਿਲਕੁਲ ਠੀਕ। ਤੇ ਉਹੀ ਲਹਿਰ ਜਿਹੜੀ ਹੈ ਜਦੋਂ ਵਿੱਚ ਸਮਾ ਗਈ ਦਰਿਆ ਦੇ ਵਿੱਚ, ਤੇ ਉਹਦੀ ਜਿਹੜੀ ਵਜੂਦ ਜਿਹੜਾ ਵੱਖਰਾ ਆਪਣੀ ਐਂਟੀਟੀ ਬਣੀ ਬੈਠੀ ਸੀਗੀ, ਉਹ ਖਤਮ ਹੋ ਗਈ, ਠੀਕ ਹੈ ਨਾ। ਹਰ ਜਨ ਦੋ ਹੀ ਏਕ ਹੈ, ਵਿਚਾਰ ਕਿਛ ਨਾਹੀ। ਹਰ ਜਨ ਜਿਹੜਾ ਹੈ ਉਹ ਮਨ ਹੈ, ਜਿਹੜਾ ਹਰ ਹੈ ਉਹ ਆਪਾਂ ਨੂੰ ਪਤਾ ਹੀ ਹੈ। ਕਹਿੰਦੇ ਹਰ ਜਨ ਕੈਸਾ ਚਾਹੀਏ, ਜੈਸਾ ਹਰ ਹੀ ਹੋਏ, ਠੀਕ ਹੈ। ਮਨ ਜਿਹੜਾ ਹੈ, ਧਿਆਨ ਜਿਹੜਾ ਉਵੇਂ ਦਾ ਹੋਣਾ ਚਾਹੀਦਾ ਜਿਵੇਂ ਦਾ ਹਰ ਹੈ। ਉਹ ਧਿਆਨ ਕਿਵੇਂ, ਹਰ ਦਾ ਧਿਆਨ ਕੀ ਹੈ, ਉਹਦਾ ਆਪਾਂ ਨੂੰ ਨੌਵੇਂ ਪਾਤਸ਼ਾਹ ਨੇ ਆਪਾਂ ਨੂੰ ਦੱਸਿਆ ਵੀ ਹੋਇਆ ਹੈ ਵੀ ਇਹਦਾ ਧਿਆਨ ਕਿਵੇਂ ਹੋਣਾ ਚਾਹੀਦਾ ਹੈਗਾ। ਉਹ ਆਂਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਮਾਨਾ, ਹਰ ਇੱਕ ਸੋਗ ਤੇ ਰਹੇ ਨਿਆਰਾ, ਨਾ ਹੀ ਮਾਨ ਅਪਮਾਨਾ, ਉਸਤਤ ਨਿੰਦਾ ਦੋ ਤਿਆਗੈ, ਦੋ ਤਿਆਗੇ, ਰਹੇ ਨਿਰਾਸਾ। ਹਾਂਜੀ, ਕਾਮ ਕ੍ਰੋਧ ਜੈ ਪਰਸੇ ਨਾਹੀ, ਤੈ ਘਟ ਬ੍ਰਹਮ ਨਿਵਾਸਾ। ਬ੍ਰਹਮ ਨਿਵਾਸਾ, ਜੇ ਕਾਮ ਕ੍ਰੋਧ ਜੈ ਪਰਸੇ ਨਾਹੀ, ਤੈ ਘਟ ਬ੍ਰਹਮ ਨਿਵਾਸਾ।
ਗੁਰ ਕਿਰਪਾ ਜੇ ਨਾਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਿਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਸੋ ਨਾਨਕ ਤੇ ਮਨ ਹੋ ਗਿਆ, ਉਹ ਜਿਹੜਾ ਗੋਬਿੰਦ ਆਪਣਾ ਮੂਲ ਆਪਾਂ ਨੂੰ ਪਤਾ ਹਰ, ਉਹਦੇ ਵਿੱਚ ਸਮਾ ਗਿਆ। ਸੋ ਜਿਵੇਂ ਜਲ ਪਹਿਲੇ ਤਰੰਗ ਵੱਖਰੀ ਸੀ, ਤਰੰਗ ਉਹਦੇ ਚ ਸਮਾਈ ਹੈ, ਤਰੰਗ ਮਨ ਸੀ, ਹਰਜਨ ਸੀ। ਜਦੋਂ ਹਰਜਨ ਦੇ ਗੁਣ ਜਿਹੜੇ ਨੇ ਹਰ ਵਰਗੇ ਹੋ ਗਏ, ਜਦੋਂ ਉਹ ਦੁੱਖ ਨੂੰ ਦੁੱਖ ਨਹੀਂ ਮੰਨਦਾ, ਸੁੱਖ ਨੂੰ ਸੁੱਖ ਨਹੀਂ ਮੰਨਦਾ, ਮਾਨ ਅਪਮਾਨ ਚ ਨਹੀਂ ਆਉਂਦਾ, ਉਸਤਤ ਨਿੰਦਾ ਤੋਂ ਪਾਰ ਹੈ, ਹੁਕਮ ਦੇ ਵਿੱਚ ਆ ਗਿਆ, ਭਾਣੇ ਚ ਆ ਗਿਆ, ਭਾਣੇ ਚ ਚੱਲਦਾ ਪਿਆ, ਨਾ ਉਹਨੂੰ ਕੋਈ ਹਰਕ ਸੋਗ ਤੋਂ ਅਤੀਤ ਹੈ, ਠੀਕ ਹੈ ਨਾ, ਉਹਨੂੰ ਕੋਈ ਇਹ ਨਹੀਂ ਆ ਵੀ ਮੈਨੂੰ ਕਿਸੇ ਕਿਹੜੀ ਜਗ੍ਹਾ ਤੇ ਸ਼ਰਧਾਂਜਲੀ ਮਿਲਦੀ ਜਾਂ ਕਿੱਥੇ ਮੈਨੂੰ ਸਮਾਨ ਮਿਲਦਾ। ਜਦੋਂ ਉਹ ਸਾਰੀ ਚੀਜ਼ ਖਤਮ ਹੋ ਜਾਂਦੀ ਹੈ ਤੇ ਉਹਦੇ ਚ ਜਿਹੜੀ ਤਰੰਗ ਉੱਠਣੀ ਬੰਦ ਹੋ ਜਾਂਦੀ ਹੈ, ਬਿਲਕੁਲ। ਤਾਂ ਤਰੰਗ ਉੱਠਣੀ ਬੰਦ ਹੋ, ਤਰੰਗ ਜਿਹੜੀ ਉੱਠਦੀ ਸੀ ਉਹ ਮਨ ਸੀ, ਹੁਣ ਤਰੰਗ ਉੱਠਦੀ ਖਤਮ ਹੋਈ ਤੇ ਉਹ ਆਪ ਹੀ ਗੋਬਿੰਦ ਹੋ ਗਿਆ, ਠੀਕ ਹੈ ਕਿ ਨਹੀਂ? ਸੋ ਇਸੇ ਕਰਕੇ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜਦੋਂ ਬਹੁ ਰੰਗੀ ਉਦੋਂ ਬਹੁਤ ਰੰਗਾਂ ਚੱਲਦੀਆਂ ਪਈਆਂ ਨੇ, ਜਦੋਂ ਤਰੰਗਾਂ ਬੰਦ ਨੇ ਉਦੋਂ ਆਪ ਇਹਨੂੰ ਏਕੰਕਾਰ ਰੂਪ ਵੀ ਕਹਿ ਦਿੰਦੇ ਆ ਆਪਾਂ। ਹਾਂਜੀ, ਤੋ ਇਹੀ ਚੀਜ਼ ਹੈਗੀ ਹੈ। ਬਾਕੀ ਇਹ ਸਮਝਾਉਣ ਵਾਸਤੇ ਹੈ, ਕਿਉਂਕਿ ਜਿਨ੍ਹਾਂ ਨੂੰ ਹਜੇ ਪਤਾ ਨਹੀਂ ਹੁੰਦਾ ਉਹਨਾਂ ਨੂੰ ਸਮਝਾਉਣ ਵਾਸਤੇ ਇਹਨੂੰ ਘੱਟ ਵੀ ਕਹਿਤਾ ਜਾਂ ਹਿਰਦਾ ਵੀ ਕਹਿਤਾ, ਮਨ ਵੀ ਕਹਿਤਾ, ਕਹਿਣ ਸੁਣਨ ਕੋ ਦੂਜਾ ਹੀ ਕੀਤਾ ਹੈ ਇੱਥੇ, ਠੀਕ ਹੈ ਨਾ। ਆਪਾਂ ਜ਼ਿਆਦਾ ਨਾ ਵੀ ਕੰਪਲੀਕੇਟਡ ਕਰੀਏ ਤੇ ਇੱਕੋ ਹੀ ਕਹਿ ਦਈਏ। ਦੂਜਾ ਇਹ ਹੈਗਾ ਵੀ ਇਹ ਘਟ ਜਿਹੜਾ ਹੈ ਭਰਮ ਦਾ ਹੀ ਘਟ ਹੈ, ਇਸੇ ਕਰਕੇ ਇਹਨੂੰ ਕਿਹਾ ਜੋ ਬ੍ਰਹਮ ਅੰਡੇ, ਇਹਨੂੰ ਅੰਡਾ ਵੀ ਕਹਿਤਾ, ਸੋਈ ਪਿੰਡ ਹੈ। ਮੈਂ ਕਨਸੈਪਚੁਅਲੀ ਮੈਂ ਕਹਿ ਰਿਹਾ ਵੀ ਕਨਸੈਪਚੁਅਲੀ ਮੈਂ ਐਗਰੀ ਹਾਂ, ਜਸਟ ਜਿਹੜੀ ਵਰਡ ਦੀ ਖੇਡ ਹੈ ਨਾ, ਮਤਲਬ ਉਨੀ ਕੀ ਹੋਈ ਗੱਲ ਹੈ। ਬਾਕੀ ਕਨਸੈਪਚੁਅਲੀ ਤੁਸੀਂ ਜੋ ਕਹਿ ਰਹੇ ਹੋ ਨਾ, ਉਹ ਤੋਂ ਕੋਈ ਡਿਸਐਗਰੀਮੈਂਟ ਨਹੀਂ ਹੈਗਾ, ਉਹ 100% ਠੀਕ ਹੈ। ਉਹ ਕਿਉਂਕਿ ਜਦੋਂ ਤਾਈਂ ਉਹ ਦੇਖੋ ਨਾ, ਸਿੱਧੀ ਗੱਲ ਉਹ ਕਹਿ ਰਿਹਾ ਮੈਂ, ਜਦੋਂ ਘੱਟ ਫੁੱਟਦਾ ਹੈ, ਹਾਂਜੀ ਘੱਟ ਸਾਰਿਆਂ ਦਾ, ਜਦੋਂ ਦੋ ਤਰ੍ਹਾਂ ਨਾਲ ਘੱਟ ਫੁੱਟ ਰਿਹਾ ਹੈ, ਜਿਉਂਦੇ ਜੀ ਵੀ ਫੁੱਟ ਰਿਹਾ ਘੱਟ, ਮਨ ਖਤਮ ਹੋ ਜਾਏ ਹੈ ਨਾ, ਉਹ ਇੱਕ ਫਿਰ ਸਰੀਰ ਜੇ ਜਿਉਂਦੇ ਜੀ ਸਰੀਰ ਚ ਕੰਮ ਨਹੀਂ ਹੋਇਆ ਫਿਰ ਵੀ ਘੱਟ ਫੁੱਟ ਜਾਂਦਾ। ਪਰ ਉਹ ਕਹਿ ਰਹੇ ਨੇ ਵੀ ਜਿਹੜੀ ਵਿੱਚੇ ਜੋਤ ਹੈ ਉਹਨੂੰ ਨਹੀਂ ਫਰਕ ਪੈ ਰਿਹਾ, ਉਹਦੇ ਚ ਘਾਟਾ ਨਹੀਂ ਹੋ ਰਿਹਾ, ਜਿਹੜਾ ਬਾਦ ਹੈ ਨਾ ਘਾਟ ਹੈ, ਘਾਟਾ ਗਿਆਨ ਦਾ ਹੈਗਾ, ਬਾਦ ਨਾ ਬਾਦ ਹੈ ਨਾ ਘਾਟ ਹੈ। ਹਾਂਜੀ ਹਾਂਜੀ ਹਾਂਜੀ, ਨਬਾਦ ਘਾਟ ਹੋਤ ਹੈ। ਉਹ ਮਤਲਬ ਮੇਰੀ ਜੋ ਇੱਕ ਸਿੱਧੀ ਸਮਝ ਹੈ ਨਾ, ਜਿਹੜੀ ਸਿੰਪਲਿਸਟਿਕ ਫਾਰਮ ਚ ਇਹਨੂੰ ਦੱਸਣ ਦਾ, ਬਈ ਮਾਇਆ ਦੇ ਨਾਲ ਜਿਹੜੀ ਚੇਤਨ ਔਰ ਮਾਇਆ ਜਿਸ ਫਾਰਮ ਜਿੱਥੇ ਜੁੜੇ ਹੋਏ ਨੇ ਨਾ, ਜਿੱਥੇ ਜੜ ਦੇ ਨਾਲ ਚੇਤਨ ਜੁੜਿਆ ਹੋਇਆ ਹੈ, ਉਹਨੂੰ ਘਟ ਕਿਆ ਹੋਇਆ। ਇਹ ਠੀਕ ਹੈ, ਪੈਰੀਫੇਰੀ ਜਿਹੜੀ ਹੈ ਨਾ ਆਪਣੀ, ਮੈਂ ਵੀ ਥੋੜਾ ਜਿਹਾ ਜਿੰਨਾ ਕੁ ਮੈਨੂੰ ਸਮਝ ਹੈ ਮੈਂ ਵੀ ਕੰਟਰੀਬਿਊਟ ਕਰਦਾ 2 ਮਿੰਟ, ਬਾਕੀ ਵੀ ਕਰਨਾ। ਇੱਕ ਤਾਂ ਭਵ ਸਾਗਰ, ਇੱਕ ਸੁਖ ਸਾਗਰ ਹੈ। ਭਵ ਸਾਗਰ ਚ ਘਟ ਹੈ, ਸੁਖ ਸਾਗਰ ਵਾਲੇ ਦਾ ਤਾਂ ਘਟ ਹੈ ਹੀ ਨਹੀਂ। ਹਾਂਜੀ, ਜਿਹੜਾ ਭਵ ਸਾਗਰ ਚ, ਇਹਦਾ ਮਤਲਬ ਪਹਿਲਾਂ ਘਟ ਚ ਆਇਆ ਫੇਰ ਸਰੀਰ ਚ ਬੜਿਆ ਨਾ, ਕਿਉਂਕਿ ਜੇ ਉਹ ਸਰੀਰ ਛੱਡਦਾ ਵੀ ਹੈ, ਘਟ ਤਾਂ ਨਹੀਂ ਉਹਦਾ, ਘਟ ਤਾਂ ਉੱਥੇ ਹੀ ਰਹਿੰਦਾ ਫਿਰ ਵੀ, ਕਿਉਂਕਿ ਦੁਬਾਰਾ ਜਾ ਜੁੜੂਗਾ ਫਿਰ ਘਟ ਚ ਆ ਜਾਊਗਾ। ਬਿਲਕੁਲ, ਉਹ ਜਿਹੜਾ ਘੱਟ ਫੁੱਟੇ ਵਾਲੀ ਕੀ ਗੱਲ ਹੈ, ਥੋੜਾ ਹੋਰ ਵੀ ਐਮਫੈਸਿਸ ਹੈਗਾ ਕਿ ਲੋਕ ਮਰਨ ਤੋਂ ਮੁਕਤੀ ਭਾਲਦੇ ਸੀ, ਮਰਨ ਤੋਂ ਬਾਅਦ। ਕਬੀਰ ਜੀ ਨੇ ਇੰਡੀਕੇਸ਼ਨ ਦਿੱਤੀ ਹੈ ਵੀ ਮਰਨ ਤੋਂ ਬਾਅਦ ਗਿਆਨ ਨਹੀਂ ਵੱਧਦਾ, ਜਿੱਥੇ ਰੁਕ ਗਿਆ ਫੁੱਲ ਸਟਾਪ, ਲੌਕਅਪ ਹੋ ਗਿਆ, ਉੱਥੇ ਹੀ ਰਹਿ ਗਿਆ। ਤੁਸੀਂ ਮਰਨ ਤੋਂ ਬਾਅਦ ਜਿਹੜੀ ਮੁਕਤੀ ਦਿੰਦੇ ਹੋ, ਇਹਦਾ ਮਤਲਬ ਉਹ ਗਾਹਾਂ ਕੋਈ ਗਿਆਨ ਲੈ ਰਿਹਾ ਜਾ ਕੇ, ਸਰੀਰ ਤੋਂ ਬਿਨਾਂ ਗਿਆਨ ਨਹੀਂ ਮਿਲਦਾ। ਸਰੀਰ ਜਦ ਫੁੱਟਿਆ, ਸਰੀਰ ਦੇ ਨਾਲੇ ਘੱਟ ਫੁੱਟ ਗਿਆ ਇਹਦਾ, ਕਿਉਂਕਿ ਘੱਟ ਚ ਪਹਿਲਾਂ ਆਇਆ ਸੀ, ਘੱਟ ਚ ਆਉਂਦੇ ਸਾਰੇ ਉਸ ਤੋਂ ਬਾਅਦ ਇਹਨੂੰ ਸਰੀਰ ਮਿਲ ਗਿਆ, ਹੈ ਨਾ ਜੀ। ਜਦ ਇਹਦਾ ਘੱਟ ਫੁੱਟਣਾ ਹੈ, ਇਹਨੇ ਰਹਿਣਾ ਤਾਂ ਸਰਵਵਿਆਪੀ ਤਾਂ ਹੋਇਆ ਨਹੀਂ ਅਜੇ, ਰਿਹਾ ਤਾਂ ਇਹ ਘੱਟ ਚ ਹੀ ਰਿਹਾ ਨਾ, ਹੈ ਆਕਾਸ਼ ਚ। ਆਕਾਸ਼ ਦੇ 2 ਹਿੱਸੇ ਹੈ, ਇੱਕ ਸਰਵਵਿਆਪੀ ਹਿੱਸਾ, ਇੱਕ ਘੱਟ ਵਾਲਾ ਹਿੱਸਾ। ਘੱਟ ਵਾਲੇ ਨੂੰ ਆਪਾਂ ਭਵ ਸਾਗਰ ਕਹਿੰਦੇ ਆ, ਚਾਹੇ ਉਹਨੂੰ ਰਾਮ ਗਰਭ ਕਹਿ ਲਓ, ਉਹਦੇ 3 ਨਾਂ ਬਣ ਜਾਣਗੇ ਫਿਰ। ਘੱਟ ਵਾਲਾ ਜਿਹੜਾ ਘੱਟ ਚ, ਉਹ ਰਾਮ ਗਰਭ ਚ ਵੀ ਤਾਂ ਹੈ ਨਾ, ਠੀਕ ਹੈ ਜੀ। ਹਾਂਜੀ, ਉਹ ਹੈ ਤਾਂ ਆਕਾਸ਼ ਚ ਹੀ, ਪਰ ਉਹ ਮਹਿਦੂਦ ਹੋਇਆ, ਉਹਦਾ ਜਿਹੜਾ ਪ੍ਰਕਾਸ਼ ਹੈ ਉਹ ਸਰਵਵਿਆਪੀਆਂ ਚ ਨਹੀਂ ਸ਼ਾਮਲ ਹੋਇਆ, ਉਹ ਸਰਵਵਿਆਪੀਆਂ ਤੋਂ ਸੈਗਰੀਗੇਟ ਹੋਇਆ, ਉਹ ਘੱਟ ਚ ਆਇਆ ਹੋਇਆ। ਤੇ ਇੱਥੇ ਜੇ ਉਹਦਾ ਘੱਟ ਫੁੱਟਦਾ ਹੈਗਾ, ਜਿਵੇਂ ਹੁਣ ਕਿਹਾ, ਜਾਂ ਬਾਹੋਸ਼ ਫੁੱਟੇਗਾ ਜਾਂ ਬੇਹੋਸ਼ ਫੁੱਟੇਗਾ। ਜੇ ਤਾਂ ਬਾਹੋਸ਼ ਫੁੱਟ ਜਾਵੇ ਉਹ ਤਾਂ ਫਿਰ ਭਗਤ ਹੋ ਗਿਆ, ਜੇ ਬੇਹੋਸ਼ੀ ਚ ਫੁੱਟਦਾ ਉਹ ਤਾਂ ਐਜ਼ ਅ ਡਿਫਾਲਟ ਹੈ, ਉਹ ਤਾਂ ਫੁੱਟਣਾ ਹੀ ਸੀ, ਉਹ ਤਾਂ ਹਰੇਕ ਦਾ ਹੀ ਫੁੱਟਣਾ ਸੀ। ਪਰ ਉਸ ਤੋਂ ਬਾਅਦ ਗਿਆਨ ਚ ਵਾਧਾ ਨਹੀਂ ਹੋ ਰਿਹਾ,
ਇਹਦਾ ਮਤਲਬ ਘਟ 'ਚ ਜਦੋਂ ਇਹ ਆਇਆ ਹੋਇਆ ਉਹ ਅਵਸਥਾ 'ਚ ਗਿਆਨ ਵਧਾ ਰਿਹਾ, ਉਹ ਘਾਟਾ ਪੂਰਾ ਕਰ ਰਿਹਾ। ਜੇ ਉਹ ਘਾਟਾ ਪੂਰਾ ਹੋ ਗਿਆ ਤਾਂ ਜੂਨੇ ਦਾ ਘਟ ਵੀ ਫੁੱਟਿਆ ਜਾਊਗਾ, ਜੇ ਨਹੀਂ ਪੂਰਾ ਹੋਇਆ ਤਾਂ ਮਰੇ ਤਾਂ ਜਾਊਗਾ, ਪਰ ਰਹੂਗਾ ਸਰਵਵਿਆਪੀ ਨਹੀਂ ਰਹੂਗਾ, ਉਹ ਇਹਦੇ 'ਚ ਹੀ ਰਹੂਗਾ, ਘਾਟੇ ਵਾਲੇ ਪਾਸੇ ਹੀ ਔਨ ਦਿਸ ਐਂਡ ਰਹੂਗਾ, ਉਹ ਲੈਫਟ ਗਰੁੱਪ 'ਚ ਰਹੂ ਸਮਝੋ। ਕਿਉਂਕਿ ਉਧਰ ਜਾਣ ਲਈ ਜਿਹੜਾ ਇਹਦਾ ਗਿਆਨ ਪੂਰਾ ਹੋਣਾ ਚਾਹੀਦਾ ਸੀ, ਉਹਦਾ ਇਹ ਵੀ ਇੱਕ ਸੈਂਸ ਵਿੱਚ ਬਣੇਗੀ ਕਿ ਘਟ ਦੇ ਵਿੱਚ ਜਦੋਂ ਆਇਆ ਹੈਗਾ ਉਦੋਂ ਸਰਵਵਿਆਪੀ ਨਹੀਂ ਹੈ, ਸਰੀਰ ਨਾਲ ਧਿਆਨ ਜੁੜਦਾ ਹੈ, ਸਰੀਰ ਨਾਲ ਜੋਤ ਦਾ ਸਤਿਗੁਰ ਦਾ ਹੁਕਮ ਚਾਹੀਏ, ਸਤਿਗੁਰ ਦਾ ਸੈਂਟਰ 'ਚ ਬੈਠਾ ਨਾ, ਭਵ ਸਾਗਰ ਔਰ ਉਹਦੇ ਵਿਚਾਲੇ ਬੈਠਾ, ਪਰ ਇਹਨੂੰ ਇੱਧਰ ਨੂੰ ਖਿੱਚ ਰਿਹਾ। ਜੇ ਚੁੱਪ ਹੋ ਗਿਆ, ਜੇ ਇਹਨੇ ਆਪਣੀ ਖਿਚਾਵਟ ਛੱਡਤੀ ਤਾਂ ਸਤਿਗੁਰ ਤਾਂ ਆਪੇ ਉਹਨਾਂ 'ਚ ਹੀ ਸੀਗਾ, ਸਤਿਗੁਰ ਤਾਂ ਇੱਥੇ ਆਇਆ ਹੀ ਨਹੀਂ ਸੀ, ਉਹਨੇ ਇਹੀ ਏਜੰਟ ਭੇਜਿਆ ਸੀ। ਇਹ ਘਟ 'ਚ ਆਇਆ ਹੋਇਆ, ਇਹਦੇ ਘਟ ਦੇ ਵਿੱਚ ਬ੍ਰਹਮ ਹੈ, ਬ੍ਰਹਮ ਤੋਂ ਅੱਗੇ ਫਿਰ ਪਾਰ ਬ੍ਰਹਮ ਹੈ। ਸੋ ਇੱਕ ਪੈਰੀਫੇਰੀ ਲੱਗਦੀ ਹੈ, ਜਿਵੇਂ ਸੁਰਜੀਤ ਸਿੰਘ ਕਹਿੰਦੇ ਸੀ, ਜਿੱਥੇ ਕਿ ਇਹਦਾ ਗਿਆਨ ਵਧਣਾ ਸੀ। ਜੇ ਉਹ ਗਿਆਨ ਨਹੀਂ ਵੱਧਦਾ ਫਿਰ ਇਹ ਘਟ 'ਚ ਦੁਬਾਰਾ ਆ ਜਾਏਗਾ। ਜੇ ਇਹਨੇ ਘਟ ਜਿਉਂਦੇ ਜੀ ਫੋੜ ਲਿਆ ਫਿਰ ਉਹ ਘਟ ਤੋਂ ਹੀ ਵੱਜ ਜਾਏਗਾ। ਫਿਰ ਸਾਰੇ ਦੇਖੋ ਨਾ, ਸਾਰੇ ਜੀਵਾਂ 'ਚ ਇੱਕ ਚੀਜ਼ ਕਾਮਨ ਚੱਲ ਰਹੀ ਹੈ ਵੀ ਇੱਕ ਚੇਤਨ ਤੇ ਮਟੀਰੀਅਲ ਦਾ ਜੋੜ ਹੈ। ਹਰ ਜਿੰਨੇ ਵੀ ਜੀ ਅਸੀਂ ਮੰਨਦੇ ਹਾਂ, ਭਾਵੇਂ ਚੀਟੀ ਤੇ ਕੁੰਚਰ ਸਥੂਲਾ, ਸਾਰਿਆਂ ਵਿੱਚ ਹੀ ਜੋੜ ਲੱਗ ਰਿਹਾ ਚੇਤਨ ਦਾ ਤੇ ਜੜ ਦਾ। ਮੈਨੂੰ ਤਾਂ ਲੱਗਦਾ ਵੀ ਜਿੱਥੇ ਉਹ ਜੁਆਇੰਟ ਹੈ ਨਾ, ਜਿੱਥੇ ਜੜ ਲੱਗਦਾ, ਜਿੱਥੇ ਜੁਆਇੰਟ ਲੱਗਦਾ ਹੈ ਨਾ, ਉਹ ਜੁਆਇੰਟ ਜਿਹੜੀ ਹੈ ਉਹਦੀ ਜਿਹੜੀ ਪੈਰੀਫਰੀ ਹੈ ਉਹਨੂੰ ਕਹਿ ਦਿੰਦੇ ਨੇ ਵੀ ਉਹ ਉਹੀ ਹੈ। ਬਸ ਭਗਤਾਂ ਨੇ ਉਹ ਜਿਹੜਾ ਜੁਆਇੰਟ ਹੈ ਭਗਤ ਉੱਥੇ ਤਾਂ ਹੀ ਪਹੁੰਚ ਜਾਂਦੇ ਨੇ। ਜਿਵੇਂ ਘਟ 'ਚ ਇੱਕ ਘਟ ਜਿਹੜਾ ਅਸੀਂ ਬਾਹਰ ਜਿਹੜਾ ਘੜਾ ਕਹਿੰਦੇ ਆ ਨਾ, ਉਹਦੇ ਵਿੱਚ ਵੀ ਤਾਂ ਇਹੀ ਹੈ ਨਾ ਵੀ ਇੱਕ ਦੁਆਰਾ ਹੁੰਦਾ, ਉਹਦਾ ਇੱਕ ਦੁਆਰੇ 'ਚੋਂ ਚੀਜ਼ ਪਾਈ ਵੀ ਜਾਂਦੀ ਹੈ, ਉਹਦੇ 'ਚੋਂ ਨਿਕਲ ਵੀ ਜਾਂਦੀ ਹੈ। ਉਹਦਾ ਇਹਨੂੰ ਘੱਟ ਵੀ ਜਿਹੜਾ ਇੱਕ ਇੰਡੀਕੇਸ਼ਨ ਵੀ ਹੈ, ਇਹਦੇ ਤੋਂ ਬਾਹਰ ਵੀ ਨਿਕਲਿਆ ਜਾਂਦਾ, ਇਹਦੇ ਵਿੱਚ ਪੈਂਦੀ ਵੀ ਹੈ ਚੀਜ਼। ਕੋਠੜੀ ਵੀ ਕਹਿ ਸਕਦੇ ਆਪਾਂ, ਫਿਰ ਕੋਠੜੀ। ਹਾਂ ਨਹੀਂ, ਘੱਟ ਵੀ ਤਾਂ ਜਿਹੜਾ ਬਾਹਰ ਅਸੀਂ ਜਿਹਨੂੰ ਘੱਟ ਮੰਨਦੇ ਹਾਂ, ਜਿਹੜਾ ਘੜੇ ਦੇ ਫਾਰਮ 'ਚ ਮੰਨਿਆ ਹੋਇਆ, ਉਹ ਵੀ ਹੈ ਨਾ। ਕੋਈ ਕਿੱਥੇ ਤਾਂ ਇੱਕ ਉਤਸੇ ਦੁਆਰਾ ਇੱਕ ਦੁਆਰ ਤਾਂ ਕੋਈ ਦੁਆਰਾ ਤਾਂ ਹੈ ਹੀ ਨਾ ਜਿਹਦੇ ਥਾਈ ਪੈ ਰਹੀ ਹੈ ਚੀਜ਼ ਵਿੱਚ। ਕਿੱਥੋਂ ਮੈਂ ਉਹ ਕਹਿ ਰਿਹਾ ਵੀ ਸਮਹਾਓ ਉਹਦੇ ਵਿੱਚ ਜੜ ਤੇ ਚੇਤਨ ਨੂੰ ਇਕੱਠਾ ਕਰਨ ਵਾਸਤੇ ਕੋਈ ਤਾਂ ਜੁਗਾੜ ਹੈ ਨਾ। ਜਿਵੇਂ ਉਹ ਐਲੀਵੋਲੀਆਂ ਨਹੀਂ ਹੁੰਦੀਆਂ ਲੰਗ ਵਿੱਚ, ਜਿੱਥੇ ਕਿ ਇੱਕ ਸਿੰਗਲ ਲੇਅਰ ਹੈ, ਆਕਸੀਜਨ ਉਧਰ ਚਲੀ ਜਾਂਦੀ ਹੈ, ਕਾਰਬਨ ਡਾਈਆਕਸਾਈਡ ਇੱਧਰ ਆ ਜਾਂਦੀ ਹੈ, ਉਹ ਉਸ ਤਰ੍ਹਾਂ ਦਾ ਅਰੇਂਜਮੈਂਟ ਸਮਝੋ ਵੀ ਇੰਨੀਆਂ ਫਾਈਨ ਹੈ ਉਹ। ਹਾਂ ਮੈਂ ਕਹਿ ਰਿਹਾ ਵੀ ਕੋਈ ਬੜੀ ਇੱਕ ਕਰਾਮਾਤ ਜਿਹੜੀ ਹੈ ਪਰਮੇਸ਼ਰ, ਜਿਹੜੀ ਦੇਖੋ ਨਾ ਵੀ ਜਿਹੜੀ ਕੁਦਰਤ ਦੀ ਸਭ ਤੋਂ ਵੱਡੀ ਕਰਾਮਾਤ ਹੈ ਉਹ ਇਹੀ ਹੈ ਨਾ ਵੀ ਉਹ ਜੜ 'ਚ ਜਾਨ ਪਾ ਰਿਹਾ। ਜਿਹੜੀ ਸਾਡੇ ਕੋਲ ਜਿਹੜੀ ਸਾਡੀ ਸਭ ਤੋਂ ਵੱਡੀ ਹੁਣ ਤਾਂ ਇਹਦੀ ਮਨੁੱਖੀ ਕਮਜ਼ੋਰੀ ਰਹੀ ਹੈ, ਸਭ ਤੋਂ ਵੱਡੀ ਜਿਹੜੀ ਸਾਡੀ ਡਿਫੀਟ ਹੈ ਕੁਦਰਤ ਦੇ ਸਾਹਮਣੇ, ਉਹ ਇਹੀ ਹੈ ਕਿ ਅਸੀਂ ਜੜ 'ਚ ਜਾਨ ਨਹੀਂ ਪਾ ਸਕੇ। ਅਸੀਂ ਰੋਬੋਟ ਬਣਾਉਣਾ ਚਾਹੁੰਦੇ ਹਾਂ, ਅਸੀਂ 36 ਮਸ਼ੀਨਾਂ ਬਣਾਉਣਾ ਚਾਹੁੰਦੇ ਹਾਂ, ਪਰ ਸਾਨੂੰ ਤਾਂ ਕਰਨਾ ਪੈ ਰਿਹਾ ਵੀ ਸਾਡੇ ਕੋਲ ਉਹ ਤਰੀਕਾ ਨਹੀਂ ਹੈਗਾ ਕਿ ਅਸੀਂ ਵੀ ਮਟੀਰੀਅਲ ਦੇ ਅੰਦਰ ਕਿਸੇ ਤਰ੍ਹਾਂ ਦਾ ਇੰਟੈਲੈਕਚੁਅਲ ਪਾ ਕੇ ਤੇ ਉਹਨੂੰ ਤੁਰਦਾ ਫਿਰਦਾ ਕਰ ਦਈਏ। ਤਾਂ ਹੀ ਉਹਨੂੰ ਕਿਹਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਉਹ ਪਰਮੇਸ਼ਵਰ ਦੀ ਖੂਬੀ ਹੈ, ਉਹ ਕੁਦਰਤ ਦੀ ਖੂਬੀ ਹੈ ਵੀ ਜਿਹਦੇ ਕਰਕੇ ਉਹ ਪੈਦਾ ਕਰ ਰਿਹਾ। ਤਾਂ ਕਰਕੇ ਮੈਂ ਤਾਂ ਕਰਕੇ ਥੋੜਾ ਜਿਹਾ ਸਿਰਫ ਮੈਂ ਕਨਸੈਪਚੁਅਲੀ ਡਾਕਟਰ ਸਾਹਿਬ ਨਾਲ ਪੂਰਾ ਐਗਰੀ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਸਿਰਫ ਮੈਂ ਵਰਡ ਦੀ ਹੇਰਾਫੇਰੀ ਤੋਂ ਡਰਦਾ ਵੀ ਜਿਹੜਾ ਘੱਟ ਬੜੀ ਸਪੈਸੀਫਿਕ ਫਾਰਮ 'ਚ ਕਿਹਾ ਵੀ ਜਿਹੜਾ ਸਾਰੇ ਜੀਆਂ ਨੂੰ ਇਕੁਅਲੀ ਲਾਗੂ ਪੈ ਜਾਂਦਾ ਹੈ, ਉਹ ਸਾਰੇ ਜੀਆਂ ਵਾਸਤੇ ਇਕੁਅਲੀ ਲਾਗੂ ਹੈ ਵੀ ਹਰ ਘੱਟ ਜਿਹੜਾ ਹੈ ਉਹਨੂੰ ਹਿਰਦਾ ਵੀ ਕਿਹਾ ਹੋਇਆ, ਉਹੀ ਕਿਹਾ ਹੋਇਆ ਵੀ ਹਰ ਹਿਰਦਾ ਜਿਹੜਾ ਹੈਗਾ ਸਾਰੇ ਹਿਰਦਿਆਂ ਦੇ ਅੰਦਰ ਹੀ ਉਹ ਜਿਹੜਾ ਹੈ ਉਹ ਰਹਿ ਰਿਹਾ। ਹਾਂ ਇਹਦਾ ਜਿਹੜਾ ਭਰਮ ਹੈ, ਜਦੋਂ ਬਾਕੀ ਸਾਰੀ ਗੱਲਾਂ ਆਪਾਂ ਕਰ ਲਿੱਤੀਆਂ ਵੀ ਜਦੋਂ ਭਰਮ ਖਤਮ ਹੋ ਜਾਂਦਾ ਹੈ ਉਦੋਂ ਘੱਟ ਫੁੱਟ ਜਾਂਦਾ ਹੈ। ਉਹ ਡਾਕਟਰ ਸਾਹਿਬ ਲੋਕਾਂ ਨਾਲ ਬਹੁਤ ਡਿਸਕਸ਼ਨ ਕਰਦੇ ਆ ਕਿਉਂਕਿ ਉਹਨਾਂ ਦੀ ਲੈਂਗੁਏਜ ਕਲੀਅਰ ਨਹੀਂ ਹੈ। ਉਹ ਕਹਿੰਦੇ ਤੂੰ ਛੱਡ ਯਾਰ, ਤੂੰ ਮਨ ਨੂੰ ਇਹ ਮੰਨ ਲਾ, ਇੱਥੋਂ ਸ਼ੁਰੂ ਕਰ ਲਾ। ਮੈਂ ਕਹਿ ਰਿਹਾ ਵੀ ਸਮਝਾਉਣ ਨੂੰ ਸਾਨੂੰ ਸਮਝਣ ਨੂੰ ਐਨਾਲੋਜੀ ਗਲਤ ਨਹੀਂ ਹੈਗੀ। ਮੈਂ ਉਦਾਂ ਕਹਿ ਰਿਹਾ ਉਹ ਠੀਕ ਹੈ, ਰਿਫਾਈਨ ਹੋ ਜਾਏਗੀ ਬਾਅਦ ਚੋਂ। ਰਿਫਾਈਨ ਮਨ ਤੋਂ ਵੀ ਕਲੀਅਰ ਹੈਗੀ ਹੈ। ਹਾਂ ਉਹ ਜਿਹਨਾਂ ਰਿਫਾਈਨ ਕਰਨਾ ਕਰ ਲੈਣ। ਜੇ ਮਨ ਨੂੰ ਵੀ ਮੰਨਿਆ ਟੂ ਸਟਾਰਟ ਵਿਦ ਇਜ਼ ਨਾਟ ਅ ਬੈਡ ਆਈਡੀਆ ਵੀ ਉਹ
ਉਹ ਨਹੀਂ ਤਾਂ ਘੱਟ ਚ ਉਲਝਿਆ ਰਹੂ। ਕਹਿ ਤੂੰ ਘੱਟ ਛੱਡ, ਤੂੰ ਮਨ ਨੂੰ ਮੰਨ ਲਾ, ਤੁਰਦਾ ਕਿਉਂਕਿ ਸਹੀ ਅੱਗੇ। ਸਿੰਪਲ ਜੀ ਕਿਉਂਕਿ ਗੱਲ ਨਾ ਹੈ। ਘੱਟ ਦੀ ਡਿਸਕਸ਼ਨ ਆਪਾਂ ਇਸ ਗਰੁੱਪ 'ਚ ਤਾਂ ਪਹਿਲੀ ਵਾਰੀ ਕਰ ਰਹੇ ਹਾਂ। ਮੈਂ ਬਥੇਰੀ ਵਾਰੀ ਇਹਦੀ ਡਿਸਕਸ਼ਨ ਪਹਿਲਾਂ ਹੋਈ ਸੀਗੀ, ਹੋਰ ਗਰੁੱਪਾਂ ਵਿੱਚ ਵੀ ਹੋਈ ਹੈ। ਮੈਨੂੰ ਜੋ ਅਲਟੀਮੇਟਲੀ ਸਮਝ ਲੱਗੀ ਸੀ ਵੀ ਜਿਹੜਾ ਇਹਦਾ ਸਭ ਤੋਂ ਸੌਖਾ ਰਸਤਾ ਸਮਝਾਉਣ ਦਾ ਮੈਨੂੰ ਲੱਗਿਆ ਸੀ, ਉਹ ਇਹੀ ਸੀ ਵੀ ਇਹਨੂੰ ਏਦਾਂ ਡਿਸਕ੍ਰਾਈਬ ਕੀਤਾ ਜਾ ਸਕਦਾ ਹੈ ਵੀ ਜਿੱਥੇ ਜੜ ਔਰ ਚੇਤਨ ਜਿਹੜੇ ਨੇ ਉਹਨਾਂ ਨੂੰ ਇਕੱਠਾ ਕਰ ਰਹੇ ਨੇ। ਹੁਣ ਉਹ ਪੁਆਇੰਟ ਜਿਹੜਾ ਹੈ ਉਹ, ਕਿਉਂਕਿ ਉਹ ਸਾਰਿਆਂ 'ਚ ਹੀ ਕਾਮਨ ਹੈ, ਉਹ ਪੁਆਇੰਟ ਜਿਹੜਾ ਹੈ ਨਾ ਉਹ ਸਾਰਿਆਂ ਵਿੱਚ ਹੀ ਕਾਮਨ ਹੈ। ਜਿੱਥੇ ਭਾਵੇਂ ਇੱਕ ਬੂਟਾ ਲੈ ਲਓ, ਭਾਵੇਂ ਘਾਹ ਲੈ ਲਓ, ਭਾਵੇਂ ਚੀਂਟੀ ਲੈ ਲਓ, ਭਾਵੇਂ ਬੰਦਾ ਲੈ ਲਓ, ਭਾਵੇਂ ਮੱਛਲੀ ਲੈ ਲਓ, ਕੁਝ ਵੀ ਲੈ ਲਓ, ਸਾਰਿਆਂ ਵਿੱਚ ਇੰਨੀ ਗੱਲ ਤੁਹਾਨੂੰ ਕਾਮਨ ਮਿਲ ਹੀ ਜਾਊਗੀ ਵੀ ਜਿੱਥੇ ਚੇਤਨ ਤੇ ਜੜ ਦਾ ਜੋੜ ਲੱਗ ਰਿਹਾ ਹੈ। ਬਸ ਉਹ ਜੋੜ ਹੀ ਜਿੱਥੇ ਲੱਗ ਰਿਹਾ ਹੈਗਾ, ਉਹ ਹਰ ਜੋੜ ਨੂੰ ਘਟ ਗਿਆ ਹੋਇਆ। ਮਨੁੱਖੀ ਜੋੜ 'ਚ ਜਿਹੜੀ ਸਭ ਤੋਂ ਵੱਡੀ ਜਿਹੜਾ ਸਭ ਤੋਂ ਵੱਡਾ ਡਿਫਰੈਂਸ ਹੈ ਮਨੁੱਖੀ ਜੋੜ 'ਚ, ਉਹ ਹੈਗਾ ਵੀ ਮਨੁੱਖ ਨੂੰ ਇਹ ਦੱਸਿਆ ਜਾ ਸਕਦਾ ਹੈ ਭਈ ਇਹ ਜੋੜ ਤੇ ਪਹੁੰਚਣਾ ਕਿਵੇਂ, ਤੇ ਕਿਵੇਂ ਆਪਣੇ ਆਪ ਨੂੰ ਉਸ ਭਰਮ 'ਚੋਂ ਮੁਕਤ ਕਰ ਦੇਣਾ ਹੈਗਾ ਕਿ ਤੂੰ ਜੜ ਨਹੀਂ, ਤੂੰ ਚੇਤਨ ਹੈ। ਬਸ ਮੈਂ ਇੰਨਾ ਹੁਣ ਫਰਕ ਸ਼ੇਅਰ ਹੈ। ਕਰ ਰਿਹਾ, ਇਹ ਆਪਣੀ ਸਾਰੀ ਦਾ ਕਨਸੈਂਟਰੇਟ ਹੋ ਕੇ ਇਹਦੀ ਉਹ ਬਣ ਜਾਏਗੀ। that should give us ਥੋੜੀ ਹੋਰ ਕਲੀਅਰੈਂਸ ਵੀ ਆ ਜਾਏਗੀ। ਇਹ ਸ਼ਬਦ 3 ਹੈਗੇ ਆ, ਇਹ ਮੈਂ ਤਾਂ ਪਾਏ ਸੀ ਕਿਉਂਕਿ ਉਹ ਇੱਕ ਧਾਤ ਨੂੰ ਔਰ ਪੰਜ ਧਾਤ ਨੂੰ ਡਿਸਟਿੰਗੁਇਸ਼ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ। ਇਹ ਜਿਹੜੀ ਆਪਾਂ ਕੀਤੀ ਆ ਉਹਦਾ ਇਹ ਬੇਸਿਕਲੀ ਸਾਰ ਬਣ ਜਾਏਗਾ ਕਿ ਜਿਹੜਾ ਹਰੀ ਹੈ ਉਹ ਪੰਜ ਤੱਤ ਹੈ ਨਾ, ਪਰ ਜਿਹੜਾ ਇੱਕ ਧਾਤ ਦੀ ਗੱਲ ਕੀਤੀ ਹੈ ਉਹ ਡਿਫਰੈਂਟ ਹੈ। ਉਹ ਸੈਕਿੰਡ ਸ਼ਬਦ ਚ ਕਲੀਅਰ ਹੁੰਦਾ, ਵਿੱਚ ਧਾਤੂ ਪੰਜ ਆਪ ਪਾਵੈ। ਹੁਣ ਜਿਹੜੀ ਆਪ ਤੁਸੀਂ ਇਹ ਗੱਲ ਕਰ ਰਹੇ ਹੋ ਨਾ, 4 ਔਰ 1 ਦਾ ਕੰਮ ਹੋ ਰਿਹਾ ਨਾ ਇੱਥੇ। ਜਿਹੜੀ ਪੰਜ ਨਾਲ ਥੱਲੇ ਪੜੋ ਨਾ, ਧਾਤੂ ਪੰਜ ਰਲਾਏ, 4 ਤਾਂ ਚੇਤਨ ਹੋ, 4 ਤਾਂ ਹੋ ਗਈਆਂ ਜੜ, 1 ਹੋ ਗਿਆ ਚੇਤਨ। ਪਰ ਉਹਨੂੰ ਫਿਰ ਵੀ ਕੂੜਾ ਪਾਜਿਆ ਹੀ ਕਿਹਾ, ਉਹ ਸੰਸਾਰ ਚ ਹੀ ਹੈ। ਉਹ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ ਹੈ। ਇਹ ਇੱਕ ਤਰ੍ਹਾਂ ਦੀ ਖੇਡ ਹੈ। ਇਹ ਆਪਾਂ ਕਹਿ ਸਕਦੇ ਹਾਂ ਵੀ ਇਹ ਘਟ ਹੈ ਜਿੱਥੇ ਪੰਚ ਦਾ ਔਰ ਜੜ ਦਾ ਮੇਲ ਹੋ ਰਿਹਾ ਹੈ, ਕਿਉਂਕਿ ਮਨ ਵੀ ਉੱਥੇ ਹੀ ਅਵੇਲੇਬਲ ਹੈ ਧਿਆਨ ਦੇ ਰੂਪ ਵਿੱਚ, ਉੱਥੇ ਬ੍ਰੇਨ ਨਾਲ ਜੁੜਦਾ, ਉੱਥੋਂ ਆਪ ਗਿਆਨ ਇੰਦਰੀਆਂ ਨਾਲ ਜੁੜਦਾ। ਪਿੱਛੇ ਉਹਦੇ ਜਿਹੜਾ ਹੈਗਾ ਉਹ ਬਾਉਂਡਰੀ ਹੈ, ਪਿੱਛੇ ਉਹਦੇ ਆਤਮ ਬੈਠਾ। ਸੋ ਆਤਮ ਤੋਂ ਆਤਮਾ, ਜਿੱਥੇ ਆਤਮਾ ਔਰ ਮੈਨੂੰ ਲੱਗਦਾ 4 ਮਿਲਦੇ ਆ ਨਾ, ਕਿਉਂਕਿ ਇਹ ਪੰਜ ਦੇ ਵੀ ਫਿਰ 2 ਹਿੱਸੇ ਕਰਨੇ ਪੈਣਗੇ ਨਾ। ਮੈਂ 1 ਕੀਤਾ, ਪਰ ਇਹਨੂੰ ਹਾਫ ਐਂਡ ਹਾਫ ਕਰਨਾ ਪਊ ਕਿ ਨਹੀਂ, ਕਿ ਨਹੀਂ ਤਾਂ ਜੜ ਨਾਲ ਜੁੜਨਾ ਹੀ ਨਹੀਂ ਸੀ ਨੇ, 1 ਨੇ ਤਾਂ ਜੁੜਨਾ ਹੀ ਨਹੀਂ ਸੀ। ਠੀਕ ਹੈ ਗੱਲ ਕਿ ਨਹੀਂ? ਇਹਨੂੰ ਜੇ ਆਪਾਂ ਹਾਫ ਪਲੱਸ ਹਾਫ ਕਰ ਲਾਂਗੇ, ਉਹ ਜਿਹੜਾ ਸੈਕਿੰਡ ਹਾਫ ਹੈ ਔਰ ਜਿਹੜਾ 4 ਹੈ ਉਹ ਲੱਗਦਾ ਵੀ ਉਹ ਘਟਦਾ ਹਿੱਸਾ ਬਣਦਾ, ਉਹਨੇ ਫਿਰ ਅਲੱਗ ਹੋ ਜਾਣਾ। ਉਹ ਹਾਫ ਨੇ ਇਹਦੇ ਚ ਸਮਾ ਜਾਣਾ। ਦੇਖਾਂ ਮੈਂ ਬਣਾ ਕੇ, ਪਰ ਉਸੇ ਗੱਲ ਨੂੰ ਰਿਫਾਈਨ ਕਰਨ ਦੀ ਲੋੜ ਹੈ ਵੀ ਜਿਹੜਾ ਮੈਂ 1 ਲਿਖਿਆ ਹੋਇਆ ਨਾ ਇੱਥੇ, ਇਹਨੂੰ ਆਪਾਂ ਜੇ ਰਿਫਾਈਨ ਕਰੀਏ ਜਸਟ ਔਨ ਦਿਸ, 1 ਆਪਾਂ ਗਾਇਬ ਹੋ ਜਾਂਦਾ ਕਿਤੇ ਨਾ ਕਿਤੇ, ਇੱਥੇ 1 ਮਿੰਟ, ਇਹਨੂੰ ਮੈਂ ਹਾਫ ਕਰ ਲਵਾਂ ਐ, ਠੀਕ ਹੈ ਨਾ, ਠੀਕ ਹੈ ਨਾ ਜੀ, ਪਲੱਸ ਹਾਫ ਕਰ ਲਈਏ, ਹੋ ਗਿਆ ਜੀ, ਪਲੱਸ 4 ਕਰ ਲਈਏ, ਹੈ ਜੀ। ਇਹ ਜਿਹੜਾ ਆਹਾ ਹੈਗਾ ਇਹ ਘਟ ਦਾ ਹਿੱਸਾ ਬਣੂਗਾ, ਠੀਕ ਹੈ ਨਾ ਜੀ, ਕਿਉਂਕਿ ਜਦੋਂ ਫੁੱਟੂਗਾ ਇਹਨੇ ਤਾਂ ਇੱਧਰ ਨੂੰ ਤੁਰ ਪੈਣਾ, ਫਿਰ ਇਹ ਤਾਂ ਇਹਦੇ ਚੋਂ ਹੀ ਪੈਦਾ ਹੋਏ ਸੀ, ਇਹਦੇ ਚ ਜਾਊਗਾ। 4 ਨੇ ਜਿਹੜਾ ਹੈਗਾ ਇਹਨਾਂ ਨੂੰ ਲੈ ਜਾਣਾ, ਇਹਨਾਂ ਕੀ ਕਹਿੰਦੇ ਭਾਈਆਂ, ਹੈ ਨੀ, ਅੱਗੇ ਦਿੱਤਾ ਬੰਨ, ਇਹ ਉਧਰ ਨੂੰ ਚੱਲ ਪਿਆ, ਇਹ ਇੱਧਰ ਨੂੰ ਚੱਲ ਪਿਆ। ਜਦੋਂ ਫੁੱਟੂਗਾ ਉਸ ਤੋਂ ਪਹਿਲਾਂ ਕੰਬੀਨੇਸ਼ਨ ਹੈਗੀ ਹੈ ਵੀ ਇਹ ਕੰਬੀਨੇਸ਼ਨ ਦੇ ਵਿੱਚ ਇਹ ਇੱਧਰ ਨੂੰ ਛੱਡ ਕੇ ਧਿਆਨ ਇੱਧਰ ਨੂੰ ਹੋ ਜਾਵੇ, ਠੀਕ ਹੈ ਜੀ। ਲਗਭਗ ਇਸ ਤਰ੍ਹਾਂ ਦਾ ਮਡ ਮੈਪ ਜਿਹੜਾ ਹੈਗਾ ਇਹ ਆਪਾਂ ਨੂੰ ਹੈਲਪ ਕਰੇਗਾ ਵੀ 5 ਤੱਤ ਅਲੱਗ ਹੈ, 4 ਜੜ ਅਲੱਗ ਹੈ, 5 ਤੱਤ ਇੱਥੇ ਖਾਸ 5 ਲਿਖੇ ਨਾ, 5 ਰਲੀਆਂ ਹੋਈਆਂ ਸਾਡੇ ਅੰਦਰ, ਹੈ ਨਾ। ਪਰ ਜਿਹੜਾ ਆਹ 1 ਹੈ ਇਹ ਤਾਂ ਫਿਰ 2 ਹੈ, ਇਹ ਤਾਂ ਹਾਫ ਐਂਡ ਹਾਫ ਚ ਹੈ ਨਾ, ਅੱਧਾ ਤ੍ਰਿਕੁਟੀ ਚ ਬੈਠਾ। ਇਹ ਆਪਾਂ ਇਹਨੂੰ ਕਹੋ ਵੀ ਜੇ ਆਪਾਂ ਆਹ ਬਣਾ ਲਈਏ, ਅੱਧਾ ਇੱਥੇ ਬੈਠਾ,
ਹਦਾਇ ਹਿਰਦੇ ਚ ਆਪਰੇਟ ਕਰ ਰਿਹਾ ਸਾਡਾ ਜਿਹੜਾ ਹੈਗਾ, ਜਿੰਨਾ ਆਪਾਂ ਨੂੰ ਕਹਿੰਦੇ ਨੌਨ ਵੋਲੰਟਰੀ ਮਸਲਸ, ਤੇ ਇੱਕ ਇੱਥੇ ਬੈਠਾ ਹੈਗਾ। ਲਗਭਗ ਇਹ ਹੈਗਾ, ਇਹ ਦੋ ਹਿੱਸਿਆਂ 'ਚ ਹੈਗਾ। ਇਹ ਆਹ ਸਰੀਰ ਨਾਲ ਧਿਆਨ ਜੁੜਿਆ ਹੋਇਆ, ਆ ਪਿਛਲੇ ਜਿਹੜਾ ਘਟ ਵਾਲਾ ਇਹ ਸਿੱਧਾ ਪਿੱਛੇ ਹੁਕਮ ਨਾਲ ਜੁੜਿਆ ਹੋਇਆ, ਕਿਉਂਕਿ ਉਹਦੇ 'ਚ ਆਉਣਾ ਹੁਕਮ। त्रिकुटी और घट का आपस की रिलेशनशिप है फिर। हाँ जी डॉक्टर साहब। त्रिकुटी जिथे माया शुरू है ते घट घट भी, वैसे घट भी तो माया का ही है हिस्सा। त्रिकुटी घट एक को किया जा सकता है इन सम सेंस, इन सम सेंस बट नॉट इन ऑल, क्योंकि त्रिकुटी नु अवघट किया होया वैसे। हाँ त्रिकुटी अवघट है, मैं उत्थे ही आ रहा सीगा भी ਉਹ कह रहे ना घट छाड़ अवघट कततावा। हाँ ਉਹ है ਤਾਂ ਘਟ ਦਾ ਹੀ ਹਿੱਸਾ, ਪਰ ਉਹ ਉਥੋਂ ਮਾਇਆ ਦੀ ਸੈਂਸ, ਉਹ ਐਕਚੁਅਲੀ ਮੈਂ ਕਹਿ ਰਿਹਾ ਵੀ ਜੋੜ ਹੈ, ਜਿੱਥੇ ਇੱਕ ਸੈਂਸ ਮਾਇਆ ਦੀ ਆਊਗੀ, ਇੱਕ ਸੈਂਸ ਚੇਤਨ ਦੀ ਹੈ। ਜਿੱਥੋਂ ਮਾਇਆ ਦੀ ਸੈਂਸ ਆ ਰਹੀ ਹੈ ਉਹ त्रिकुटी ਹੈ, ਜਿੱਥੋਂ ਚੇਤਨ ਦੀ ਸੈਂਸ ਆ ਰਹੀ ਹੈ ਉਹਨੂੰ ਘਟ, ਮਤਲਬ ਘਟ ਤਾਂ ਟੋਟਲ ਨੂੰ ਹੀ ਕਿਹਾ ਹੋਇਆ, ਪਰ ਉਹਨੂੰ ਘਾਟ ਕਹਿ ਜਾਂ ਵੀ ਇਦਾਂ ਵੀ ਇਦਾਂ ਇਸ ਤਰ੍ਹਾਂ ਕਹਿ ਸਕਦੇ ਕਿ ਮਨ ਜਦ ਮਾਇਆ ਵੱਲ ਨੂੰ ਦੇਖ ਰਿਹਾ, त्रिकुटी ਵੱਲ ਨੂੰ ਦੇਖ ਰਿਹਾ ਵਾ ਉਧਰ ਨੂੰ, ਜਾਂ ਮਨ ਜਦੋਂ ਚੇਤਨ ਵੱਲ ਨੂੰ ਦੇਖ ਰਿਹਾ ਵਾ ਤੇ ਉਧਰ ਨੂੰ ਘਾਟ ਹੋ ਜਾਂਦਾ, ਤੇ ਜੇ ਮਨ ਬਾਹਰਮੁਖੀ ਹੋ ਜਾਂਦਾ ਵਾ ਤੇ ਉਹ त्रिकुटी ਬਣ ਜਾਂਦੀ ਹੈ, ਅੰਤਰਮੁਖੀ ਹੋ ਜਾਂਦਾ ਵਾ ਤੇ ਉਹ ਘਟ ਬਣ ਜਾਂਦਾ ਵਾ। ਮਨ ਜਿਉਂ ਪਿੱਛੇ ਨੂੰ ਜਾਊਗਾ ਤੇ ਉਹ ਘਟ ਦੇ ਵਿੱਚ ਚਲਾ ਜਾਊਗਾ, ਪਰ ਜਿਉਂ ਇਹ ਬਾਹਰਮੁਖੀ ਹੁੰਦਾ ਜਾਂਦਾ ਤਿਉਂ त्रिकुटी ਦੇ ਵਿੱਚ ਆਈ ਜਾਂਦਾ। ਇਹ ਵੀ ਠੀਕ ਹੈ, ਕਿਉਂਕਿ ਘਟ ਦੇ ਵਿੱਚ ਹੈ ਅਸਲ 'ਚ, ਅਵਘਟ 'ਚ ਘਾਟ ਨਹੀਂ ਹੈਗਾ। ਜਿਹੜਾ ਘਾਟ ਹੈਗਾ ਉਹ ਘਟ ਦੇ ਵਿੱਚ ਹੈ। ਜਦੋਂ ਇਹ ਘਟ 'ਚ ਆ ਜਾਏਗਾ, ਇਹਦਾ ਮਤਲਬ ਘਾਟ ਉਹ ਜਗ੍ਹਾ ਹੋਗੀ ਜਿੱਥੇ ਕੀ ਵਿਚਾਰ ਹੋ ਸਕਦੀ ਹੈ, ਜਿੱਥੇ ਆਮਣੇ ਸਾਹਮਣੇ ਹੈ। ਨਹੀਂ ਤਾਂ त्रिकुटी 'ਚ ਤਾਂ ਆਮਣੇ ਸਾਹਮਣੇ ਹੈ ਨਹੀਂ, त्रिकुटी 'ਚ ਤਾਂ ਪਿੱਠ ਹੋਈ ਹੋਈ ਹੈ। ਘਟ ਫਿਰ ਉਹ ਹੋਏਗਾ ਆਲਮੋਸਟ ਜਿੱਥੇ ਕਿ ਇਹ ਵਿਜ਼ੀਬਲ ਇੱਕ ਦੂਸਰੇ ਨੂੰ ਨਾਲ ਇੰਟਰੈਕਟ ਕਰ ਸਕਦੇ। ਠੀਕ ਹੈ ਜੀ, ਥੋੜਾ ਮਤਲਬ ਹੈ ਤਾਂ ਬਾਕੀ ਸਾਰੀ ਸਮਝ ਹੀ ਹੈ, ਤੇ ਇਹਦੇ ਵਿੱਚ ਆਪਾਂ ਇਹੀ ਦੇਖਣਾ ਵੀ ਸੁਖਵਿੰਦਰ ਸਿੰਘ ਇਹ ਸ਼ਾਬਦਿਕ ਭੇਦ ਬਣਿਆ ਹੀ ਰਹਿਣਾ ਜੀ, ਇਹ ਬਣਿਆ ਹੀ ਰਹਿਣਾ। ਹਾਂ, ਇਹ ਬਣਿਆ ਰਹਿਣਾ। ਗੱਲ ਆਲਮੋਸਟ ਕਲੀਅਰ ਹੈ, ਫਿਰ ਵੀ ਆਪਾਂ ਗੱਲ ਕਲੀਅਰ ਹੋ ਵੀ ਜਾਵੇ ਤਾਂ ਵੀ ਆਪਾਂ, ਕਿਉਂਕਿ ਸ਼ਬਦਾਂ ਦੇ ਵਿੱਚ ਹਮੇਸ਼ਾ ਆਪਾਂ ਕੋ ਨਾ ਕੋ ਨਿਕਲਦਾ ਰਹਿਣਾ। ਹਾਂਜੀ, ਮੈਨੂੰ ਛੁੱਟੀ ਲੈਣੀ ਪੈਣੀ ਹੈ ਜੀ। ਠੀਕ ਹੈ ਜੀ। ਤੇ ਆਪਣਾ ਹੋਰ ਕੋਈ ਹੋਵੇ ਜਿਹੜਾ ਥੱਲੇ ਵਾਲਾ ਸ਼ਬਦ ਮੈਂ ਪਾਇਆ, ਅਸਮਾਨ ਜ਼ਮੀਨ ਦਰਖਤ ਆਬ ਪੈਦਾਇਸ਼ ਖੁਦਾਏ, ਇਹ ਇੱਥੇ ਮੈਨੂੰ ਬਹੁਤ ਵਾਰ ਇਹ ਸ਼ੱਕ ਹੁੰਦਾ ਜਿਹੜਾ ਖੁਦਾਏ ਸ਼ਬਦ ਵਰਤਦੇ ਆ, ਇਹ ਮੈਨੂੰ ਐਂ ਲੱਗਦਾ ਵੀ ਇਹ ਵਾਰਬਨ ਵਾਸਤੇ ਵਰਤਿਆ ਜਾਂਦਾ, ਕਿਉਂਕਿ ਜਿਹੜੀ ਜਿਮੀ ਦਰਖਤ ਆਬ ਹੈਗਾ ਇਹ ਤਿੰਨੇ ਤਾਂ ਮਤਲਬ ਜਿਮੀ ਵੀ ਜੜ ਹੈ, ਅਸਮਾਨ ਵੀ ਜੜ ਹੀ ਹੈ ਜਿਹੜਾ ਆਪਾਂ ਨੂੰ ਦਿਖਦਾ, ਆਬ ਵੀ ਜਿਹੜੀ ਹੈ ਉਹ ਜੜ ਹੀ ਹੈ। ਇਹ ਹਿੱਸਾ ਬਣਦੇ ਆ ਨਾ ਇੱਕ ਸਰੀਰ ਦਾ। ਦਰਖਤ ਜਿਹੜਾ ਇਹ ਚੇਤਨ, ਦਰਖਤ ਵਿੱਚ ਤਾਂ ਜੋਤ ਹੈਗੀ ਹੈ ਨਾ। ਤੇ ਇੱਕ ਹੋਰ ਗੱਲ ਹੈ ਵੀ ਜਿੱਥੇ ਜੋਤ ਹੈ ਉੱਥੇ ਕਹਿੰਦੇ ਉਲਟੀ ਗੰਗਾ ਵਹਿੰਦੀ ਹੈ, ਉੱਥੇ ਪਾਣੀ ਜਿਹੜਾ ਹੈਗਾ ਉਲਟੇ ਪਾਸੇ ਨੂੰ ਜਾਂਦਾ ਨਹੀਂ। ਕਦੇ ਵੀ ਫਿਜ਼ੀਕਲ ਵਰਲਡ 'ਚ ਹਿਮਾਲਿਆ ਤੋਂ ਗੰਗਾ ਜਿਹੜੀ ਨਦੀ ਸ਼ੁਰੂ ਹੋ ਕੇ ਸਮੁੰਦਰ 'ਚ ਗਿਰਦੀ ਹੈ, ਪਰ ਜਿੱਥੇ ਚੇਤਨ ਬੈਠਾ ਹੈ ਉੱਥੇ ਉਲਟੀ ਗੰਗਾ ਚੱਲਦੀ ਹੈ। ਆਪਣਾ ਹਾਰਟ ਜਿਹੜਾ ਹੈਗਾ ਮਾਈਂਡ ਤੋਂ ਥੱਲੇ ਹੈ, ਬ੍ਰੇਨ ਤੋਂ, ਪਰ ਉਹ ਬ੍ਰੇਨ ਦੇ ਵਿੱਚ ਪੰਪ ਕਰਦਾ ਬਲੱਡ, ਸੋ ਇਹਨੂੰ ਉਲਟੀ ਗੰਗਾ ਕਿਹਾ ਜਾਂਦਾ। ਇਹ ਨਿਸ਼ਾਨੀ ਹੈ ਵੀ ਉੱਥੇ ਚੇਤਨ ਸ਼ਕਤੀ ਹੈ। ਪੱਥਰਾਂ ਵਿੱਚ ਜਾਂ ਉਹਦੇ ਵਿੱਚ ਜੇ ਆਪਾਂ ਦੇਖੀਏ ਥਰੂ ਜਿਹੜਾ ਆਪਾਂ ਕੈਪਿਲਰੀ ਐਕਸ਼ਨ ਤਾਂ ਪਾਣੀ ਚੜ ਜਾਏਗਾ, ਠੀਕ ਹੈ ਨਾ, ਪਰ ਕੋਈ ਫੋਰਸਫੁਲ ਇਹੀ ਜੀ ਚੀਜ਼ ਨਹੀਂ ਹੈ ਜਿਹੜੀ ਕਿ ਉੱਥੇ ਫੋਰਸ ਦੇ ਰਹੀ ਹੈ ਔਰ ਸਾਰਾ ਸਿਸਟਮ ਇੰਟੀਗ੍ਰੇਟ ਹੋ ਕੇ ਚੱਲ ਰਿਹਾ। ਜਿੱਥੇ ਹਰਿਆਈ ਹੈ ਉੱਥੇ ਤਾਂ ਜਿਵੇਂ ਤੁਸੀਂ ਪੜ੍ਹੋ ਕਲੋਰੋਪਲਾਸਟ ਕਿਵੇਂ ਕੰਮ ਕਰਦਾ ਹੈ, ਉਹਦੇ ਪਿੱਛੇ ਕੋਈ ਉਹਨੂੰ ਗਾਈਡੈਂਸ ਤਾਂ ਹੈ ਨਾ, ਕੋਈ ਉਹਦੇ ਪਿੱਛੇ ਸ਼ਕਤੀ ਹੈ ਜਿਹੜੀ ਉਹਨੂੰ ਕਰ ਰਹੀ ਹੈ। ਫਿਰ ਫਰੂਟ ਲੱਗਦਾ ਉਸੇ ਸਮੇਂ, ਫਲਾਵਰ ਲੱਗਦਾ, ਜਰਮੀਨੇਸ਼ਨ ਹੁੰਦੀ ਹੈ। ਸੋ ਇਹ ਉਹ ਚੇਤਨ ਵਿੱਚ ਹੈਗਾ।
ਉਹ ਜੋਤ ਵਿੱਚ ਹੈਗੀ ਹੈ, ਚਾਹੇ ਉਹ ਪੂਰੀ ਜਾਗਰਤ ਅਵਸਥਾ ਆਪਣੇ ਜਿੰਨੀ ਨਹੀਂ ਹੈ, ਪਰ ਉਹ ਵੀ ਇੱਕ ਜੂਨੀ ਮੰਨੀ ਹੋਈ ਹੈ। ਤੇ ਹੋਰ ਕਿਸੇ ਦਾ ਕੋਈ ਕੁਐਸਚਨ ਹੋਵੇ ਇਸ ਪ੍ਰਤੀ? ਹੁਣ ਸੁਖਵਿੰਦਰ ਸਿੰਘ ਜੀ ਆਏ ਹੈ। ਸੁਖਵਿੰਦਰ ਸਿੰਘ ਜੀ ਦੱਸੋ ਜੀ। ਦਰਮੋਹਨ ਸਿੰਘ ਜੀ ਨੇ ਵੀ ਹੁਣ ਜੁਆਇਨ ਕੀਤਾ। ਹਾਂਜੀ ਸੁਖਵਿੰਦਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਸੌਰੀ ਜੀ। ਮੈਨੂੰ ਕਲੀਅਰੈਂਸ ਨਹੀਂ ਸੀਗਾ ਜੀ, ਅੱਜ ਮੈਂ ਥੋੜਾ ਲੇਟ ਹੋ ਗਿਆ, ਲੇਕਿਨ ਮੈਨੂੰ ਨੈਕਸਟ ਟਾਈਮ ਤੋਂ ਟਾਈਮਲੀ ਜੁਆਇਨ ਕਰਾਂਗਾ ਜੀ ਮੈਂ। ਠੀਕ ਹੈ ਜੀ। ਤੇ ਸੁਖਵਿੰਦਰ ਸਿੰਘ ਜੀ। ਹਾਂਜੀ ਬੈਲ ਸਾਹਿਬ। ਅੱਛਾ ਜੀ, ਲੇਟ ਹੋ ਗਏ ਜੀ ਅੱਜ ਤੁਸੀਂ? ਨਹੀਂ, ਮੈਂ ਜਸਵਿੰਦਰ ਸਿੰਘ ਬੋਲ ਰਿਹਾ। ਅੱਛਾ, ਜਸਵਿੰਦਰ ਸਿੰਘ ਬੋਲ ਰਿਹਾ। ਸੁਖਵਿੰਦਰ ਸਿੰਘ ਜੀ ਵੀ ਹੈ। ਇਹ ਤੁਸੀਂ ਉਹਨਾਂ ਦੇ ਨਾਮ ਤੇ ਜੁਆਇਨ ਹੋਏ ਹੋਏ? ਨਹੀਂ, ਮੈਂ ਤਾਂ ਜਸਵਿੰਦਰ ਸਿੰਘ ਦੇ ਨਾਮ ਤੇ। ਅੱਛਾ, ਮੈਂ ਕਿਹਾ ਕੋਈ ਸੁਖਵਿੰਦਰ ਸਿੰਘ ਜੀ ਵੀ ਹੁਣੇ ਆਏ ਹੈ। ਮੈਂ ਅੱਛਾ, ਆਪਣੇ ਬੈਂਸ ਸਾਹਿਬ, ਆਪਾਂ ਇਹਨੂੰ ਜਿਵੇਂ ਆਪਾਂ ਉੱਥੇ ਦੂਜੀ ਜਗ੍ਹਾ ਕਿਹਾ ਵੀ ਫੂਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਗਾਸਾ, ਇਹ ਘੱਟ ਦੀ ਸੈਂਸ ਚ ਆਪਾਂ ਭਰਮ ਨੂੰ ਵੀ ਕਹਿ ਸਕਦੇ ਹਾਂ ਇੱਥੇ ਜਿਵੇਂ। ਹਾਂਜੀ, ਜਿੱਥੇ ਹਾਂ, ਫਿਰ ਆਪਾਂ ਇਸ ਤੁਹਾਡੀ ਗੱਲ ਨੂੰ ਹੋਰ ਵਧਾ ਲੈਂਦੇ ਆ। ਵਧੀਆ ਤੁਸੀਂ ਗੱਲ ਕੀਤੀ ਹੈ ਵੀ ਇਹਦਾ ਮਤਲਬ ਜਿਹੜੀ ਪੈਰੀਫੇਰੀ ਜਿੱਥੋਂ ਭਰਮ ਸ਼ੁਰੂ ਹੁੰਦਾ ਹੈ ਉਹ ਘੱਟ ਹੈ, ਇਹਦਾ ਮਤਲਬ। ਹਾਂਜੀ, ਉੱਥੇ ਘੱਟ ਫੂਟੇ ਕਹਤਾ, ਇੱਥੇ ਫੂਟੋ ਆਂਡਾ ਭਰਮ ਕਾ ਕਹਿਤਾ। ਉਹ ਵੀ ਇੱਕ ਸ਼ੈਲ ਹੈ ਨਾ, ਕਿਉਂਕਿ ਆਂਡਾ ਜਿਹੜਾ ਹੈਗਾ ਉਹ ਇੱਕ ਸੋਲਿਡ ਜੀ, ਮਤਲਬ ਗੱਲ ਕਹਿਣ ਦੀ ਹੈ ਉੱਥੇ। ਨਾ ਜਿਵੇਂ ਕਬੀਰ ਜੀ ਕਹਿੰਦੇ ਆ, ਕਹਿੰਦੇ ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਕੋ ਖੂਟਾ ਨਾ ਪਨਹਾਰੀ, ਵੀ ਕਿਤੇ ਹੋਰ ਨਾ ਪਨਹਾਰੀ ਉਹ ਲੱਭਣ ਲੱਗ ਜਾਏ। ਪਰ ਇੱਕ ਹਾਂ ਇਹ ਹੈ ਵੀ ਉਹਨੂੰ ਦੱਸਣ ਨੂੰ ਵੀ ਇੱਕ ਸੋਲਿਡ ਚੀਜ਼ ਹੈ, ਜਿਵੇਂ ਆਂਡੇ ਦਾ ਆਪਾਂ ਨੂੰ ਦਿਖਦਾ ਹੈ ਨਾ, ਉਹ ਬਾਉਂਡਰੀ ਹੈ ਇੱਕ ਬੜੀ, ਇੱਕ ਡਿਸਟਿੰਕਟ ਬਾਹਰ ਔਰ ਅੰਦਰ ਦੀ ਇੱਕ ਬਾਉਂਡਰੀ ਹੈ ਜਿੱਥੇ ਅਵਕਟ ਔਰ ਘਟ ਮਿਲਦੇ ਆ। ਸੋ ਬਸ ਜੀ, ਉਹ ਕੂੜ ਦੀ ਪਾਲ ਜਿਹੜੀ ਆਪਾਂ ਕਹਿ ਸਕਦੇ, ਜਿੱਦਾਂ ਜਪਜੀ ਸਾਹਿਬ ਚ ਕਿਹਾ ਵਾ, ਹਾਂ ਉਹ ਕੂੜ ਦੀ ਪਾਲ ਉਹੀ ਫਿਰ ਹੋ ਗਈ ਇੱਕ ਕਿਸਮ ਦੀ। ਹਾਂਜੀ, ਉਹੀ ਫੁੱਟਣੀ ਹੈ, ਉਹੀ ਭਵ ਸਾਗਰ ਵੀ ਉਹੀ ਹੈ। ਹਾਂਜੀ, ਉਹੀ ਇੱਕ ਲਕੀਰ ਦਾ ਹੀ ਕਹਿ ਲਓ ਕਿ ਅੰਤਰ, ਜਿੱਥੇ ਆਪਾਂ ਬੈਠੇ ਹੋਏ ਆ, ਜੇ ਇਧਰੋਂ ਉਧਰ ਨੂੰ ਚੱਲ ਜਾਈਏ ਤੇ ਸ਼ਾਇਦ ਆਪਾਂ ਉਧਰ ਨੂੰ ਪ੍ਰਕਾਸ਼ ਨੂੰ, ਜਿਹਨੂੰ ਪ੍ਰਕਾਸ਼ ਦੇਖ ਲਾਂਗੇ, ਆਪਾਂ ਇੱਧਰ ਆ ਜਾਈਏ, ਇੱਧਰਲੀ ਦੁਨੀਆ ਚ ਉਧਰ ਬਸ। ਹਾਂ ਬਿਲਕੁਲ, ਪਿੱਠ ਫੇਰਨ ਦੀ ਗੱਲ ਆ, ਦੇਹਰਾ ਫਿਰਨ ਦੀ ਗੱਲ ਹੈ। ਹਾਂਜੀ ਸੁਖਵਿੰਦਰ ਸਿੰਘ ਜੀ ਕੌਣ ਹੈ? ਮੈਂ ਕਿਹਾ ਵੀ ਮੈਂ ਸੁਖਵਿੰਦਰ ਸਿੰਘ ਜੀ ਨਾਲ ਵੀ ਮੁਖਾਤਿਬ ਹੋ ਲਈ, ਉਹ ਆਏ ਹੈ ਹੁਣ ਤਾਂ ਨਹੀਂ ਹੈ ਮੈਨੂੰ ਲੱਗਦਾ। ਅੱਛਾ ਜੀ, ਹਾਂਜੀ ਜੀਤ ਸਿੰਘ ਜੀ ਤੁਸੀਂ ਦੱਸੋ ਜੀ ਘੱਟ ਬਾਰੇ ਥੋੜਾ ਜਿਹਾ ਸਾਨੂੰ, ਤੁਸੀਂ ਵੀ ਚਾਨਣਾ ਪਾਓ, ਫਿਰ ਸਮਾਪਤੀ ਕਰਦੇ ਹਾਂ। ਸਮਰੀ ਕਰ ਦਿਓ ਤੁਸੀਂ, 15 ਮਿੰਟ ਰਹਿ ਗਏ। ਹਾਂਜੀ ਜੀਤ ਸਿੰਘ ਜੀ। ਹਾਂਜੀ ਭਾਜੀ, ਨਹੀਂ ਸੁਣ ਰਹੇ ਹਾਂ ਜੀ, ਹਾਲੇ ਇੰਪਰੂਵਮੈਂਟ ਹੋ ਰਹੀ ਹੈ। ਕੁਛ ਦੱਸੋ ਤੁਹਾਡਾ ਕੀ ਆਈਡੀਆ ਘੱਟ ਬਾਰੇ, ਅਸੀਂ ਤੁਹਾਤੋਂ ਵੀ ਸੁਣਾਂਗੇ, ਕਿਉਂਕਿ ਖਬਰੇ ਤੁਸੀਂ ਵੀ ਕੋਈ ਨਾ ਕੋਈ ਸਾਡੇ ਲਈ ਮਾਣਕ ਮੋਤੀ ਛੱਡ ਦੋਗੇ। ਨਹੀਂ ਬਿਲਕੁਲ ਠੀਕ ਹੈ ਜੀ, ਐਗਰੀ ਹੋ ਰਹੇ ਆ ਤੁਹਾਡੇ ਨਾਲ, ਸਹਿਮਤ ਆ। ਨਹੀਂ ਤੁਸੀਂ ਘੱਟ ਨੂੰ ਕੀ ਸਮਝਦੇ ਹੋ ਵੀ ਘੱਟ ਕਿਹੜੇ ਏਰੀਏ ਨੂੰ ਕਹਿੰਦੇ? ਤੁਹਾਡੇ ਹਿਸਾਬ, ਤੁਹਾਡੀ ਅੰਡਰਸਟੈਂਡਿੰਗ ਕੀ ਵੀ ਘੱਟ ਕੋਈ ਪਰਟੀਕੂਲਰ ਏਰੀਆ ਜਾਂ ਹੈਗਾ ਜਿੱਥੇ ਕਿ ਦੋ ਚੀਜ਼ਾਂ ਨਾਲ ਮੇਲ ਹੋ ਰਿਹਾ? ਤੁਸੀਂ ਵੀ ਐਵੇਂ ਮੰਨਦੇ ਹੋ? ਹਾਂਜੀ, ਇਹਨੂੰ ਕਿਹਾ ਜਾ ਸਕਦਾ ਇਸ ਤਰ੍ਹਾਂ, ਪਰ ਇਹ ਸਮਝਾਉਣ ਲਈ ਹੈ, ਜਿਵੇਂ ਆਪਾਂ ਕਹਿ ਰਹੇ ਹਾਂ ਵੀ ਇਹ ਸਿਰਫ ਕਹਿਣ ਸੁਣਨ ਕੋ ਦੂਜਾ ਆ, ਬੇਸਿਕਲੀ ਹੈ ਤਾਂ ਇੱਕ ਹੀ। ਇਹਨੂੰ ਡਿਵਾਈਡ ਕਰਕੇ ਸਾਨੂੰ ਸਮਝਾਇਆ ਗਿਆ, ਸਾਡੀ ਅਵਸਥਾ ਹੀ ਹੈ, ਤੇ ਕੋਈ ਫਿਜ਼ੀਕਲ ਪਲੇਸ ਤਾਂ ਇਹੋ ਜਿਹਾ ਹੈ ਨਹੀਂ ਆਪਣੇ ਸਰੀਰ ਦੇ ਵਿੱਚ, ਐਕਸਰੇ ਵਿੱਚ ਜਾਂ MRI ਵਿੱਚ ਤਾਂ ਇਹਨੇ ਆਉਣਾ ਨਹੀਂ, ਤੇ ਆਕਾਸ਼ ਦੇ ਵਿੱਚ ਹੀ ਹੈ, ਜਿਹਦੇ ਥਰੂ ਸਾਨੂੰ ਵਿਜ਼ਡਮ ਮਿਲ ਰਹੀ ਹੈ, ਸਾਰਾ ਕੁਝ ਮਿਲ ਰਿਹਾ। ਉਹ ਕਨੈਕਸ਼ਨ ਹੈ, ਉਹ ਡਿਸਕ੍ਰਾਈਬ ਕਰਨਾ ਤਾਂ ਆਪਾਂ ਸਾਰੇ ਹੁਣ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਤੱਕ ਤਾਂ ਮੈਂ ਵੀ ਨਹੀਂ ਪਹੁੰਚਿਆ। ਇਸ ਤਰ੍ਹਾਂ ਸਮਝ ਆ ਰਹੀ ਹੈ ਵੀ ਕੁਝ ਮਤਲਬ ਕਿ ਡਿਸਕ੍ਰਾਈਬ ਕੀਤਾ ਹੋਇਆ ਸਾਡਾ ਮਨ ਜਿਹੜਾ ਤੁਰਕਟੀ ਵਿੱਚ ਰਹਿੰਦਾ ਆ, ਤੇ ਸਾਡਾ ਜਿਹੜਾ ਮੂਲ ਆ ਉਹ ਅੰਡੇ ਦੇ ਵਿੱਚ ਆ। ਇਹਨਾਂ ਦੋਨਾਂ ਦਾ ਡਿਫਰੈਂਸ ਤਾਂ ਹੈ ਆਪਸ ਦੇ ਵਿੱਚ, ਜਿੱਥੇ ਮਿਲਦੇ ਆ ਉਹ ਘੱਟ ਹੈ। ਉਹ ਕੀ ਚੀਜ਼ ਹੈ, ਕਿੱਥੇ ਹੈ, ਕਿਵੇਂ ਤਰ੍ਹਾਂ ਦੀ ਹੈਗੀ ਹੈ, ਇਹ ਆਬਵੀਅਸਲੀ ਹਾਲੇ ਆਪਾਂ ਨੂੰ ਥੋੜਾ ਜਿਹਾ ਹੋਰ ਲੋੜ ਹੈ, ਮੇਰਾ ਖਿਆਲ ਹੈ।
ਪਰ ਇਹ ਗੱਲ ਪੱਕੀ ਹੈ ਵੀ ਜੇ ਘਟ ਚ ਆਉਣਾ ਹੈ ਤਾਂ ਸੁਰਤ ਉਲਟਾ ਕੇ ਹੀ ਆਏਗਾ, ਹੈ ਨਾ, ਨਹੀਂ ਤਾਂ ਤ੍ਰਿਕੁਟੀ ਨਹੀਂ ਛੁੱਟੇਗੀ। ਘਟ ਚ ਹਾਂਜੀ ਆਉਣ ਲਈ ਬਿਲਕੁਲ ਇਹਨੂੰ ਸੁਰਤ ਬਿਲਕੁਲ ਮਾਇਆ ਤੋਂ ਉਪਰਾਮ ਕਰਨੀ ਪਏਗੀ। ਇਹ ਗੱਲ ਠੀਕ ਹੈ ਜੀ? ਹਾਂਜੀ ਠੀਕ ਹੈ ਜੀ। ਠੀਕ ਹੈ, ਫਿਰ ਉਹ ਮੀਟਿੰਗ ਪਲੇਸ ਹੋਗੀ ਜਿੱਥੇ ਕਿ ਇਹ ਦੋਹੇ ਇਹ ਫੇਸ ਕਰ ਸਕਦਾ ਹੈ, ਆਪਣੇ ਮੂਲ ਨੂੰ ਵਿਚਾਰ ਕਰ ਸਕਦਾ, ਉੱਥੋਂ ਗਿਆਨ ਲੈ ਸਕਦਾ। ਹਾਂਜੀ ਹਰਪ੍ਰੀਤ ਸਿੰਘ ਤੁਸੀਂ ਦੱਸੋ ਜੀ। ਕੋਈ ਗੁਰਚਰਨ ਸਿੰਘ ਜੀ ਵੀ ਹੈ ਪ੍ਰੋਫੈਸਰ। ਹਾਂਜੀ ਹਰਪ੍ਰੀਤ ਵੀਰ ਜੀ। ਸਾਡਾ ਤਾਂ ਘੱਟ ਬਾਰੇ ਵਿੱਚ ਗਿਆਨ ਹੀ ਬੜਾ ਘੱਟ ਸੀ, ਅੱਜ ਹੀ ਵਧਿਆ। ਚਲੋ ਨਹੀਂ ਤੁਸੀਂ ਗਿਆਨ ਵੈਰੀ ਨਾਈਸ ਹੈ, ਗੱਲ ਆਪਾਂ ਨੇੜੇ ਤਾਂ ਪਹੁੰਚੇ ਥੋੜਾ ਬਹੁਤ। ਨਹੀਂ ਇਹ ਵਧੀਆ, ਇਹ ਜਿਹੜਾ ਕੂੜ ਕੀ ਪਾਲ ਵਾਲੀ ਗੱਲ ਹੈ ਮੈਨੂੰ ਜ਼ਿਆਦਾ ਬੈਟਰ ਲੱਗੀ ਉਦਾਂ ਵੀ ਇਹ ਸਮਝਾਣੀ ਸੌਖੀ ਹੈ। ਮਤਲਬ ਮੈਨੂੰ ਜੋ ਗੱਲ ਸਮਝ ਆਈ ਉਦਾਂ ਕਿ ਲੈਟ ਸੇ ਵੀ ਪਿੱਛੋਂ ਤੁਹਾਨੂੰ ਪਿਓਰ ਮੈਸੇਜ ਆ ਰਿਹਾ ਹੈ ਤੇ ਉਹ ਵਿੱਚ ਇੱਕ ਜੁਆਇੰਟ ਹੈਗਾ ਜਾਂ ਇੱਕ ਕੂੜ ਕੀ ਪਾਲ ਹੈ ਜੋ ਉਹਨੂੰ ਮਿਸ ਇੰਟਰਪ੍ਰੇਟ ਕਰਕੇ ਅਸੀਂ ਤ੍ਰਿਕੁਟੀ ਕਰਕੇ ਮਾਇਆ 'ਚ ਇੰਟਰਪ੍ਰੇਟ ਕਰ ਲੈਂਦੇ ਹਾਂ। ਉਹਦੀ ਲੇਅਰ ਹੀ ਹੈਗੀ ਨਾ, ਬਸ ਉਹੀ ਘੱਟ ਹੈਗੀ। ਜਿਹਨੂੰ ਸੁਰਜੀਤ ਨੇ ਜੁਆਇੰਟ ਕਹਿਤਾ ਜਾਂ ਕੂੜ ਕੀ ਪਾਲ ਕਹਿਤਾ ਜਾਂ ਆਪਾਂ ਮਨ ਕਹਿਤਾ, ਉਹਨਾਂ ਦਾ ਉਹ ਵਿੱਚ ਇੱਕ ਲੇਅਰ ਹੀ ਹੈ ਬਸ, ਜਿਹੜੀ ਕਿ ਉਸ ਮੈਸੇਜ ਨੂੰ ਮਿਸ ਇੰਟਰਪ੍ਰੇਟ ਕਰੀ ਜਾ ਰਹੀ ਬਾਰ-ਬਾਰ। ਪਿੱਛੋਂ ਸਿਗਨਲ ਤਾਂ ਠੀਕ ਆ ਰਹੇ ਨੇ, ਉਹ ਮੈਂ ਆਪਣੀ ਅੰਡਰਸਟੈਂਡਿੰਗ ਕਰਕੇ ਆਪਣੀ ਥਾਟ ਪ੍ਰੋਸੈਸ ਕਰਕੇ ਉਹਨੂੰ ਸਾਰੇ ਨੂੰ ਹੀ ਮਿਸ ਇੰਟਰਪ੍ਰੇਟ ਕਰ ਲੈਣਾ ਤੇ ਉਹਨੂੰ ਆਪਾਂ ਕੂੜ ਕੀ ਪਾਲ ਵੀ ਕਹਿ ਲਿਆ ਜਾਂ ਆਪਾਂ ਉਹਨੂੰ ਆਪਣੀ ਤ੍ਰਿਕੁਟੀ ਵੀ ਕਹਿ ਲਿਆ। ਬਸ ਉਹ ਜਦੋਂ ਖਤਮ ਹੋ ਗਈ ਵਿਚਲੀ ਲੇਅਰ ਤੇ ਉਹ ਕੰਮ ਠੀਕ ਹੋ ਜਾਣਾ। ਫਿਰ ਮੈਨੂੰ ਲੱਗਦਾ ਇਹ ਮੈਨੂੰ ਸਮਝ ਆਈ ਹੈ, ਜੋ ਠੀਕ ਲੱਗਿਆ ਮੈਨੂੰ, ਏਦਾਂ ਸਮਝਾਉਣਾ ਸੌਖਾ ਹੈਗਾ। ਜਿਵੇਂ ਆਪਾਂ ਉਹ ਗਲਾਸ ਦਾ ਕਰਦੇ ਸੀ ਨਾ, ਸਲੈਬ ਦਾ ਇੱਕ ਐਕਸਪੈਰੀਮੈਂਟ, ਵੀ ਉਧਰ 2 ਪਿੰਨਾਂ ਆਪਾਂ ਲਾ ਦਿੰਦੇ ਸੀ, ਫਿਰ ਉਹ ਸਲੈਬ ਦੇ ਥਰੂ ਦੇਖਦੇ ਸੀ। ਉਹ ਜਦ ਆਪਾਂ ਲਾਈਨ ਖਿੱਚਦੇ ਉਹ ਸਿੱਧੀ ਨਹੀਂ ਸੀ ਹੁੰਦੀ, ਜਦੋਂ ਸਲੈਬ ਦੇ ਵਿੱਚ ਲਾਈਟ ਆ ਜਾਂਦੀ ਸੀ ਉਹ ਬੈਂਡ ਹੋ ਜਾਂਦੀ ਸੀ। ਹਾਂਜੀ ਕਹਿਣਾ ਮੈਂ ਤੁਸੀਂ ਵੀ ਇਹੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਪਿੱਛੋਂ ਆ ਰਹੀ ਹੈ ਸਿੱਧੀ, ਉਹ ਵਿੱਚ ਇੱਕ ਲੇਅਰ ਇਹੀ ਜੀ ਹੈ ਜਿਹੜੀ ਕਿ ਉਹਨੂੰ ਘੁਮਾ ਦਿੰਦੀ ਹੈ। ਉਹ ਫਿਰ ਜਿਹਨੇ ਇਹਨੇ ਪਤਾ ਕਰ ਲਿਆ ਉਹਨਾਂ ਨੇ ਉਹ ਚੱਕ ਕੇ ਫੇਰ ਲਾਈਨ ਖਿੱਚੀ ਹੈ। ਜਿਹੜੇ ਮੇਰੇ ਬਣ ਕੇ ਆ ਉਹ ਜੇ ਸਲੈਬ ਚੱਕਣੀ ਆ, ਸਲੈਬ ਦੇ ਥਰੂ ਜਿਹੜੀ ਲਾਈਨ ਆਊਗੀ ਉਹ ਟੇਢੀ ਹੋਊਗੀ, ਕਿਉਂਕਿ ਉਹਦੀ ਸਲੈਬ ਦੀ ਇੱਕ ਵਰਚੂ ਹੈ ਨਾ, ਉਹਨੇ ਚਾਹੇ ਉਹਦਾ ਮੈਸੇਜ ਸਾਰਾ ਹੀ ਪਿੱਛੋਂ ਆ ਰਿਹਾ ਹੈ। ਮੈਸੇਜ ਸਾਰੇ ਪਿੱਛੋਂ ਆ ਰਹੇ ਨੇ, ਬਸ ਅਸੀਂ ਮਿਸ ਇੰਟਰਪ੍ਰੇਟ ਕਰੀ ਜਾ ਰਹੇ ਹਾਂ। ਇਹ ਮੈਸੇਜ ਕੋਈ ਵੀ ਮੇਰਾ ਆਪਣਾ ਮੈਸੇਜ ਨਹੀਂ ਹੈ। ਇਹਦੇ ਚ ਕੋਈ ਜਿਹੜਾ ਮੈਂ ਹਾਂਜੀ ਸੌਰੀ ਇਹਦੇ ਚ ਇੱਕ ਚੀਜ਼ ਆ ਕੇ ਥੋੜੀ ਜਿਹੀ ਹੋਰ ਜੇ ਬਾਅਦ ਚ ਜੇ ਆਪਾਂ ਸਿੰਪਲ ਲਈਏ ਨਾ, ਇਹਦੇ ਚ ਵੈਸੇ ਹੈ ਤੇ ਭਰਮ ਦਾ ਹੀ ਆਂਡਾ ਹੈ, ਪਰ ਇੱਕ ਹਿਰਦਾ ਵੀ ਇਹਨੂੰ ਕਹਿ ਦਿੰਦੇ ਆ ਘਟ ਨੂੰ, ਠੀਕ ਹੈ ਨਾ। ਇੱਕ ਹਿਰਦਾ ਸ਼ੁੱਧ ਆਉਂਦਾ ਹੈ, ਹਿਰਦਾ ਸ਼ੁੱਧ ਨਾ ਹੋਈ। ਇੱਕ ਹਿਰਦਾ ਜਿਹੜਾ ਹੈਗਾ ਇਹ ਮਤਲਬ ਕਿ ਮਲੀਨ ਹਿਰਦਾ ਹੈ। 2 ਤਰੀਕੇ ਦੇ ਨਾਲ ਗੁਰਬਾਣੀ ਚ ਆਇਆ। ਭਰਮ ਕਹਿ ਲੋ, ਇੱਕ ਚ ਭਰਮ ਹੈ, ਇੱਕ ਅਭਰਮ ਹੈ। ਇੱਕ ਅਭਰਮ ਹੈ, ਠੀਕ ਹੈ ਨਾ। ਤਾਂ ਜਿਹੜਾ ਹਿਰਦਾ ਅਭਰਮ ਵਾਲਾ ਹੈ ਉੱਥੇ ਘੱਟ ਫੁੱਟਿਆ ਹੋਇਆ ਹੈ, ਉਹ ਵਾਲਾ ਹਿਰਦਾ ਫੁੱਟਿਆ ਹੋਇਆ, ਜੇ ਆਪਾਂ ਕਹਿ ਦਈਏ ਹਿਰਦਾ ਫੁੱਟਿਆ ਜਾਂ ਉਹਨੂੰ ਮਤਲਬ ਕਿ ਵਰਡਾਂ ਦੀ ਹੇਰਫੇਰੀ ਹੈ, ਠੀਕ ਹੈ ਨਾ। ਤੇ ਉਹ ਹਿਰਦਾ ਸ਼ੁੱਧ ਹੈ ਤਾਂ ਭਰਮ ਸ਼ੁੱਧ, ਜਾਂ ਤੇ ਕਹਿ ਦਈਏ ਜੇ ਆਪਾਂ ਕਹਿ ਦਈਏ ਵੀ ਇਕੱਲੀ ਭਰਮ ਦੀ ਪਾਲ ਹੈ ਭਰਮ ਦੀ ਹੀ ਪਾਲ ਹੈ, ਠੀਕ ਹੈ ਨਾ। ਪਰ ਪਾਲ ਜਿਹੜੀ ਉਹ ਕਿਹਦੇ ਦੁਆਲੇ ਆ, ਅਸਲ ਦੇ ਵਿੱਚ ਇਹਦੇ ਧਿਆਨ ਦੇ ਦੁਆਲੇ ਆ, ਮਨ ਦੇ ਦੁਆਲੇ, ਜਾਂ ਕਹਿ ਲਓ ਬ੍ਰਹਮ ਦੇ ਦੁਆਲੇ ਆ। ਤੋ ਇਸ ਕਰਕੇ ਸਿੰਪਲ ਵਰਡਾਂ 'ਚ ਇਹ ਕਿਹਾ ਜਾ ਸਕਦਾ ਵੀ ਇਹ ਭਰਮ 'ਚ ਫਸਿਆ ਜੀਵ, ਜਿਸ ਦਿਨ ਇਹਦਾ ਭਰਮ ਉਤਰ ਗਿਆ ਬਸ ਇਹ ਸਾਰਾ ਕੁਝ ਸਹੀ ਹੋ ਜਾਣਾ ਹੈਗਾ। ਅਦਰਵਾਈਜ਼ ਇਟ ਬਿਕਮਸ ਟੂ ਕੰਪਲਿਕੇਟਡ, ਤੇ ਉਹ ਸਮਝਾਉਣਾ ਵੀ ਔਖਾ ਹੋ ਜਾਂਦਾ ਤੇ ਸਮਝਣਾ ਵੀ ਔਖਾ ਹੋ ਜਾਂਦਾ। ਠੀਕ ਹੈ। ਹਾਂਜੀ, ਅੱਛਾ ਇੱਕ ਹੋਰ ਗੱਲ ਭਾਈ ਸਾਹਿਬ, ਤ੍ਰਿਕੁਟੀ ਦੀ। ਤ੍ਰਿਕੁਟੀ ਜਿਹੜੀ ਹੈ ਜਿੰਨੇ ਵੀ ਨੇ ਤਿੰਨ ਚੀਜ਼ਾਂ 'ਚ ਮੰਨੀ ਜਾਂਦੀ ਹੈ। ਜਿੱਥੇ ਜਿਹੜਾ ਜੋਗੀ ਮੰਨਦੇ ਨੇ ਉਹ ਕਹਿੰਦੇ ਨੇ ਵੀ 3 ਨਾੜੀਆਂ ਮਿਲਦੀਆਂ ਨੇ ਨਾ, ਜਿਹੜੀਆਂ ਦਿਮਾਗ ਦੇ ਵਿੱਚ। ਪਿੰਗਲਾ ਤੇ ਸੁਖਮਣਾ। ਹਾਂਜੀ, ਉਹ ਇਹਨਾਂ ਦੇ ਨਾਂ ਦਿੱਤੇ ਹੋਏ ਨੇ। ਤੇ ਉਹ ਜਿਹੜੀਆਂ ਨਾੜੀਆਂ ਨੇ ਉਹ 3 ਮਿਲਦੀਆਂ ਨੇ। ਵੈਸੇ ਤਾਂ ਮਿਲਦੀਆਂ ਤੇ ਦੋਵੇਂ ਪਾਸਿਓਂ ਹੀ ਨੇ, ਜਿਹਦੇ ਅਨਾਟਮੀ ਦੇ ਤੌਰ ਦੇ ਉੱਤੇ ਐਜ਼ ਏ ਡਾਕਟਰੀ ਅਸੀਂ ਵੇਖੀਏ ਤੇ ਉਹ 2 ਜੁਆਇੰਟ ਬਣਦੇ ਨੇ, ਇੱਕ ਇੱਧਰਲੇ ਸੱਜੇ ਨੂੰ, ਇੱਕ ਖੱਬੇ ਨੂੰ। ਤੋ ਇਹ ਜਿਹੜੀਆਂ ਨਾੜੀਆਂ ਮੰਨਦੇ ਨੇ ਇਹਨੂੰ ਤ੍ਰਿਕੁਟੀ ਮੰਨ ਲੈਂਦੇ ਨੇ, ਠੀਕ ਹੈ ਨਾ। ਇਹ ਫਿਜ਼ੀਕਲ ਚੀਜ਼ ਹੈਗੀ ਹੈ, ਠੀਕ ਹੈ ਨਾ, ਇਹਨੂੰ ਕਹਿ ਲਓ ਫਿਜ਼ੀਕਲ ਮਾਇਆ। ਉੱਥੇ ਆ ਕੇ ਨਾ ਇਹ ਚੀਜ਼ ਡਿਫਰੈਂਸ਼ੀਏਟ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ। ਇੱਕ ਫਿਜ਼ੀਕਲ ਮਾਇਆ ਹੈ, ਇੱਕ ਸੂਖਮ ਮਾਇਆ ਹੈ, ਠੀਕ ਹੈ ਨਾ। ਜਿਹੜੀ ਜਿਹਨੂੰ ਰਜਗੁਣ, ਤਮਗੁਣ, ਸਤਗੁਣ ਇਹ ਕਹੀਏ ਤੇਰੀ ਸਾ ਮਾਇਆ, ਠੀਕ ਹੈ ਨਾ, ਜਿਹੜੀ ਬ੍ਰਹਮ ਨੇ ਪੈਦਾ ਕੀਤੀ। ਇੱਕ ਪਰਮੇਸ਼ਰ ਨੇ ਪੈਦਾ ਕੀਤੀ ਹੈ ਮਾਇਆ, ਜਿਹੜੀ ਫਿਜ਼ੀਕਲ ਮਾਇਆ ਹੈ। ਜਿਹੜਾ ਸਰੀਰ ਦਿਖਦਾ ਪਿਆ ਆਪਾਂ ਨੂੰ, ਜਾਂ ਪਿੰਡਾ ਦਿਖਦਾ, ਜਿਹਨੂੰ ਪਿੰਡਾ ਵੀ ਕਹਿ ਦਿੰਦੇ ਆ, ਜਾਂ ਬਾਹਰ ਆਲੇ ਦੁਆਲੇ ਜੋ 5 ਤੱਤ ਦਿਖਦੇ ਪਏ ਨੇ, ਮੈਟਰ ਕਹਿ ਲੋ, ਮੈਟਰ। ਹਾਂਜੀ, ਇਹ ਪਰਮੇਸ਼ਰ ਦੀ ਪੈਦਾ ਕੀਤੀ ਹੈ।
ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਮ ਗੁਣ ਹੋ ਗਿਆ, ਰਜ ਗੁਣ ਹੋ ਗਿਆ, ਆਸ਼ਾਵਾਂ ਅਭਿਲਾਸ਼ਾਵਾਂ, ਜਿਹੜੀ ਸੱਤ ਗੁਣ ਆ ਗਿਆ, ਕਿਸੇ ਦਾ ਭਲਾ ਕਰਨਾ, ਦੂਜਾ ਤੀਜਾ ਜਿੰਨੀਆਂ ਵੀ ਆਉਂਦੀਆਂ ਨੇ ਹਨਾ, ਉਹ ਸਾਰੀਆਂ ਜਿਹੜੀਆਂ ਨੇ ਉਹ ਸੂਖਮ ਮਾਇਆ ਹੈ, ਉਹ ਬ੍ਰਹਮ ਦੀ ਪੈਦਾ ਕੀਤੀ ਹੋਈ ਹੈ। ਠੀਕ ਹੈ। ਇਹ ਦੋ ਮਾਇਆ ਦੇ ਵਿੱਚ ਅੰਤਰ, ਜਿਹੜੀ ਤ੍ਰਿਕੁਟੀ ਹੈ ਜਿੱਥੇ ਜਿਹਨੂੰ ਇਹ ਮੰਨਦੇ ਨੇ ਸਾਰੀ, ਇਹ ਫਿਜ਼ੀਕਲ ਮਾਇਆ ਹੈ। ਸਰੀਰ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ, ਭਾਵੇਂ ਬਣਾਉਣ ਵਾਲਾ ਜਿਹੜਾ ਸੀਗਾ ਇਹ ਬ੍ਰਹਮ ਸੀਗਾ ਮਾਤਾ ਦੇ ਗਰਭ ਚ, ਪਰ ਜਿਹੜਾ ਪੰਜ ਤੱਤ ਨੇ ਜਾਂ ਜਿੰਨਾ ਵੀ ਦਿੱਤਾ ਹੈਗਾ ਸਾਰਾ ਪਰਮੇਸ਼ਰ ਨੇ ਦਿੱਤਾ। ਤਾਂ ਜਿਹੜਾ ਹਿਰਦਾ ਹੈ, ਠੀਕ ਹੈ ਕਿ ਨਹੀਂ, ਹਿਰਦਾ ਜਿਹੜਾ ਹੈਗਾ ਏ ਉਹ ਕਹਿ ਲਓ ਵੀ ਉਹ ਭਰਮ ਦੇ ਆਂਡੇ ਦੇ ਕਰਕੇ ਬਣਿਆ ਹੋਇਆ ਹੈ, ਤੇ ਤ੍ਰਿਕੁਟੀ ਜਿਹੜੀ ਹੈ ਉਹਦੇ ਚ ਭਰਮ ਕਰਕੇ ਜੁੜਿਆ ਹੋਇਆ ਹੈ। ਇੱਕ ਭਰਮ ਹੈ ਤੇ ਇੱਕ ਭਰਮ ਕਰਕੇ ਜੁੜਿਆ ਹੋਇਆ ਫਿਜ਼ੀਕਲ, ਜਿੱਥੇ ਟਾਂਕਾ ਲੱਗਦਾ, ਜਿਹਨੂੰ ਤੁਸੀਂ ਕਹਿ ਸਕਦੇ ਹੋ ਵੀ ਹਾਂ ਵੀ ਇਹ ਫਿਜ਼ੀਕਲ ਹੈਗਾ, ਪਰ ਇੱਥੇ ਟਾਂਕਾ ਨਹੀਂ ਲੱਗਦਾ ਤ੍ਰਿਕੁਟੀ ਦੇ ਵਿੱਚ। ਇੱਥੇ ਤੈਨੂੰ ਅਵਘਟ ਜਿਵੇਂ ਤੁਸੀਂ ਕਹਿੰਦੇ ਪਏ ਸੀਗੇ, ਇਹ ਚੀਜ਼ ਬਰੀਕੀ ਹੈ, ਇਹਦੇ ਤੇ ਨਾ ਵੈਸੇ 1 ਘੰਟੇ 2 ਘੰਟੇ ਦੀ ਵਿਚਾਰ ਹੋਣੀ ਚਾਹੀਦੀ, ਸਪੈਸ਼ਲੀ ਇਹ ਤਾਂ ਜ਼ਿਆਦਾ ਹੀ ਹੋਣੀ ਚਾਹੀਦੀ ਹੈ ਇਸ ਟੌਪਿਕ ਤੇ, ਤ੍ਰਿਕੁਟੀ ਦੇ ਉੱਤੇ ਤੇ ਘਟ ਦੇ ਉੱਤੇ। ਠੀਕ ਹੈ, ਕਰਾਂਗੇ ਆਪਾਂ। ਹਾਂਜੀ ਠੀਕ ਹੈ ਜੀ, ਬਹੁਤ ਮਿਹਰਬਾਨੀ। ਹਾਂ, ਇਹ ਜਿਹੜੀ ਆਪਾਂ ਸੂਖਸ਼ਮ ਮਾਇਆ ਨੂੰ ਮਾਇਆ ਨਹੀਂ ਸਮਝ, ਉਹ ਜਿਹੜੀ ਮਾਇਆ ਦੀ ਅਟਰੈਕਸ਼ਨ ਹੈ ਉਹ ਸੂਖਸ਼ਮ ਬਣ ਗਈ ਹੈ ਨਾ ਜੀ। ਹਾਂਜੀ, ਕਿਉਂਕਿ ਫਸਾਇਆ ਤੇ ਉਸੇ ਮਾਇਆ ਨਹੀਂ ਹੋਇਆ ਨਾ ਜੀ, ਜਿਹੜੀ ਬਾਹਰ ਦੀ ਮਾਇਆ ਹੈ, ਜਿਹੜੀ ਦਿਖਦੀ ਪਈ ਹੈ। ਹੁਣ ਘਰ ਥੋੜੀ ਨਾ ਕਹਿੰਦਾ ਵੀ ਮੇਰਾ 2 ਕਰੋੜ ਦਾ ਘਰ ਹੈ, ਘਰ ਥੋੜੀ ਨਾ ਕਹਿੰਦਾ ਵੀ ਮੈਂ 2 ਕਰੋੜ ਦਾ ਵਾਂ। ਉਹਦੇ ਜਿਹੜਾ ਬੰਦਾ ਵੇਖਦਾ ਪਿਆ ਹੈ ਉਹਦੇ ਅੰਦਰੋਂ ਉੱਠਦਾ ਫੁਰਨਾ ਵੀ ਹਾਂ ਭਾਈ ਵੀ ਮੇਰੇ ਕੋਲ 2 ਕਰੋੜ ਦਾ ਘਰ ਹੈ। ਉਹ ਤਮੋਗੁਣੀ ਫੁਰਨਾ ਆ ਗਿਆ, ਜਾਂ ਕਹਿ ਲਓ ਰਜੋਗੁਣੀ ਫੁਰਨਾ ਆ ਗਿਆ, ਮੈਂ ਹੋਰ ਇੱਕ ਘਰ ਬਣਿਆ 2 ਹੋਰ ਬਣਾ ਲਾ। ਠੀਕ ਹੈ ਨਾ, ਉਹ ਮਾਇਆ ਤੇ ਉੱਥੇ ਜਿਹੜੀ ਬਾਹਰ ਦੀ ਦ੍ਰਿਸ਼ਟਮਾਨ ਮਾਇਆ, ਉਹ ਤੇ ਉੱਥੇ ਦੀ ਉੱਥੇ ਹੀ ਹੈ, ਉਹ ਨਹੀਂ ਕਿਧਰੇ ਵੀ ਜਾ ਰਹੀ। ਉਹਨੂੰ ਭਾਵੇਂ ਤੁਸੀਂ 2 ਕਰੋੜ ਦੇ ਘਰ ਨੂੰ ਭਾਵੇਂ ਤੁਸੀਂ 50 ਲੱਖ ਦਾ ਵੇਚ ਦੋ, ਤੇ ਭਾਵੇਂ 50,000 ਦਾ, ਤੇ ਭਾਵੇਂ ਮੁਫਤ ਦਾ ਦੇ ਦਿਓ ਕਿਸੇ ਨੂੰ। ਠੀਕ ਹੈ, ਭਾਵੇਂ ਉਂਝ ਹੀ ਕਬਜ਼ਾ ਕਰ ਲੇ, ਪਰ ਜਿਹੜਾ ਅੰਦਰ ਬੈਠਾ ਹੈ, ਜਿਹੜਾ ਕਹਿੰਦਾ ਕਬਜ਼ਾ ਕਰ, ਜਿਹੜਾ ਕਹਿੰਦਾ ਵੀ 50 ਲੱਖ ਦੀ ਵੇਚ, ਗੱਲ ਤੇ ਉਹਦੀ ਹੈ ਨਾ, ਉਹ ਵਾਲੀ ਮਾਇਆ ਦੀ। ਉਹ ਮਾਇਆ ਛੱਡਣੀ ਹੈ, ਉਹ ਮਾਇਆ ਛੱਡਣੀ। ਜੋਗੀ ਘਰ ਛੱਡ ਕੇ ਬਹਿ ਗਏ, ਪਰ ਉਹ ਵਾਲੀ ਨਹੀਂ ਛੱਡੀ ਜਿਹੜੀ ਅੰਦਰ ਬੈਠੀ ਸੀਗੀ। ਤਾਂ ਹੀ ਫਿਰ ਕਹਿੰਦੇ ਆ ਮਾਣ ਤਜਿਆ ਨਾ ਜਾਏ। ਹਾਂਜੀ, ਮਾਇਆ ਜਿਹੜਾ ਮਾਣ ਹੈ ਕਿਆ ਹੁਆ। ਹਾਂ, ਉਹ ਗੱਲ ਹੈ ਵੀ ਉਹ ਮਾਇਆ ਇੱਕ ਹੋਰ ਵੀ ਹੈ ਜਿਹੜੀ ਜ਼ਿਆਦਾ ਤੰਗ ਕਰ ਰਹੀ ਹੈ, ਉਹਦਾ ਗਿਆਨ ਨਹੀਂ ਹੈ, ਜਿਹੜੀ ਕੁਛ ਨਹੀਂ ਕਹਿ ਰਹੀ, ਉਹਦੇ ਪ੍ਰਤੀ ਅਸੀਂ ਛੱਡ ਕੇ ਭੱਲ ਬਣਾਈ ਹੋਈ ਹੈ ਵੀ ਅਸੀਂ ਮਾਇਆ ਸਾਰਾ ਕੁਝ ਛੱਡ ਕੇ ਬੈਠੇ ਹੋਏ ਆ। ਤੇ ਜਿਹੜੀ ਛੱਡਣੀ ਸੀਗੀ ਉਹ ਛੱਡੀ ਨਹੀਂ, ਉਹ ਨਹੀਂ ਛੁੱਟੀ। ਉਹ ਤਾਂ ਇੰਨੀ ਸੂਖਸ਼ਮ ਸੀ ਵੀ ਉਹਦਾ ਤਾਂ ਜੇ ਇੱਥੇ ਤੱਕ ਵੀ ਹੈ ਵੀ ਜਦੋਂ ਤੱਕ ਸ਼ਬਦ ਦਾ ਨਾਲ ਸੰਪਰਕ ਨਹੀਂ ਹੈ, ਉਹ ਮਾਇਆ ਅੰਦਰ ਹੈ ਆਪਣੇ। ਦੇਖੋ ਜਿੰਨੀ ਤੱਕ ਮਾਇਆ ਟੈਸਟ ਹੈ ਵੀ ਗਿਆ, ਜੇ ਸ਼ਬਦ ਬੋਲ ਪਿਆ ਨਾ ਜੀ, ਉਦੋਂ ਮੁੱਕਦੀ ਹੈ, ਉਦੋਂ ਤੱਕ ਉਹਦੀ ਕੋਈ ਨਾ ਕੋਈ ਸਾਡੇ ਅੰਦਰ ਮਾੜੀ ਮੋਟੀ ਰਿਣ ਹੈਗੀ ਹੁੰਦੀ ਹੈ। ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ ਨਾ, ਹਉਮੈ ਵੀ ਉਸੇ ਮਾਇਆ ਦਾ ਹਿੱਸਾ ਹੈ ਨਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਥਾਂ, ਜਾਂ ਹਉਮੈ ਵਸੂ ਜਾਂ ਨਾ ਵਸੂਗਾ। ਨਹੀਂ, ਇੱਥੇ ਨਾਵੇਂ ਲਿਖਿਆ, ਇਹਨੂੰ ਵੀ ਆਪਾਂ ਥੋੜਾ, ਕਿਉਂਕਿ ਜਿਹੜਾ ਪਹਿਲਾ ਹੈਗਾ ਨਾ, ਵਿਣ ਗੁਣ ਕੀਤੇ ਭਗਤੀ ਨਾ ਹੋਏ, ਜਿਹੜੇ ਨਾਵੇਂ ਹੈ ਇਹ ਗੁਣ ਹੈ। ਜੇ ਮੈਨੂੰ ਲੱਗਦਾ ਹੈ, ਜਿਵੇਂ ਤੁਸੀਂ ਮੈਨੂੰ ਦੱਸਦੀ ਵੀ ਆਹ ਮਾਇਆ ਜਿਹੜੀ ਚੀਜ਼ ਹੈਗੀ ਹੈ, ਤੈਨੂੰ ਇਹ ਤੰਗ ਕਰ ਰਹੀ ਹੈ, ਬਾਹਰਲੀ ਨਹੀਂ ਕਰ ਰਹੀ, ਹੁਣ ਇਹਦੇ ਪਰ ਜੇ ਮੈਂ ਪਹਿਰਾ ਦੇਣਾ ਸ਼ੁਰੂ ਕਰਾਂ, ਉਹ ਨਾਵੇਂ ਹੈ ਜੀ। ਉਹ ਨਾਵੇਂ ਨਾਲ ਹਉਮੈ ਜਾਏਗੀ, ਜਦ ਹਉਮੈ ਚਲੇਗੀ ਫਿਰ ਨਾਮ ਪਦਾਰਥ ਮਿਲੇਗਾ। ਇਹ ਜਿਹੜਾ ਨਾਵੇਂ ਵਰਡ ਬੜਾ ਪਾਰਟਿਕੂਲਰ ਹੈ ਇੱਥੇ, ਕਿ ਨਾਮ ਨਾਲ ਤਾਂ ਛੱਡੋ, ਨਾਮ ਤਾਂ ਅਜੇ ਹੈ ਹੀ ਗਈ ਅਵਸਥਾ, ਇਹ ਤਾਂ ਨਾਵੇਂ ਨਾਲੇ ਵਿਰੋਧ ਕਰਾ ਦਿੰਦੀ ਹੈ। ਜਿੱਥੋਂ ਪਹਿਲਾ ਕਦਮ ਪੱਟਣਾ ਸੀ ਉਹ ਪੱਟਣ ਨਹੀਂ ਦਿੰਦੀ। ਗੁਣਵਾਨ ਨੇ ਕਹਾ, ਗੁਣਵਾਨ ਨੂੰ 2 ਪਦਾਰਥ ਪਹਿਲਾਂ ਦੋ ਕਹਿਣਾ, ਮਤਲਬ 2 ਪਦਾਰਥ ਲੈਣ ਚ ਸਭ ਤੋਂ ਬੜੀ ਹੱਡਲ ਇਹੀ ਹੈ ਨਾਵੇਂ ਨਾਲ। ਹਾਂਜੀ, ਔਰ ਇਹ ਹੈਗੀ ਹੈ ਜਿਹੜੀ ਆਪਾਂ ਪਰਤ ਚਾੜੀ ਹੋਈ ਆ ਗਿਆਨਤਾ ਆਪਣੀ, ਉਹੀ ਹੈ ਨਾ ਜੀ। ਹਾਂਜੀ, ਕੋਈ ਹੋਰ ਸਵਾਲ ਹੋਵੇ ਕੋਈ ਵੀਰ ਜੀ? ਹੈ ਮੈਨੂੰ ਲੱਗਦਾ ਗੁਰਚਰਨ ਪਨੇਸਰ ਜੀ, ਮੈਂ ਪਹਿਲਾਂ ਨਹੀਂ ਆਪ ਜੀ ਨਾਲ ਕਦੇ ਸੰਪਰਕ, ਤੁਸੀਂ ਵੀ ਕੁਝ ਦੱਸੋ ਜੀ, ਸੁਣਿਆ ਆਪ ਜੀ ਨੇ ਵੀ? ਮੈਂ ਜੋ ਸੁਣਿਆ ਵਧੀਆ ਆਨੰਦਦਾਇਕ ਸੀ ਜੀ। ਅੱਛਾ, ਕੁਝ ਦੱਸੋ ਕਿੱਦਾਂ? ਦੱਸਣਾ ਤਾਂ ਦੱਸਣ ਵਾਲੀ ਗੱਲ ਨਹੀਂ ਹੈ, ਸੁਣਨ ਵਾਲੇ ਜੀ ਹੈ। ਅੱਛਾ, ਚਲੋ ਠੀਕ ਹੈ, ਤੁਸੀਂ ਆ ਜਾਇਆ ਕਰੋ, ਆਪਣਾ ਗਰੁੱਪ ਇੰਨਾ ਹੈਗਾ 10 ਬੰਦੇ ਜਿਹੜੇ ਹੈ, ਠੀਕ ਹੈ। ਹੋਰ ਜੇ ਕਿਸੇ ਦਾ ਜੀ ਕਰਦਾ, ਕਿਉਂਕਿ ਇਹ ਗੱਲ ਥੋੜੀ ਜਿਹੀ ਔਖੀ ਹੋ ਜਾਂਦੀ ਹੈ, ਜਿਹੜੇ ਨਹੀਂ ਆਪ ਪੜ੍ਹੀ ਜਾਂ ਖੋਜੀ ਉਹਨਾਂ ਵਾਸਤੇ ਫਿਰ
ਉਹੀ ਹੈ ਵੀ ਫਿਜ਼ਿਕਸ ਦਾ ਲੈਸਨ ਬਣ ਜਾਂਦਾ, ਸਮਝ ਨਹੀਂ ਆਉਂਦੀ ਗੱਲ। ਕਰੀਏ ਜੀ ਫਿਰ ਸਮਾਪਤੀ? ਹਾਂਜੀ ਭਾਈ ਸਾਹਿਬ ਜੀ, ਠੀਕ ਹੈ ਜੀ। ਅਗਲੇ ਹਫਤੇ ਆਪਾਂ 10 ਵਜੇ ਸ਼ੁਰੂ ਕਰਦੇ ਹਾਂ ਆਸਟ੍ਰੇਲੀਆ ਟਾਈਮ। ਇੰਡੀਆ 'ਚ ਮੈਨੂੰ ਲੱਗਦਾ 4:30 ਹੁੰਦੇ ਤੇ 5:30 ਜੀ, ਸੌਰੀ 5:30, ਹਾਂਜੀ। ਤੇ ਜਿੰਨੀ ਜਗ੍ਹਾ ਟਾਈਮ ਤੇ ਆ ਸਕਦੇ ਹੋ ਕਿਰਪਾ ਕਰੋ। ਹੁਣ ਆਪਾਂ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।